राइले माइक खोल। ਇਹਦਾ ਇਹ ਬੜਾ ਰੋਲਾ ਹੈ, ਮਾਈਕ ਨਹੀਂ ਖੋਲਦਾ। पिछले जनानी जुत्ती लै खलोती होंदी सी ना सिर ते। हो गया जी। चलो अच्छा जी, उधर मैसेज आ रहा है कि बेरीन 313 1122 की बराड़ दे बैठे है। हुण मेरे को दूसरा मोबाइल को नहीं। की आंदे मलक साहब? ਉਧਰ ਜਾਣਾ ਹੈ। नहीं नहीं, जाना की है, मैं क्या हूँ दूसरा मोबाइल को नहीं दे, वेखिए की करते रहे उधर। मैं दिखा सकता वां, लेकिन मेरे नाश्ते का टाइम हो गया। नाश्ते का देखिया मैं क्या सी ना अबू बकर भाई ए नाश्ता हलवा पूरी खा रहे हैं। हाँ ये देख लो नहीं, मैं भी अंडे अंडे शंडे नहीं खाते ए हलवा पूरियां हलवा चने ते सही कह रहा। ए देखिया मैं भी नाश्ता करके जरा निकले बाहर, जरा सैर करना वास्ते। तो ताड़ा केड़ा नाश्ता ताड़ा ते रात दा खाना होना चाहिए। ਉਹ ਹੀ ਰਾਤੀ ਨਾਸ਼ਤਾ ਹੀ ਹੁੰਦਾ ਨਾ, ਥੋੜਾ ਜਿਹਾ ਖਾਈਦਾ। ए लो मेरा दोस्त भी आ गया देखो उत्ते मलिक इमरान। ਅੱਗੇ ਮੈਂ ਆਮਿਰ ਭਾਈ ਦੀ ਗੱਲ ਸੁਣ ਰਿਹਾ ਸੀ ਨਾ, ਹੁਣ ਸਿਹਤ ਉਹ ਇਜਾਜ਼ਤ ਨਹੀਂ ਦਿੰਦੀ। ਹਲਵਾ ਪੂੜੀ ਜਾਂ ਪਾਏ ਜਾਂ ਚਨੇ ਖਾ ਲਓ। ਹੁਣ ਬਸ ਜਿਹੜਾ ਨਾ ਉਹ ਹਾਜ਼ਮਾ ਜਿਹੜਾ ਨਾ ਬੜਾ ਖਰਾਬ ਹੋ ਜਾਂਦਾ ਹੈ 40 ਤੋਂ ਬਾਅਦ। कोई गल नहीं तुसी इंज करया करो, मैं तानू दसना तुसी मालिश करवाया करो तेल दी ते होम्योपैथिक गोलियां खाया करो। और करो और कुछ करो ना करो, जुमे दा खुतबा मिर्जा मसरूर दा जरूर सुनिया करो। दुआ ਲਈ ਖਤ ਲਿਖਾ ਹੈ। दुआ दे खत लिखो बिल्कुल। ਦੁਆ ਦੇ ਲਈ ਖਤ दुआ दे खत ਦੇ ਨਾਲ $10 ਦਾ ਨੋਟ ਵੀ ਅੰਦਰ ਪਾ ਦਿਆ ਕਰੋ, ਫਿਰ ਦੇਖੋ ਕਿੰਨੀਆਂ ਬਰਕਤਾਂ ਆਣਗੀਆਂ। ਹਾਂ ਸਹੀ ਕਹਿ ਰਹੇ। ਤੁਸੀਂ ਸੈਕਰੀਫਾਈਸ ਕਰੋਗੇ ਆਪਣੇ ਪੈਸਿਆਂ ਨੂੰ ਤੇ ਫਿਰ ਤੁਸੀਂ ਦੇਖੋ। ਇਹ ਤੇ ਮੈਨੂੰ ਖਿਲਾਫਤ ਵਾਲਾ ਮਿਰਜ਼ਾ ਮਸਰੂਰ ਘੱਟ ਤੇ ਡਬਲ ਸ਼ਾਹ ਜ਼ਿਆਦਾ ਲੱਗਦਾ ਹੈ। ਤੇ ਉਸ ਤੋਂ ਵੀ ਜ਼ਿਆਦਾ ਬਰਕਤ ਉਹ ਲਾ ਲਓ ਹਰ ਵੇਲੇ। ਓਏ ਹੋਏ ਔਰ ਫਿਰ ਗੁਜ਼ਰੋ ਮਸਜਿਦ, ਮੁਸਲਮਾਨਾਂ ਦੀ ਮਸਜਿਦ ਦੇ ਕੋਲੋਂ, ਤੇ ਫਿਰ ਤੇ ਤੁਹਾਨੂੰ ਬਰਕਤਾਂ ਹੀ ਬਰਕਤਾਂ ਮਿਲਣਗੀਆਂ। ਸਹੀ ਕਹਿ ਰਹੇ। ਇਹ ਡਰਾਮੇਬਾਜ਼ੀਆਂ ਸਹੀ ਕਹਿ ਰਹੇ ਹੋ। ਔਰ ਅਗਰ ਤੁਸੀਂ ਪੈਸਾ ਕਮਾਣਾ ਹੈ ਤੇ ਤੁਸੀਂ ਇੱਕ ਕੰਮ ਕਰੋ, ਇੱਕ ਪੋਸਟਰ ਬਣਵਾ ਲਓ। ਹਾਂ ਮਸਾਇਆ ਹੈ ਇਸ ਕੰਮ ਤੇ ਕਿਸੇ ਵੀ ਟ੍ਰੈਫਿਕ ਲਾਈਟ ਤੇ ਖੜੇ ਹੋ ਜਾਓ। ਅਗਲੇ ਲੰਮਾ ਪਾ ਲੈਂਦੇ ਨੇ ਅੱਜ ਕੱਲ। ਨਹੀਂ ਨਹੀਂ ਭਾਈ ਜੀ, ਮਸੀਹ ਮੌਦ ਦੀ ਬਰਕਤਾਂ ਤੁਹਾਡੇ ਨਾਲ ਨੇ, ਦੁਆਵਾਂ ਤੁਹਾਡੇ ਨਾਲ ਨੇ। ਇਮਾਨ ਨਾਲ ਇੰਨਾ ਪੈਸਾ ਮਿਲੇਗਾ ਤੁਸੀਂ ਸੋਚਿਆ ਨਹੀਂ ਹੋਏਗਾ। ਉਹਦੇ ਬਾਅਦ ਨਹੀਂ ਮੈਨੂੰ ਪਤਾ ਕੀ ਹੋਏਗਾ, ਤੁਹਾਡਾ ਰਾਤੀ ਕੀ ਹਾਲ ਹੋਏਗਾ ਮੈਨੂੰ ਨਹੀਂ ਪਤਾ। ਕਾਲੇ ਤੁਹਾਡੇ ਨਾਲ ਕੀ ਕਰਦੇ ਨੇ ਜਦੋਂ ਉਹਨਾਂ ਨੇ ਦੇਖਿਆ ਇੰਨਾ ਪੈਸਾ ਕਲੈਕਟ ਹੋ ਗਿਆ। ਉਹਦੀ ਮੈਨੂੰ ਗਾਰੰਟੀ ਨਹੀਂ ਹੈ, ਕਿਉਂਕਿ ਉਹਦਾ ਰੀਜ਼ਨ ਪਤਾ ਕੀ ਹੈ। ਉਹ 5000 ਨੂੰ 500 ਉਹ ਕਰਨ ਵਾਲਾ ਵੀ ਤੇ ਚੱਕਰ ਹੈਗਾ ਨਾ, ਉਹ ਛਿਨ ਲੈਂਦੇ ਨੇ ਤੁਹਾਡੇ ਤੁਸੀਂ 500 ਪਾਉਂਡ ਕਮਾਓ। ਮਲਕ ਸਾਹਿਬ ਆਵਾਜ਼ ਨਹੀਂ ਆ ਰਹੀ ਤੁਹਾਡੀ। ਓਏ ਆ ਵੀ ਰਹੀ ਲੰਸਾਰੀ ਤੈਨੂੰ ਕੀ ਮਸਲਾ ਦੱਸ। अच्छा मतलब कैसर साहब, एक मिनट रुकिया जी। लो जनाब, ए थले कमेंट में पढ़ के तो सुनाया ना कि वो 313 बैठे आवे जनाब उधर 1122 ਦੀ ਬਰਾੜ ਤੇ ਉੱਥੇ ਜਨਾਬ ਉਸੇ ਟਾਈਮ ਐਲਾਨ ਹੋਣੇ ਸ਼ੁਰੂ ਹੋ ਗਏ ਨੇ ਕਿ ਤੁਹਾਡੀ ਬਰਾੜ ਹਾਈਲਾਈਟ ਹੋ ਗਈ ਏ। ਆਮਰ ਨਜ਼ੀਰ ਸਾਹਿਬ ਦੀ ਬਰਾੜ ਦੇ ਉੱਤੇ ਐਲਾਨ ਹੋ ਰਹੇ ਨੇ ਕਿ ਬਰੀਨ ਇੱਧਰ ਬੈਠੇ ਹੈ ਤੇ ਉੱਥੇ ਲਾਈਵ ਤੁਹਾਡੀ ਸੁਣਾਈ ਜਾ ਰਹੀ ਹੈ। तो भाई यार ਦੇਖੋ ਜਿੱਥੇ ਆਮਿਰ ਭਾਈ
ਆਮਿਰ ਭਾਈ ਦੀ ਬੜੀ ਸੀਆਈਡੀ ਹੁੰਦੀ ਹੈ ਯਾਰ। ਜੋ ਇਹਦਾ ਕੁਝ ਅਸੀਂ ਮਤਲਬ ਕਰ ਰਹੇ ਹਾਂ ਨਾ, ਪਿੱਛੇ ਪਿੱਛੇ ਸਾਰੇ ਦੇਖ ਰਹੇ। ਇੱਥੇ ਹੀ ਅੰਦਾਜ਼ਾ ਲਾਓ ਨਾ ਕਿ ਕੰਧਾਂ ਦੇ ਬੰਦੇ ਬੈਠੇ ਨੇ। ਕੰਧਾਂ ਤੇ ਮੈਂ ਕਹਿੰਦਾ ਜਿੰਨੇ ਅੰਦਰ ਨਹੀਂ ਬੈਠੇ ਉਨੇ ਕੰਧਾਂ ਤੇ ਬੈਠੇ ਨੇ। ਕੰਧਾਂ ਤੇ ਆਹ ਕੋਈ 150 ਬੰਦਾ ਬੈਠਾ ਹੁੰਦਾ, ਔਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਮੈਂ ਦੇਖ ਵੀ ਸਕਦਾ ਵਾਂ ਕਿਹੜਾ ਕਿਹੜਾ ਬੈਠਾ ਹੈ। ਆਹ ਤੇ ਇਹ ਥੱਲੇ ਜਿਹੜਾ ਆਇਆ ਸੀ ਨਾ ਉਹਨੇ ਰਹੀਲ, ਇਹ ਵੀ ਉੱਥੇ ਜਾ ਕੇ ਥੱਲੇ ਤੇ ਹੂੰ। ਕਮੈਂਟ ਕਰਦਾ ਕਿ ਆਹੋ ਆਹੋ ਮੈਂ ਵੀ ਉਧਰੋਂ ਆਇਆ। ਸੁਣਾ ਰਹੇ ਨੇ ਉਧਰ। ਸ਼ਰਤ ਲੱਗੀ ਸੀ ਵਾਹ ਯਾਰ। ਯਾਰ ਸੂਡੀ ਤੇ ਇਮਰਾਨ ਕਾਲੋਂ ਦੀ, ਠੀਕ ਹੈ। ਇਹਨਾਂ ਦਾ ਉਸ ਜਗ੍ਹਾ ਦੇ ਉੱਤੇ ਮਨਾਜ਼ਰਾ ਹੋ ਰਿਹਾ ਸੀ। ਇੱਕ ਪਾਸੇ ਹੋਸਟ ਟੂ ਹੋਸਟ ਜਿਹੜਾ ਹੁੰਦਾ ਨਾ, ਹੋਸਟ ਟੂ ਹੋਸਟ ਮਨਾਜ਼ਰਾ ਹੋ ਰਿਹਾ ਸੀ ਤੇ ਜ਼ਿਆ ਰਸੂਲ ਤੇ ਇਮਰਾਨ ਕਾਲੂ ਦੋਨੋਂ ਆਪਸ ਚ ਮਨਾਜ਼ਰਾ ਕਰ ਰਹੇ ਸਨ। ਇਹਨਾਂ ਨੇ ਇੱਕ ਇੱਕ ਬੰਦਾ ਨਾਲ ਹੋਰ ਹੋਸਟ ਮੰਗਵਾਇਆ ਨਾ, ਉਹਦੇ ਚ ਵਾਸੇ ਤੇ ਦੂਜੇ ਪਾਸੋਂ ਅਮਰ ਨਜ਼ੀਰ ਆ ਗਿਆ। ਦੋਨੋਂ ਇਹਨਾਂ ਦੋਨਾਂ ਬੰਦਿਆਂ ਨੇ ਜਦੋਂ ਗੱਲ ਖਤਮ ਹੋ ਗਈ ਨਾ, ਤੇ ਗੱਲ 'ਚ ਕੱਚੇ ਪੈਣ ਡੇ ਸਨ ਦੋਨੋਂ ਜਣੇ, ਯਾਨੀ ਕਹ ਲੋ ਕਿ ਜ਼ਿਆ ਰਸੂਲ ਤੇ ਅਮਰ ਨਜ਼ੀਰ। ਸਿਰਫ ਚੰਦਰਾ ਦੀ ਗੱਲ ਕਰ ਰਹੇ ਹਾਂ ਜ਼ਰਦਲ ਕੱਚੇ ਪੈਣ ਦੇ ਉੱਤੇ ਗੱਲ ਸੁਣ ਤੇ ਲੋ, ਸੁਣ ਤੇ ਉਹ ਕੇਸ ਸੁਣਾ ਰਿਹਾ ਸਰ, ਮੈਂ ਇਹ ਸੁਣਾ ਹੀ ਨਹੀਂ ਰਿਹਾ। ਇਹ ਕੋਈ ਗੱਲ ਤੇ ਸੁਣੋ। ਸਿਰਫ ਗੱਲ ਦੇ ਵਿੱਚ ਕੱਚੇ ਪੈਣ ਦੇ ਵਾਸਤੇ ਅਮਨ ਨਜ਼ੀਰ ਸਾਹਿਬ ਨੇ ਖਲੀਫਾ ਖਾਮਸ ਦੀ ਬੇਗਮ ਦੀਆਂ ਤਸਵੀਰਾਂ ਲਾ ਕੇ ਤੇ ਆਂਦਾ ਸੀ ਆ ਵੇਖਿਓ ਮੈਂ ਇਹਨਾਂ ਨੂੰ ਭਜਾਂਦਾ। ਗੱਲ ਕੀ ਸੀ ਕਿ ਤੂੰ ਚਲਾ ਜਾ, ਤੂੰ ਛੱਡ ਕੇ ਚਲਾ ਜਾ ਲਾਈਵ। ਉਹ ਆਂਦਾ ਪਿਆ ਤੂੰ ਛੱਡ ਕੇ ਚਲਾ ਜਾ ਲਾਈਵ। ਇਹਨਾਂ ਆਖਿਆ ਨਹੀਂ ਤੂੰ ਜਾ। ਮੈਂ ਆਖਿਆ ਵੇਖੀ ਮੈਂ ਭਜਾਂਦਾ ਇਹਨਾਂ ਨੂੰ, ਠੀਕ ਹੈ। ਇਸ ਗੱਲ ਦੇ ਉੱਤੇ ਉਸ ਬੰਦੇ ਨੇ ਇੱਕ ਐਸੀ ਔਰਤ ਦੀ ਤਸਵੀਰਾਂ ਲਾਈਆਂ ਜਿਹਦਾ ਕੋਈ ਤਲਕ ਨਹੀਂ ਸੀ ਹੈ। ਹੁਣ ਅਗਰ ਨਾਸਰ ਭਾਟ ਸਾਹਿਬ ਸੁਣ ਲਓ, ਨਾਸਰ ਭਾਟ ਸਾਹਿਬ ਅਗਰ ਮਿਸਾਲ ਦੇ ਤੌਰ ਤੇ ਤਸਵੀਰ ਲਾਉਂਦੇ ਨੇ, ਉਹ ਲਾਉਂਦੇ ਨੇ ਤੇ ਉਹਨਾਂ ਬੰਦਿਆਂ ਵਾਸਤੇ ਜਿਨ੍ਹਾਂ ਬੰਦਿਆਂ ਦੀ ਮੈਂ ਹੁਣੇ ਤੁਹਾਨੂੰ ਵੀਡੀਓ ਸੁਣਾ ਦੇ ਵਿਖਾ ਦੇਣਾ ਵਾ ਕਿ ਉਹ ਆਪਣੀ ਬਰਾੜ ਤੇ ਬਹਿ ਕੇ ਖੁਲਫਾ ਦੀਆਂ ਤਸਵੀਰਾਂ ਦੇ ਉੱਤੇ ਨੌਜ਼ ਬਿਲਾ ਚਿੱਤਰ ਮਾਰ ਰਹੇ ਨੇ ਤੇ ਭੈੜੀਆਂ ਭੈੜੀਆਂ ਹਰਕਤਾਂ ਕਰ ਰਹੇ ਨੇ। ਉਹਨਾਂ ਦੇ ਇਹ ਇਮਾਮ ਨੇ, ਸੁਣ ਲਓ, ਅਮਨ ਨਜ਼ੀਰ ਉਹਨਾਂ ਦੇ ਇਮਾਮ ਨੇ। ਮੈਂ ਇਹ ਲਫ਼ਾਜ਼ ਤੁਹਾਨੂੰ ਸੁਣਾ ਸਕਣਾ ਵਾ ਕਿ ਉਹ ਲੋਕ ਕਹਿ ਰਹੇ ਨੇ ਕਿ ਸਾਡੇ ਅਮਨ ਨਜ਼ੀਰ ਸਾਹਿਬ ਇਮਾਮ। ਸੁਣ ਤੇ ਲੋ, ਮੇਰੀ ਪੂਰੀ ਗੱਲ ਪੂਰੀ, ਉਹਨੂੰ ਪੂਰਾ ਕੇਸ ਸਿਰ ਰੱਖ ਲੈਣ ਦਿਓ ਕਿ ਅਗਰ ਇੱਕ ਬੰਦਾ ਕੰਮ ਕਰ ਰਿਹਾ, ਤੁਸੀਂ ਉਹਨੂੰ ਚੜਾਉਣ ਵਾਸਤੇ ਜਾਂ ਉਹਦੇ ਨਾਲ ਕਹਿ ਲਓ ਕਿ ਫਸਲਬਾਜ਼ੀ ਦੇ ਵਿੱਚ ਤੁਸੀਂ ਘਰ ਦੀਆਂ ਔਰਤਾਂ ਨੂੰ ਲੈ ਕੇ ਆ ਰਹੇ ਹੋ, ਠੀਕ ਹੈ। ਤੇ ਅਗਰ ਤੁਹਾਡਾ ਮੁਖਾਲਫ ਤੁਹਾਨੂੰ ਵਿੱਚ ਲੈ ਕੇ ਆ ਰਿਹਾ, ਤੁਹਾਡੇ ਜਿਹੜੇ ਥੱਲੇ ਸ਼ਾਗਿਰਦ ਨੇ ਉਹਨਾਂ ਨੇ ਜਿਹੜਾ ਜ਼ੁਲਮ ਕੀਤਾ, ਜਿਹੜਾ ਤੁਸੀਂ ਕਰਵਾਇਆ ਉਹਦੇ ਵਾਸਤੇ, ਤੇ ਉਹ ਜਿਹੜਾ ਜ਼ੁਲਮ ਕਰ ਰਹੇ ਨੇ, ਮੈਨੂੰ ਫਾਈਟਰ ਕੋਲ ਯਕੀਨ ਮੰਨੋ ਅਗਰ ਉਹ ਅਮਨ ਨਜ਼ੀਰ ਸਾਹਿਬ ਦੀ ਫੋਟੋ ਲਾਉਂਦਾ ਤੇ ਮੈਨੂੰ ਉਹਦੇ ਤੋਂ ਇਤਰਾਜ਼ ਨਹੀਂ ਹੈ। ਕਿਉਂ ਕਿ ਅਮਨ ਨਜ਼ੀਰ ਉਹੀ ਕੰਮ ਆਪਣੇ ਸ਼ਾਗਿਰਦਾਂ ਕੋਲੋਂ ਕਰਵਾ ਰਿਹਾ। ਤੁਹਾਡਾ ਤੁਸੀਂ ਮੋਟੀਵੇਟਰ ਨਹੀਂ ਹੈ। ਹਾਂ, ਬਹਰਹਾਲ ਇਹ ਵੇ ਕਿ ਮੈਂ ਨਾਸਰ ਭਾਟ ਸਾਹਿਬ ਨੂੰ ਚੁੱਕਣ ਲੱਗਾ। ਸੁਣ ਲਓ, ਤੁਸੀਂ ਚਲੋ ਠੀਕ ਹੈ, ਤੁਸੀਂ ਚੀਜ਼ ਗੱਲ ਕਰਨੀ ਹੈ। ਨਹੀਂ ਮੇਰੀ ਗੱਲ ਤਾਂ ਸੁਣ ਲਓ। 2 ਮਿੰਟ ਗੱਲ ਕਰਕੇ 1 ਮਿੰਟ ਸੁਣ ਕੇ ਨਾ ਤੇ ਮੈਨੂੰ ਸੰਗਿਓ ਪੜਨਾ। ਚਲੋ ਠੀਕ ਹੈ, ਅਗਰ ਤੁਸੀਂ ਤਸੱਲੀ ਨਾਲ ਤਹਮਲ ਨਾਲ ਗੱਲ ਕਰਨੀ ਹੈ, ਕੋਈ ਰੋਲਾ ਨਹੀਂ ਪਾਣਾ। ਮੈਂ ਕਿਉਂਕਿ ਮੈਂ ਚਾਹ ਰਿਹਾ ਵਾਂ ਤੁਹਾਡੇ ਨਾਲ ਡਾਇਲਾਗ, ਮੈਂ ਚਾਹ ਰਿਹਾ ਵਾਂ 313 ਮਰੀਨ ਕਿ ਅੱਗੋਂ ਡਾਇਲਾਗ ਦੁਬਾਰਾ ਰਖਾਓ। ਅੱਛਾ, ਪਾਣੀ ਨਾ ਪੀਓ, ਵੈਸੇ ਤੇ ਰਾਜ਼ੀ ਆ ਕਿਉਂ ਟੈਨਸ਼ਨ। ਹਾਂ, ਡਾਇਲਾਗ ਹੋਣੇ ਚਾਹੀਦੇ ਨੇ ਪਿਆਰ ਮੁਹੱਬਤ ਨਾਲ। ਓਕੇ, ਆ ਜਾਓ ਜੀ ਡਾਕਟਰ ਭਾਟ ਸਾਹਿਬ। अस्सलाम वालेकुम ਭਾਟ ਸਾਹਿਬ, ਤੁਹਾਡੀ ਉਹ ਨਹੀਂ ਆ ਰਹੀ, ਸਿਗਨਲ ਨਹੀਂ ਰਲਦੇ। अबू बकर भाई एक बार ना सदना बराड़ से आकड़ो चीज है कहते ने कि पंजाबी च कहते ने कि नीयत हराम दी हुई तां ढेर। मतलब कि अगर बंदे दी नीयत खराब हो गई ना तो बहानेबाजियां बड़ियां करदा। यही बंदा यही अमर नज़ीर सी, यही है बंदा सी, हर गल ते खुश होना सी। ਇਹਦੇ ਜੀ ਕਿੰਗਰੇ ਪੂਰੇ ਨੇ ਕਦੀ ਨੂੰ ਫੋਟੋ ਮਨਵਰ ਟੂ ਸਾਹਿਬ ਕਿੰਨੇ ਮਿੰਟ ਗੱਲ ਹੋ ਸਕਦੀ ਹੈ? ਕਿੰਨੇ ਮਿੰਟ ਕਰਨ में कितने ਇਹ ਮੈਂ ਗੱਲ 1 ਮਿੰਟ ਲਾ ਲਓ, ਟਿਕਟ ਕੀ ਲਾ ਲਓ ਫਿਰ। ਤਨਜ਼ੀਲਾ ਬਾਜੀ ਗੱਲ ਕਰ ਲਓ, ਕੋਈ ਮਸਲਾ ਨਹੀਂ। ਤੁਸੀਂ ਮਰੀਨ ਭਾਈ ਬਾਅਦ ਗੱਲ ਕਰ। ਮੇਰਾ ਤਾਂ ਕੋਈ ਨਹੀਂ ਹੈ ਜਿਹਦੇ ਕੋਲ ਜਾ ਕੇ ਬਹਿਣ, ਜਾ ਕੇ ਸੋਵਾਈ ਹੋਵੇ। ਇਹਦੇ ਕੋਲ ਸਰ ਮੈਂ ਪੁੱਛਿਆ ਅਮਰ ਨਜ਼ੀਰ ਦੀ ਵਜ੍ਹਾ ਇਹਨੂੰ ਬਹੁਤ ਅੱਛੀ ਤਰ੍ਹਾਂ ਪਤਾ। ਹੁਣ ਅਗਰ ਇੱਥੇ ਆ ਕੇ ਬੋਲੇਗਾ ਨਾ ਤਾਂ ਕਹੇਗਾ ਝੂਠ ਬੋਲੇਗਾ। ਇਹ ਜਿਹੜੀ ਵਾਕਿਆ ਤੂੰ ਸੁਣਾਇਆ ਨਾ, ਇਸ ਵਾਕਿਆ ਦਾ ਵੀ ਪਤਾ ਹੈ।
ਅਸੀਂ ਦਸੀ ਬੈਠੇ ਸਾਂ ਇਹ ਦੱਸੀ ਕਿ ਇਹ ਜਿਹੜੇ ਡਰਾਮੇ ਕਰਨ ਲੱਗੇ ਆ ਕਿਉਂ ਕਰ ਲੱਗੇ ਅਮਰ ਸਿੰਘ ਨੇ ਵੀ ਇਹੀ ਸਵਾਲ ਕੀਤਾ ਸੀ ਮੇਰਾ ਵੀ ਇਹੀ ਸਵਾਲ ਹੈ ਉਹਨੇ ਕਿਹਾ ਜੀ ਮੈਂ ਤਸਵੀਰ ਲਾਈ ਔਰ ਨਾਸਰ ਭੱਟ ਨੇ ਲਾ ਨਹੀਂ ਇਹਦੇ ਕੋਲ ਪੁੱਛੋ एक मिनट मौके जनाब इन्होंने खामोश करा दो ਲਓ ਜੀ 2 मिनट और लास्ट खड़े ने ਇਹ ਬੰਦੇ ਨੇ ਹੁਣੀ ਕਿਹਾ ਸੀ ਜੀ ਗੱਲ ਕਰੇਗਾ ਇਹਨੇ ਗੱਲ ਪੂਰੀ ਨਹੀਂ ਸੁਣਨੀ ਰੂਲਾ ਬਾਤ ਚੱਲ ਗੱਲ ਕਰ हम सुन लेना टिकटिकी मेरी भी लाओ ना व्हाट्सएप पे टिकटिकी चल रही है ठीक हो पहले दिन बरात लाइए दूसरे दिन लाइए आके जनाब गाल कट गए ने तीसरे दिन लाइए फिर आके काम खराब करके गए ने ठीक है और ना कुछ बोलना ना कुछ लेना व्हाट्सएप के अंदर आके शुरू हो गए जेड़े सारे काम कर बैठे हैं ऐ भी कर ले जेड़ियां मेरी तू सेव करके रखे ने दे उसका मैं कह यार मनु इन्ना गंदा इन्ना थल्ले समझते ने ठीक है एक साइड ते भरा कहंदे ने ठीक है एक साइड तो इतनी मोहब्बत का इजहार करते ने हर रहमती दे नाल मेरे से लड़े ने और इन्हां दा ज़हन मेरे से इन्ना गंदा है कि मैं इन्हां दी फोटो तां से रखी ने कि मैं किसी ऐसे जे मौके ते दे सकां ते मनो अफसोस तां से होया फिर मैं क्या नहीं हुण मैं पूछना कि केड़ी दवा कच्छे दी दवा सूए जोड़े दी दवा और जेड़े असूल दे नाल हुण तुसी लाना शुरू कीतियां ने सूर कुत्ता बिल्ली बना दे कि उसी असूल दे मुताबिक अपनी भी देखना पसंद करते हो ना से अफसोस होता है कि इन्ना नाल बह के इन्ना साथ दे के थोड़े मसीह मौदी डिफेंडिंग करके खलीफत मसीह दी डिफेंडिंग करके जेड़ा तरह तुसी कहना उधर लेके जाके ते गल पे आ बंदे दे उन्हें फिर भी कुछ नहीं किया कि तुसी इतनी गंदी सोच रखते हो मेरे से कहां से मन अफसोस होता है मेरा टाइम मुकम्मल है तुसी इन्हां गल करन दो जी गल है कि ये कोई गल नहीं सी हुई ਇਹਨੇ ਉੱਥੇ ਤਸਵੀਰ ਦਾ ਰੋਲਾ ਪਾਇਆ ਸੀ ਜਿਹੜੀ ਗੱਲ ਇਹਨੇ ਵਿੱਚ ਕੀਤੀ ਹੈ ਨਾ ਉਹ ਕੀ ਕਹਿੰਦੇ ਨੇ ਕੀ ਨਾ ਸੁਣੇ ਨਜਫ ਅਬਾਸ ਦਾ ਨਜਫ ਅਬਾਸ ਦੀ ਗੱਲ ਹੋਈ ਇਹ ਜਨਾਬ ਆ ਕੇ ਪੱਜ ਬਾਜ਼ੀ ਪਾਣ ਲੱਗ ਪਿਆ ਹੈ ਗੱਲ ਹੈ ਕਿ ਜੋ ਮੇਰੇ ਦਿਮਾਗ 'ਚ ਸੀ ਉਹ ਮੈਂ ਦੱਸਣਾ ਉਹ ਸਹੀ ਦੱਸਣਾ ਗਲਤ ਦੱਸਣਾ ਜਿੱਥੇ ਮੁਹੱਬਤਾਂ ਜਾਗੀਆਂ ਨਾ ਮੈਂ ਕਿਹਾ ਜਾ ਕੇ ਕਸਮ ਚੁਕਵਾ ਸੂ ਤੇ ਮੇਰੇ ਕੋਲ ਵੀ ਚੁਕਵਾ ਲਈ ਬਾਅਦ ਵਿੱਚ ਆਇਆ ਤੂੰ ਜੋ ਬੜੇ ਸਾਫ਼ ਜ਼ੇਨ ਦੱਸ ਹੈ ਤੂੰ ਉੱਥੇ ਲੱਗਿਆ ਸੀ ਕਿਹੜੀ ਤਸਵੀਰ ਲਾ ਜੀ ਫਿਰ ਮੈਂ ਵੀ ਤੁਹਾਨੂੰ ਪੁੱਛ ਲਿਆ ਕਿ ਗੋਟੇ ਵਾਲੀ ਲਾ ਫਲਾਣੀ ਲਾ ਕਿਹੜੀ ਲਾ ਮੈਂ ਵੀ ਜੇ ਤੂੰ ਐਡਾ ਨੇਕ ਨੀਅਤ ਹੁੰਦਾ ਨਾ ਤੂੰ ਪਹਿਲਾਂ ਤੇ ਸਬੂਤ ਲਾ ਕਿ ਮੈਂ ਤੈਨੂੰ ਆਪਣਾ ਫੇਸਬੁੱਕ ਨੰਬਰ ਦਿੱਤੀ ਸੀ ਆਈਡੀ ਮੇਰੇ ਕੋਲ ਸਬੂਤ ਹੈ ਕਿ ਤੂੰ ਆਖਿਆ ਜੀ ਤੈਨੂੰ ਜੇ ਨੈਟ ਨਾ ਯੂਜ਼ ਕਰਦਾ ਹੋਵੇ ਜਾਂ ਐਪ ਯੂਜ਼ ਨਹੀਂ ਨਾ ਕਰਨਾ ਉਹ ਤੇਰੇ ਅਲਫਾਜ਼ ਨੇ ਤੂੰ ਐਡਾ ਨੇਕ ਨਹੀਂ रहना तो खामोश हो जाओ टाइम मुकम्मल ਮੈਨੂੰ ਮਿਲਦਾ ਇੱਥੇ ਮੈਨੂੰ ਮਿਲਦਾ 313 ਮਰੀਨ ਭਾਈ ਮੈਨੂੰ 1 ਮਿੰਟ ਮਿਲਦਾ 1 ਮਿੰਟ ਤੋਂ 1 ਮਿੰਟ ਟਾਈਮ ਨਾਲ ਆਇਓ चलो ठीक है 1 मिनट ਤੁਸੀਂ ਗੱਲ ਕਰੋ ਫਿਰ ਮੈਂ ਨਾ ਗੱਲ ਇਹ ਵੇ ਕਿ ਦੋ ਚੀਜ਼ਾਂ ਕਲੀਅਰ ਹੋ ਗਈਆਂ ਨੇ ਠੀਕ ਹੈ ਨਾਸਰ ਬਰਸਾ ਤੁਹਾਡੇ ਵਾਸਤੇ ਵੀ ਤੇ 313 ਬਹਿਰੀਨ ਭਾਈ ਤੁਹਾਡੇ ਵਾਸਤੇ ਵੀ ਦੋ ਚੀਜ਼ਾਂ ਕਲੀਅਰ ਹੋ ਗਈਆਂ ਨੇ ਕਿ 313 ਬਹਿਰੀਨ ਭਾਈ ਨੇ ਨਾ ਕਿਤੇ ਤਸਵੀਰ ਲਾਉਣ ਦਾ ਸੋਚਿਆ ਨਾ ਉਹਨਾਂ ਨੇ ਲਾਣੀ ਹੈ ਨਾ ਉਹਨਾਂ ਨੇ ਕਿਸੇ ਨੂੰ ਦੇਣੀ ਹੈ ਠੀਕ ਹੈ ਉਹ ਜਿਹੜੀ ਗੱਲ ਕਰ ਰਹੇ ਨੇ ਸਿਰਫ ਔਰ ਸਿਰਫ ਤੁਹਾਨੂੰ ਹਾਈਪਰ ਕਰਨ ਵਾਸਤੇ ਕਰ ਰਹੇ ਨੇ ਇਹ ਉਹਨਾਂ ਦੇ ਅਲਫਾਜ਼ ਇੱਥੇ ਹੀ ਲਾਈਵ ਦੇ ਉੱਤੇ ਵੀ ਮੌਜੂਦ ਹੈ ਦੂਸਰੀ ਚੀਜ਼ ਨਾਸਰ ਭੱਟ ਸਾਹਿਬ ਨੇ ਕਿਹਨੂੰ ਆ ਜਿਹੜਾ ਦਿੱਤਾ ਹੈ ਕੀ ਉਹਨੂੰ ਆਖੀਦਾ ਹੈ ਫੇਸਬੁੱਕ ਉਹਦੀ ਵੀ ਗੱਲ ਜਿਹੜੀ 313 ਬਹਿਰੀਨ ਸਾਹਿਬ ਨੇ ਮੈਂ ਕਲੀਅਰ ਕਰ ਚੁੱਕਿਆ ਹਾਂ ਪਹਿਲਾਂ ਹੀ ਉਹ ਇਹੀ ਸੀ ਕਿ ਨਾ ਤੁਸੀਂ ਆਪਣਾ ਲਿੰਕ ਦਿੱਤਾ ਨਾ ਤੁਸੀਂ ਉਹਨਾਂ ਨੂੰ ਕੋਈ ਆਪਣੀ ਤਸਵੀਰ ਦਿੱਤੀ ਹੈ ਉਹ ਇੱਕ ਲਿੰਕ ਸ਼ੇਅਰ ਕਰਨ ਦੇ ਨਾਲ ਅਗਲੇ ਬੰਦੇ ਕੋਲ ਇੱਕ ਨਾਮ ਚਲਾ ਜਾਂਦਾ ਠੀਕ ਹੈ ਉਹ ਨਾਮ ਦੇ ਜ਼ਰੀਏ ਅੱਗੋਂ ਕਹਿ ਲਓ ਕਿ ਸਾਰੀ ਚੀਜ਼ ਫਾਲੋ ਹੋਈ ਹੈ ਉਹ ਗੱਲ ਤੇ ਕਲੀਅਰ ਹੋ ਗਈ ਨਾਸਰ ਭੱਟ ਸਾਹਿਬ ਉਹਦੇ 'ਚ ਤੁਸੀਂ ਬਿਲਕੁਲ ਠੀਕ ਹੋ ਸੱਚੇ ਹੋ ਇਹ ਉਹ ਵੀ ਮੰਨਦਾ ਹੈ ਲੇਕਿਨ ਉਹ ਆਂਦਾ ਪਿਆ ਕਿ ਮੈਂ ਇਹ ਵੀ ਨਹੀਂ ਚੋਰੀ ਕੀਤੀ ਹੈ ਤੇ ਗੱਲ ਉਹਦੀ ਵੀ ਠੀਕ ਹੈ ਕਿ ਗੱਲ ਉਹਨੇ ਵੀ ਕੋਈ ਚੋਰੀ ਨਹੀਂ ਕੀਤੀ ਚੋਰੀ ਕੀ ਹੁੰਦੀ ਹੈ ਮੈਂ ਦੱਸ ਇੱਕ ਮਿੰਟ 2 ਮਿੰਟ ਲਾਈ ਮੈਂ 112 ਚੋਰੀ ਇਹੀ ਹੁੰਦੀ ਹੈ ਕਿ ਇੱਕ ਬੰਦਾ ਜਿਹੜੇ ਭਰਾ ਤੂੰ ਮੈਨੂੰ ਇਮਤਿਆਜ਼ ਕਰੇ ਨਾ ਤੂੰ ਮੇਰਾ ਭਰਾ ਮੈਂ ਮੈਂ ਤੇਰੇ 1 ਮਿੰਟ ਮੁਕੰਮਲ ਹੈ ਜਨਾਬ ਮੈਨੂੰ ਗੱਲ ਕਰਨ ਦਿਓ ਇਹਨਾਂ ਨੇ ਮੈਨੂੰ ਯਾਰ ਇੱਕ ਮਸਲਾ ਹੱਲ ਕਰ ਲੈਂਦਾ ਤੁਸੀਂ ਇੱਕ ਮਿੰਟ ਤੁਸੀਂ ਮੈਨੂੰ ਜਾ ਸਕਦੇ ਹੋ ਇਹ ਨਹੀਂ ਕੈਸੀ ਇਹ ਸੁਣਦੇ ਨੇ ਬੋਲਦੇ ਨੇ ਐਸੇ ਸੁਣਦੇ ਰਹੋ ਮੈਨੂੰ ਮੌਕਾ ਦਿਓ ਮੈਂ ਗੱਲ ਕਰਨ ਡਿਆ ਬਹਿਰੀਨ ਸਾਹਿਬ ਮੈਂ ਅਗਰ ਤੁਹਾਡਾ ਇਹ ਮਾਮਲਾ ਹੱਲ ਕਰ ਦੇਣਾ ਵਾ ਨਾ ਆ ਜਿਹੜਾ ਫੇਸਬੁੱਕ ਦੇਣ ਵਾਲਾ ਠੀਕ ਹੈ ਇਹਨੂੰ ਹੋਣ ਦਿਓ ਕਿਉਂਕਿ ਤੁਹਾਡੇ ਦੋਨਾਂ ਦੇ ਵਿੱਚ ਤੁਸੀਂ ਦੋਨੋਂ ਸੱਚੇ ਹੋ
ਇਸ ਗੱਲ ਤੇ ਇਜਾਜ਼ਤ ਤਾਂ ਦਵੋ ਨਾ। ਮੈਂ ਸਾਬਿਤ ਕਰਨਾ ਕਿ ਇਹਨਾਂ ਨੇ ਯਾਰ ਖਤਮ ਨਹੀਂ ਹੋਈ ਇੰਨੀ ਗਾਲਾਂ ਦੇ ਯਾਰ ਇਹ ਐਡੀ ਵੱਡੀ ਗੱਲ ਨਹੀਂ, ਇਹਦੇ ਚ ਤੁਸੀਂ ਦੋਵੇਂ ਸੱਚੇ ਹੀ ਰਹਿਣਾ। ਮੈਂ ਰੋਲਾ ਪਾ ਦੇਣਾ ਤੇ ਉਂਝ ਮੈਨੂੰ ਕਹਿਣ ਲੱਗਿਆ ਸੀ ਕਿ ਇਹਨੂੰ ਜੀ ਚੁੱਪ ਕਰ ਯਾਰ 313 ਬਰੀਨ ਭਾਈ ਨਾਸਰ ਬਾਟ ਸਾਹਿਬ, ਤੁਸੀਂ ਦੋਨੋਂ ਬੰਦੇ ਇਸ ਗੱਲ ਤੇ ਠੀਕ ਹੀ ਰਹੋਗੇ ਤੇ ਤੁਹਾਨੂੰ ਇਸ ਗੱਲ ਨੂੰ ਨਾ ਮੈਨੂੰ ਠੀਕ ਮੈਂ ਕਹਿੰਦਾ ਪਿਆ ਕਿ ਇਹਦਾ ਫਾਇਦਾ ਕੋਈ ਨਹੀਂ, ਤੁਸੀਂ ਦੋਨੋਂ ਹੀ ਠੀਕ ਰਹਿਣਾ। ਤੁਸੀਂ ਦੋਨੋਂ ਵੀ ਵੇਖ ਲਿਓ ਭਾਵੇਂ ਜਿੰਨੀ ਮਰਜ਼ੀ ਪਹੁੰਚਾ ਕੇ। ਤੂੰ ਯਾਰ ਇੱਕ ਮਿੰਟ ਅੱਛਾ ਜੀ ਬਿਸਮਿਲ੍ਲਾ ਕਰ ਲਓ। ਗੱਲ ਛੋਟੀ ਹੈ, ਜੇ ਤੂੰ ਮੈਨੂੰ ਕਹਿੰਦਾ ਭਰਾ ਇੱਕ ਫੋਟੋ ਮੈਨੂੰ ਦਿੱਤੀ ਹੈ ਮਨਕਾਰ ਨੇ, ਉਹਦੇ ਤੂੰ ਜੇ ਮੈਂ ਉਂਗਲੀ ਚੁੱਕਾ ਨਾ ਕਿ ਫਿਰ ਝੂਠ ਮਾਰਨ ਲੱਗੇ ਨੇ, 3 ਦਿੱਤੀਆਂ ਨੇ ਫਿਰ ਝੂਠ ਮਾਰਨ ਲੱਗੇ ਨੇ। ਕਿਹੜੀ ਹੁਣ ਮੈਂ ਫਿਰ ਕਿੰਨਾ ਫਿਰ ਚੀਕਾਂ ਮਾਰਨਾ, ਠੀਕ ਹੈ ਨਾ? ਨਹੀਂ ਮੈਂ ਹੁਣ ਚੀਕਾਂ ਮਾਰਨਾ ਮੈਂ ਕਿਉਂ ਠੀਕ ਹੈ। ਉਹ ਖਲੋ ਜਾਣਾ ਬੰਦੇ ਤਾਂ ਆਪਣੇ ਦਿਮਾਗ ਤੇ ਖਲਲ ਹੋਏ। ਚਲੋ 3 ਦੇ ਦਿੱਤੀਆਂ ਫੇਰ ਵੀ ਕੀ ਹੋ ਗਿਆ? ਮੇਰੇ ਗੱਲ ਸੁਣੋ ਯਾਰ ਇਹ ਅੱਛੀ ਗੱਲ ਹੋ ਰਹੀ ਆ, ਲੜਾਈ ਮੇਰੇ ਨਾਲ ਇੱਕ ਮਿੰਟ ਬਾਤ ਸਾਹਿਬ ਯਾਰ ਜ਼ਬਾਨ ਇਸਤੇਮਾਲ ਸਹੀ ਕਰਨਾ, ਸਿਰ ਚੀਕਾਂ ਮਾਰ ਰਹੇ ਆਰਾਮ ਨਾਲ ਪਿਆਰ ਕਿਹਾ ਸੀ ਇੱਕ ਬੰਦਾ ਮੂੰਹ ਤੇ ਝੂਠ ਮਾਰਨ ਲੱਗਾ। ਇਹਨੇ ਨਹੀਂ ਵੀ ਜੇ ਯਾਰ ਪਿਆਰ ਨਾਲ ਦੇਖ ਕੇ ਕਹਿ ਰਿਹਾ ਮੈਂ ਇੱਕ ਦਿੱਤੀ। 313 ਬਰੀਨ ਭਾਈ, ਜੇ ਤੁਸੀਂ ਚਾਹੁੰਦੇ ਹੋ ਗੱਲ ਨੂੰ ਪਿਆਰ ਨਾਲ ਪਸੰਦ ਕਰਨੀ ਤੇ ਮੈਂ ਯਕੀਨ ਮੰਨੋ ਯਾਰ ਮੇਰੀ ਗੱਲ ਕਰ ਲੈ ਜੀ ਬਿਸਮਿਲ੍ਲਾ। ਵਾਲਦ ਸਾਹਿਬ ਦੀ ਫੋਟੋ ਕਿਹਨੇ ਚੋਰੀ ਕੀਤੀ? ਫਿਰ ਚੋਰੀ ਕੀਤੀ। ਵਾਲਦ ਸਾਹਿਬ ਦੀ ਚੋਰੀ ਕਿਹਨੇ ਕੀਤੀ? ਮੈਂ ਕੀਤੀ ਸੀ। ਮਿੰਟ ਸੁਣ ਲਵੋਗੇ ਸਵਾਲ? ਮੈਂ ਇਹ ਮੇਰੀ ਗੱਲ ਪੂਰੀ ਨਹੀਂ, ਇਹਨਾਂ ਦੀ ਗੱਲ ਕੰਪਲੀਟ ਕਰਕੇ ਨਾ 313 ਬਰੀਨ ਭਾਈ 3 ਮਿੰਟ ਲਾ ਦਿਓ। ਤਨਜ਼ੀਲਾ ਬਾਜੀ 6 ਮਿੰਟ ਲਾ ਦਿਓ। ਉਹ ਬੋਲੀ ਜਾ ਆਂਦਿਆਂ ਕੀ ਕਿਹਾ ਸੀ ਯਾਰ? ਗੱਲ ਕਰ ਲੈਂਦੇ ਗੱਲ ਸੁਣ ਲੈਣਗੇ ਜੀ, ਪੂਰੀ ਗੱਲ ਸੁਣ ਲੈਣਗੇ ਤੇ ਰੋਲਾ ਚੀਕਾਂ ਕੌਣ ਮਾਰਨ ਗਿਆ ਉਸ ਵੇਲੇ? ਕੋਈ ਨਹੀਂ ਨਾਸਰ ਬਾਟ ਸਾਹਿਬ ਤੁਸੀਂ ਗੱਲ ਕਰੋ, ਉਸ ਤੋਂ ਬਾਅਦ 3 ਮਿੰਟ ਲਾਇਓ ਇਹਨਾਂ ਦੇ 313 ਬਰੀਨ ਭਾਈ ਦੇ। ਅੱਛਾ ਫਿਰ ਬੰਦੇ ਉਸ ਨਾਲ ਖਲੋ ਕੇ ਜੀ ਗੈਰਤ ਵਿਖਾਣ ਲੱਗਿਆ ਕਿ ਜਿਹਦੇ ਨਾਲ ਸਾਡੇ ਨਾਲ ਬਹਿ ਕੇ ਜਿਹਨੂੰ ਤੰਜ਼ ਕਰਦਾ ਹੁੰਦਾ ਸੀ, ਗੱਲਾਂ ਕਰਦਾ ਹੁੰਦਾ ਸੀ, ਜੇ ਤੁਹਾਡੀਆਂ ਵੀ ਇੰਜ ਕਰੋ। ਮੈਂ 2 ਦਿਹਾੜੇ ਚੁੱਪ ਕਰਕੇ ਵੇਖਦਾ ਰਿਹਾ। ਉਸ ਤੋਂ ਬਾਅਦ ਲੈ ਕੇ ਰਿਪੋਰਟ ਮੇਰੇ ਕੋਲ ਵੀ ਪਈਆਂ ਨੇ। ਅਗਰ ਇਹਨੇ ਨਾ ਕੀਤੀ ਹੁੰਦੀ ਨਾ ਗੱਲ, ਤਾਂ ਖੁਦਾ ਦੀ ਕਸਮ ਮੈਂ ਵੀ ਨਹੀਂ ਸੀ ਕਰਨੀ। ਇਹਨੇ ਮਾਈਕ ਤੇ ਜਾ ਕੇ ਲੋਕਾਂ ਉਹਨੇ ਮੈਨੂੰ ਇਹਨੇ ਧਮਕੀ ਦਿੱਤੀ ਹੈ ਕਿ ਮੇਰੇ ਕੋਲ ਜਨਾਬ ਮੈਂ ਵੀ ਕਰਾਂਗਾ ਤੇ ਜੇ ਤੂੰ ਅੱਡਾ ਚੰਗਾ ਸੀ ਨਾ ਤੇ ਤੇਰੇ ਕੋਲ ਹੈ ਸੀ ਨਾ ਤਾਂ ਤੈਨੂੰ ਬੋਲਣੇ ਨਹੀਂ ਸੀ ਚਾਹੀਦਾ। ਤੂੰ ਤੇ ਜਾ ਕੇ ਡੰਡ ਪਾ ਲੱਗ ਪਿਆ। ਤੇਰੇ ਫਿਰ ਉਸਤਾਦ ਆ ਜਿਹੜੇ ਕੱਲ ਦੇ ਦੁਸ਼ਮਣ ਅੱਜ ਦੇ ਦੋਸਤ, ਉਹਨਾਂ ਨੇ ਵੀ ਸੁਣਾਈਆਂ। ਇਹ ਥੱਲੇ ਨਜਫ ਅਬਾਸ ਆ ਗਿਆ, ਇਹਨੇ ਵੀ ਉਹ ਗੱਲਾਂ ਸੁਣਾਈਆਂ। ਚੱਲ ਹੁਣ ਗੱਲ ਬਾਕੀ ਮਿੰਟ ਛੱਡਣਾ, ਗੱਲ ਕਰੋ ਜੀ। ਇਹਨਾਂ ਟਾਈਮ ਲਾ ਦਿਓ 313 ਬਰੀਨ ਭਾਈ, ਤੁਸੀਂ ਪਿਆਰ ਮੁਹੱਬਤ ਨਾਲ ਸਕੂਨ ਨਾਲ ਗੱਲ ਕਰੋ। ਤੁਸੀਂ ਪੁਰਾਣੇ ਦੋਸਤ ਹੋ, ਲਾਓ 313 ਬਰੀਨ ਭਾਈ ਦਾ ਬਾਜੀ ਲਾਇਓ, ਤਨਜ਼ੀਲਾ ਬਾਜੀ ਲਾਇਓ, ਇਹਨਾਂ ਦਾ ਟਾਈਮ ਲਾਇਓ। ਮੈਂ ਨਹੀਂ ਜੀ ਲਾ ਸਕਦਾ ਹੁਣ, ਮੇਰੇ ਹੱਥ ਮਸਰੂਫ ਨੇ ਜੀ। ਬਰੀਨ ਭਾਈ ਕਰੋ ਗੱਲਬਾਤ, ਬਿਸਮਿਲ੍ਲਾ ਕਰੋ ਤੇ ਜੇ ਗੱਲ ਮੁਕਾਓ ਵਿੱਚੋਂ ਤੁਸੀਂ ਦੋਵੇਂ ਹਰ ਚੀਜ਼ ਦੇ ਉੱਤੇ ਤੁਸੀਂ ਦੋਵੇਂ ਸੱਚੇ ਸਾਬਤ ਹੋ ਰਹੇ ਹੋ, ਦੋਨੋਂ ਹੀ ਸੱਚੇ ਸਾਬਤ ਹੋ ਰਹੇ ਹੋ। ਸਿਰਫ ਕੀ ਹੈ ਕਿ ਮਾੜੀ ਜੀ ਗਲਤ ਫਹਿਮੀਆਂ ਨੇ। ਹੋ ਗਿਆ ਹੁਣ ਮੈਂ ਕੀ ਕਹਿੰਦਾ, ਮੈਂ ਥੋੜਾ ਜਿਹਾ ਬਿਜ਼ੀ ਹੋ ਗਿਆ, ਮੈਂ ਆਪਣਾ ਫੋਨ ਲੈਣ ਗਿਆ ਸਾਂ ਦੂਸਰਾ। ਜੀ ਬਿਸਮਿਲ੍ਲਾ। ਜੋ ਇੱਕ ਤੇ ਪਹਿਲੇ ਗੱਲ ਇਹਨਾਂ ਨੇ ਜਿਹੜਾ ਇਲਜ਼ਾਮ ਲਾਇਆ ਜਨਾਬ ਕਿ ਇਹਨਾਂ ਨੇ ਮੈਨੂੰ ਫੇਸਬੁੱਕ ਆਈਡੀ ਨਹੀਂ ਦਿੱਤੀ। ਮੈਂ ਹੁਣ ਇਜਾਜ਼ਤ ਦੇਣ ਮੈਂ ਕੈਮਰੇ ਦੇ ਸਾਹਮਣੇ ਉਹ ਲਿੰਕ ਖੋਲਣਾ ਔਰ ਆਈਡੀ ਦਾ ਇਹਨਾਂ ਦਾ ਨਾਂ ਸ਼ੋ ਹੋਏਗਾ, ਉਹ ਥੱਲੇ ਵੀ ਫੋਟੋ ਲੱਗੀ ਹੈ। ਕੋਈ ਫੋਟੋ ਫੜੇਗਾ ਲਏਗਾ, ਇਹ ਜ਼ਿੰਮੇਦਾਰ ਹੋਣਗੇ, ਠੀਕ ਹੈ? ਮੈਂ ਹੁਣੇ ਤੁਹਾਨੂੰ ਖੋਲ ਕੇ ਵਿਖਾ ਦੇਣਾ ਕਿ ਇਹਨਾਂ ਨੇ ਮੈਨੂੰ ਫੇਸਬੁੱਕ ਦਾ ਲਿੰਕ ਕਰ ਦਿਆ। ਮੈਂ ਤਾਂ ਸਿੱਖਿਆ ਕਿ ਜਿਹਨੂੰ ਬੰਦੇ ਨੂੰ ਨਾ ਇਸਤੇਮਾਲ ਕਰਨੇ ਆਉਂਦੇ ਹੋਏ ਤੇ ਠੀਕ ਹੋ ਗਿਆ, ਫਿਰ ਮੰਨਣ ਕਿ ਇਹਨਾਂ ਨੇ ਆਪ ਦਿੱਤੀ ਹੈ। ਫਿਰ ਮੈਂ ਇਹਨੂੰ ਗੱਲ ਕਰਨ ਡਿਆ ਕਿ ਤੁਸੀਂ ਇਹਦੇ ਤੇ ਸੱਚੇ ਸਾਬਤ ਹੋ ਰਹੇ ਹੋ। ਇਸ ਗੱਲ ਨੂੰ ਬਾਰ-ਬਾਰ ਕੀ ਗੱਲ ਕਰਦਾ ਪਤਾ ਨਹੀਂ ਨਾ। ਠੀਕ ਹੋ ਗਿਆ, ਖਤਮ ਆਇਆ, ਤੁਸੀਂ ਸੱਚੇ ਸਾਬਤ ਹੋ ਰਹੇ ਹੋ। 2 ਮਿੰਟ ਖਲੋ ਜਾਓ। ਤੀਸਰੇ ਦਿਨ ਜਦੋਂ ਮੈਂ ਬਰਾੜ ਲਾਈ ਹੈ, ਮੈਂ ਇਹਨਾਂ ਦੇ ਨਾਲ ਗੱਲ ਨਹੀਂ ਕੀਤੀ ਕੋਈ ਵੀ ਫੋਟੋ ਨਹੀਂ, ਠੀਕ ਹੈ? ਇਹਨਾਂ ਨੇ ਆਪ ਆ ਕੇ ਮੈਨੂੰ ਮੈਸੇਜ ਕੀਤਾ। 1 ਮਿੰਟ ਖਲੋ ਜਾਓ, ਬਸ ਮੈਂ ਮੈਸੇਜ ਚਲਾਣਾ ਤੇ ਤੁਹਾਨੂੰ ਕਲੀਅਰ ਹੋ ਜਾਏਗਾ। 15 ਤਾਰੀਖ ਨੂੰ ਤੇਰੇ ਕੋਲ ਹੁਣ ਮੌਕਾ ਹੈ। ਇਹ ਦੇਖੋ 15 ਤਾਰੀਖ ਨੂੰ ਆ ਕੇ 1:37 ਦੇ ਬਰੀਨ ਦੇ ਟਾਈਮ ਦੇ ਮੁਤਾਬਿਕ ਇਹਨਾਂ ਨੇ ਕੀ ਕਿਹਾ, ਮੈਂ ਕੋਈ ਵੀ ਉਸ ਤੋਂ ਪਹਿਲੇ ਪਿਛਲੇ ਦਿਨ ਗੱਲ ਹੋਈ ਜੁਮੇ ਦੇ ਦਿਨ, ਆਪ ਆ ਕੇ ਇਹਨਾਂ ਨੇ ਇੰਨਾ ਗੰਦਾ, ਇਹ ਸਭ ਤੋਂ ਜ਼ਿਆਦਾ ਤਕਲੀਫ ਦੇ ਮੈਸੇਜ ਮੇਰੇ ਸੇ। ਤੇਰੇ ਕੋਲ ਹੁਣ ਮੌਕਾ ਹੈ, ਜੇ ਸਾਰੇ ਕੰਮ ਕਰ ਬੈਠਾ ਨਾ ਤੂੰ ਕਹਿੰਦਾ ਸਰ ਮੇਰੇ ਤੇ ਇਤਬਾਰ ਨਹੀਂ ਕਰਦੇ। ਉਹ ਜਿਹੜੀਆਂ ਚੀਜ਼ਾਂ ਤੂੰ ਆਪਣੀ ਸੇਵ ਕਰਕੇ ਰੱਖੀ ਹੈ ਨਾ ਮੇਰੀਆਂ, ਅਮਰਜੀਤ ਨੂੰ ਦੇ ਦੇ। ਇਸ ਵਾਸਤੇ ਮੈਂ ਤੈਨੂੰ ਕਹਿੰਦਾ ਸਰ ਤੇਰੇ ਤੇ ਮੈਨੂੰ ਇਤਬਾਰ ਨਹੀਂ,
ਇੱਥੇ ਮੇਰਾ ਮੀਟਰ ਫਿਰਿਆ ਯਾਰ, ਮੈਂ ਕਿਹੜਾ ਕੋਈ ਗਲਤ ਕੰਮ ਕੀਤਾ ਹੈ? ਠੀਕ ਹੈ ਅੱਗੋਂ। और उस दिन आए ना, मैं कहना कि पूरी बराड़ मैं मौजूद हाँ, अगर मैं वे तो ਮੈਨੂੰ नहीं पता, लेकिन मैं मौजूद हाँ। ਹੁਣ ਜਿੰਨੇ ਵੀ ਤੁਹਾਡੇ ਮਿਰਜ਼ਾ ਸਾਹਿਬ ਨੂੰ ਫਲਾਣੀ ਢਿੰਗੜੀ ਦੇਣ ਵਾਲੇ ਨੇ ਆਰਾਮ ਸਕੂਨ ਨਾਲ ਲਾ ਕੇ ਗੁਫ਼ਤਗੂ ਕੀਤੀ ਹੈ, ਤੇ ਇਹ ਜਨਾਬ ਮੌਸੂਫ ਕੀ ਕਹਿ ਰਹੇ ਨੇ ਅੱਗੋਂ? ਬੜੀ ਦੇਰ ਕੀ ਮਿਹਰਬਾਨ ਤੇ ਆਤੇ ਹੁਣ ਬਹਿ ਕੇ ਸੁਣੋ ਦੀਆਂ, ਜਿਹੜਾ ਤੂੰ ਬੜਾ ਪੱਠੇ ਨਾ ਕਿ ਮੈਂ ਜਿਹਦਾ ਨਹੀਂ ਕੰਮ ਕਰਾਂਗਾ, ਬਹਿ ਕੇ ਸੁਣ। ਅਲੀ ਅਕਬਰ ਨੇ ਸਹੀ ਕਿਹਾ ਸੀ, ਜਿਹੜਾ ਇਤਰਾਜ਼ ਕਰਦਾ ਇਤਰਾਜ਼ ਕਲੀਅਰ ਕਰਕੇ ਕਰੇ, ਕਿਉਂ ਕੁੱਤੇ ਹਰ ਭੰਗੜ ਸ਼ੁਰੂ ਹੋ ਗਿਆ ਉਹਦਾ ਉਹ ਨਹੀਂ ਭੋਗਿਆ, ਤੂੰ ਭੁਗਵਾਇਆ। ਇੱਥੇ ਮੀਟਰ ਫਿਰਿਆ ਯਾਰ, ਇਹ ਕਿਹੜੀ ਕੋਈ ਮੈਂ ਗਲਤੀ ਕਰ ਛੜੀ ਹੈ? ਅਗਰ ਤੁਸੀਂ ਲੋਕ ਨਹੀਂ ਬਾਜ਼ ਆ ਰਹੇ ਇਸ ਕੰਮ ਤੋਂ, ਮੈਂ ਆਪ ਤੁਹਾਡੇ ਤੋਂ ਦੂਰ ਹੋ ਗਿਆ ਤੇ ਤੁਸੀਂ ਮੇਰੇ ਉੱਤੇ ਗੰਦ ਸੁੱਟਣਾ ਸ਼ੁਰੂ ਕਰ ਦਿੱਤਾ। ਤੀਸਰੇ ਦਿਨ ਵਾਲੀ ਬਰਾੜ ਲੱਗੀ ਹੈ, ਉਸ ਤੋਂ ਥੱਲੇ ਲੈ ਮੈਂ ਤੇ ਗੱਲ ਵੀ ਨਹੀਂ ਕੀਤੀ ਐਡਰੈਸ ਦੀ, और तू एड्रेस पूछना करना है, आप तो लोग के बैठे हैं। मैं कोई तौबा इस्तग़फ़ार किसी का रिश्ता लेना सी ਉੱਥੇ ਐਡਰੈਸ ਲਾ ਕੇ? ਤੁਹਾਡੀ ਕੋਈ ਇਮਾਨਤ ਸੀ, ਤੁਸੀਂ ਆਪਣੀ ਮਰਜ਼ੀ ਨਾਲ ਕੋਈ ਸ਼ੈ ਬਣਵਾਈ ਸੀ, ਆਪਣੇ ਆਪ ਨੂੰ ਆਪ ਨੰਗਾ ਕੀਤਾ ਤੁਸੀਂ ਕਿ ਤੁਹਾਡਾ ਐਡਰੈਸ ਮੇਰੇ ਕੋਲ ਹੈ। ਉਹ ਵੀ ਅਗਲੇ ਦਿਨ ਆ ਕੇ ਕੈਂਸਲ ਕੀਤਾ, ਮੈਂ ਕਿ ਉਹ ਬੰਦਾ ਉੱਥੇ ਆਇਆ ਨਹੀਂ, ਉਹਨੇ ਨਹੀਂ ਲੈਣਾ, ਵਾਪਸ ਕਰੋ। ਮਰਜ਼ੀ ਨਾਲ ਤੁਸੀਂ ਕੋਈ ਆਪਣੀ ਛਾਪ ਬਣਾਈ, ਤੁਸੀਂ ਇੰਨਾ ਹਿਆ ਨਹੀਂ ਕੀਤਾ ਕਿ ਮਾਈਕ ਤੇ ਆਪ ਦੱਸਣ ਲੱਗੇ ਕਿ ਇਹਦੇ ਕੋਲ ਮੇਰਾ ਐਡਰੈਸ ਹੈ। ਮੈਂ ਤੇ ਸੋਸ਼ਲ ਮੀਡੀਆ ਦੀ ਕਿਸੇ ਐਪਲੀਕੇਸ਼ਨ ਦਾ ਨਾਮ ਨਹੀਂ ਲਿੱਤਾ, ਤੁਸੀਂ ਆਪ ਨੰਗੇ ਹੋ ਕੇ ਦੱਸਿਆ ਮੇਰੇ ਫੇਸਬੁੱਕ 'ਚ ਵੜਿਆ ਤੇ ਚੋਰੀ ਕੀਤੀਆਂ ਨੇ। ਸ਼ਰਮ ਆਉਂਦੀ, ਥੋੜੀ ਸ਼ਰਮ ਆਉਂਦੀ, ਥੋੜੀ ਹਿਆ ਹੁੰਦੀ। ਤੈਨੂੰ ਮੈਂ ਦੱਸਣਾ ਹੋ ਗਈ ਜੀ। ਲੋ ਜੀ, ਇਹ ਜਿਹੜੀਆਂ ਗੱਲਾਂ ਰਿਕਾਰਡਿੰਗ ਸੁਣਾਉਣ ਲੱਗੇ ਆ ਨਾ, ਬਕੂਲ ਦੇ ਨਵੇਂ ਦੋਸਤ ਦੇ ਅੱਗ ਪਿਛੜਦੀਆਂ। ਇਹਨੇ ਕੀ ਕਿਹਾ, ਇਹਨੂੰ ਮੈਂ ਇੱਕ ਵਾਰੀ ਬੈਠਿਆ ਆਰਾਮ ਨਾਲ ਪੁੱਛਿਆ, ਮੈਂ ਕਿਹਾ ਜਿਹੜਾ ਤੂੰ ਕਮਰਾ ਖੋਲੇ ਆ ਅੱਧੇ ਚ ਮੈਂ ਅਮਰਜੀਤ ਨੂੰ ਤੇ ਨਜਫ ਨੂੰ ਤਾਂ ਬਹਿਣ ਦਾਂਗਾ। ਕਹਿੰਦਾ ਨਹੀਂ। ਮੈਂ ਕਿਹਾ ਉਹ ਮੈਨੂੰ ਬਹਿਣ ਦੇਣਗੇ? ਕਹਿੰਦਾ ਨਹੀਂ। ਤੇ ਮੈਂ ਕਿਹਾ ਗੱਲ ਕੀ ਕਰਵਾਉਣੀ ਹੈ? ਦੂਸਰਾ ਜਿਹੜੀਆਂ ਗੱਲਾਂ ਕਰਨ ਲੱਗੇ ਨਾ, ਤੇ ਮੈਂ ਕਿਹਾ ਜਿੱਥੇ ਤੱਕ ਇਹ ਕਰਨ ਲੱਗੇ ਆ ਤੇ ਬੰਦਾ ਕਹਿੰਦਾ ਨਹੀਂ ਤੂੰ ਇਹ ਵੀ ਕਰ ਲੈ। ਤੈਨੂੰ ਮੈਂ ਸਵਾਲ ਮੇਰੇ ਕੋਲ ਹੈ ਕਿ ਜਿਹੜਾ ਤੂੰ ਮੇਰੇ ਲਾ ਕੇ ਉੱਥੇ ਬੈਠਿਆ, ਫੋਟੋ ਤੂੰ ਚੋਰੀ ਕੀਤੀ, ਤੂੰ ਮੇਰੇ ਐਪ ਵਿੱਚ ਗਿਆ, ਮੇਰੇ ਕੋਲ ਪਰਮਿਸ਼ਨ ਲਈ ਕਿ WhatsApp ਮੈਂ ਕੈਪਚਰ ਕਰਨ ਲਿਆ ਫੋਟੋਆਂ, ਮੇਰੇ ਕੋਲ ਪਰਮਿਸ਼ਨ ਲਈ ਸੀ ਤੂੰ? ਦੂਸਰਾ ਮੈਨੂੰ ਦੱਸ, ਤੂੰ ਜਾਂਦਿਆ ਤੇਰਾ ਕਿਹੜਾ ਐਡਾ ਹੋ ਗਿਆ, ਸਿਰ ਖੁੱਲ ਗਿਆ ਕਿ ਤੂੰ ਜਾ ਕੇ 2 ਦਿਹਾੜੇ ਬਾਅਦ ਜਨਾਬ ਤੇਰੇ ਨਕਸ਼ੇ ਬਦਲੇ ਨੇ? ਉਹ ਤੂੰ ਦੱਸਣਾ। ਜਿਹੜਾ ਅਮਰ ਨਜ਼ੀਰ ਨੇ ਸਵਾਲ ਕੀਤਾ ਸੀ ਨਾ ਉਹਦੇ ਕੋਲੋਂ, ਕਿ ਗੱਲ ਕਹੀ ਸੀ ਇਹਨੂੰ ਮੁਹੰਮਦ ਅਹਿਮਦ ਨੂੰ, ਜਿਹੜੇ ਉਹਨੇ ਕਿਹਾ ਸੀ ਕਿ ਤੁਸੀਂ ਵੀ ਤਾਂ ਬਜ਼ੁਰਗਾਂ ਦੀ ਤੁਹਾਡੇ ਤੇਰੇ ਸਬਰ ਹੈ, ਤੂੰ ਆਂਦੇ ਕਿ ਇਹਨਾਂ ਨੂੰ ਕਿਹੋ ਜਿਹੀ ਗੱਲ ਸੁਣ ਲੈਣਗੇ, ਪੂਰੀ ਆਰਾਮ ਨਾਲ ਸੁਣ ਲੈਣਗੇ ਆਪਣੇ ਕੋਲ। ਤੇਰੇ ਯਾਰ ਮੈਂ ਫਿਰ ਗੱਲ ਕਰਾਂਗਾ ਨਾ 3 ਮਿੰਟ 4 ਮਿੰਟ ਤੁਸੀਂ ਬੋਲੇ, 4 ਮਿੰਟ ਮਨੋਂ ਮਿਲ ਗਏ, ਫਿਰ ਤੁਸੀਂ ਖਾਮੋਸ਼ ਕਰਾ ਸਕਦੇ। ਬਰਾੜ ਅਗਰ ਮੈਂ ਲਾ ਹੀ ਲਈ, ਤੁਸੀਂ ਨਹੀਂ ਬਾਜ਼ ਆ ਰਹੇ ਉਸ ਟਾਈਮ ਤੋਂ ਸਾਰੇ ਲੱਗੇ ਰਹੋ, ਮੈਨੂੰ ਕੋਈ ਤੁਹਾਡੇ ਤੇ ਕਸੂਰ ਨਹੀਂ। ਅਫਸੋਸ ਉੱਥੇ ਹੋਇਆ ਜਿੱਥੇ ਤੁਸੀਂ WhatsApp ਨਾਲ ਲੈਣੇ ਨਾ ਦੇਣੇ, ਪਹਿਲੇ ਦਿਨ ਤੁਸੀਂ ਜਿਹੜੇ ਸਾਰੇ ਕੰਮ ਕਰ ਬੈਠੇ ਤੇ ਇਹ ਵੀ ਕਰਦੇ। ਹੁਣ ਅਫਸੋਸ ਤਾਂ ਹੋਇਆ ਕਿ ਮੈਂ ਫੇਸਬੁੱਕ ਚੋਰੀ ਕੀਤੀ, ਆਪਣੀ ਪ੍ਰੋਫਾਈਲ ਆਪ ਸ਼ੇਅਰ ਕੀਤੀ, ਆਪਣੀ ਪ੍ਰੋਫਾਈਲ ਤੇ ਤਸਵੀਰ ਆਪ ਅੱਜ ਤੱਕ ਮੈਂ ਕੋਈ ਕੈਪਚਰ ਹੀ ਨਹੀਂ ਕੀਤੀ, ਖਾਲੀ ਬਸ ਵੇਖੀ ਸੀ। ਹਾਂ ਤੁਹਾਡੇ ਵਾਲਿਦ ਸਾਹਿਬ ਦੀ ਕਨਸਲ ਕੀਤੀ ਸੀ, ਮੈਂ ਕਿਹਾ ਵਾਲਿਦ ਸਾਹਿਬ ਨੇ ਤੁਹਾਡੇ, ਠੀਕ ਹੈ, ਉਹਦੇ ਅੰਦਰ ਕੋਈ ਗਲਤ ਨੀਅਤ ਨਹੀਂ ਹੈ ਸੀ। ਉਹ ਦੂਸਰੀ ਫੋਟੋ ਤੁਹਾਡੇ ਅੱਜ ਤੱਕ ਮੇਰੇ ਕੋਲ ਕੋਈ ਵੀ ਨਹੀਂ ਹੈ। ਮੈਂ ਕਿਉਂ ਕੈਪਚਰ ਕਰਨੀ ਸੀ? ਕੈਪਚਰ ਤੇ ਤਾਂ ਕਰਨੀ ਹੁੰਦੀ ਅਗਰ ਮੈਂ ਇਹੋ ਜਿਹੀ ਹਰਾਮਜ਼ਾਦਗੀ ਕਰਨੀ ਹੁੰਦੀ ਜਿਹੜੀਆਂ ਤੁਸੀਂ ਆਪ ਘਲੀਆਂ ਨੇ। ਮੈਂ ਤੇ ਉਸੇ ਦਿਨ ਜਿਹੜਾ ਉਹਨੂੰ ਅਮਰ ਨਜ਼ਰ ਦੇ ਸਕਦਾ ਕਿ ਲਾਓ ਇਹਨੂੰ, ਲੇਕਿਨ ਤੁਹਾਡੇ ਦਿਮਾਗ ਦੇ ਅੰਦਰ ਅਗਰ ਗਲਾਜ਼ਤ ਹੈ ਸੀ, ਤੁਸੀਂ ਉਹ ਬਾਹਰ ਕੱਢ ਛੜੀ, ਉਲਟੀ ਕਰ ਛੜੀ। ਬੜੀ ਮਿਹਰਬਾਨੀ ਜੀ, ਸਾਰੇ ਤੁਸੀਂ ਲੱਗੇ ਨੇੜੇ ਉਹਨੇ ਲੱਗਦੇ ਤੁਹਾਡੇ, ਹੁਣ ਬੈਠੇ ਰਹੋ ਉੱਥੇ, ਟਾਈਮ ਕੰਮ ਲਾ ਨੂੰ ਬੋਲਣ ਦਿਓ। ਬੋਲੋ ਉਹਨਾਂ ਨੂੰ ਕਹੋ ਮਿਊਟ ਪੜ ਲਓ, WhatsApp ਮਿਊਟ ਖੋਲ ਲਓ ਆਪਣਾ WhatsApp। ਮੈਂ ਕਿਹਾ ਹੋਰ ਵੀ ਦੋਸਤ ਨੇ, ਉਹ ਵੀ ਮੇਰੇ ਫੇਸਬੁੱਕ ਤੇ ਨੇ, ਉਹਨਾਂ ਤੇ ਫੋਟੋਆਂ ਕਾਪੀ ਨਹੀਂ ਕੀਤੀਆਂ। ਤੂੰ ਤੇ ਬਚਪਨ ਦੀ ਵੀ ਕੀਤੀ, ਮੇਰੇ ਵਾਲਿਦ ਸਾਹਿਬ ਦੀ ਵੀ ਕੀਤੀ, ਤੂੰ ਕਿਉਂ ਕੀਤੀ? ਸਿਰਫ ਇੰਨੀ ਗੱਲ ਹੈ, ਤੂੰ ਕਿਉਂ ਕੀਤੀ? 35 ਸੈਕਿੰਡ ਰਹਿੰਦੇ ਨੇ, ਹੋਰ ਤਕਰੀਰ ਕਰ ਲਓ, ਕੋਈ ਕਰਨੀ ਹੈ ਤੇ ਮੇਰੇ ਨਾਲ ਨਾ ਕਰੀ, ਫਿਰ ਮੇਰੀਆਂ ਸਿੱਖੀਆਂ ਤੈਨੂੰ ਬੜੀਆਂ ਚੁੱਭਦੀਆਂ ਨੇ। ਜਨਾਬ ਤੁਸੀਂ ਦੇ ਚੁੱਕੇ ਹੋ, ਹੋਰ ਵੀ ਦੇ ਲਓ, ਤੁਸੀਂ ਮੁਕੰਮਲ ਕਰਨੀ ਹੈ ਜਾਂ ਨਹੀਂ ਕਰਨੀ ਆਪ ਬੋਲੇ। ਮੈਨੂੰ ਸਿਰਫ ਇਹ ਦੱਸ ਕਿ ਤੂੰ ਮੇਰੀ ਟਾਈਮਿੰਗ ਲਾ ਤਾਂ ਮੈਂ ਦੇਣਾ ਚਾਹਾਂ, ਮੈਂ ਤੁਹਾਨੂੰ ਜਵਾਬ ਦੇਣਾ। ਹਾਂਜੀ ਠੀਕ ਹੋ ਗਿਆ। ਕਿਉਂ ਕੀਤੀ? ਮੈਂ ਫਿਰ ਕਹਿ ਰਿਹਾ ਕਿ ਮੈਂ ਕੈਪਚਰ ਅੱਜ ਤੱਕ ਨਹੀਂ ਕੀਤੀ, ਖਾਲੀ ਤੁਹਾਡੇ ਨਾਲ ਤੁਹਾਡੇ ਵਾਲਿਦ ਸਾਹਿਬ ਦੀ ਸ਼ੇਅਰ ਕੀਤੀ ਹੈ, ਔਰ ਤੁਹਾਡੇ ਬਚਪਨ ਦੀ ਕੀਤੀ ਹੈ।
और तुसी कोई शेर कह के भैया वेख तो पता नहीं चलता कि कौन है। गल मुक गई। एक भी फोटो नहीं मैं उथों की किसी कापी की, लेकिन तुसी जड़ा इल्जाम लाना सी, जेड़ा गालां दे रहे सी ओ दे लईए। मैंने चोरी की, ने चोरी की, मैं क्यों करांगा कापी? मैं अगर काम करना होंदा पहले दिन ही, जिस दिन तुसी अपनी मर्जी नाल कीतियां ने फोटोआं, जिन्ने कुछ 6 महीने हो गए इस गल नूं, मैं तो उसे दिन आमर नज़ीर नूं दे देना। ठीक है, कापी की, चोरी की, अगर तुसी अपनी पब्लिक प्रोफाइल की और उत्थे लोग जा सकते हैं, विजिट कर सकते हैं तुम्हारी प्रोफाइल, तो तुहानू तो फिर इहदे ते इतराज नहीं होना चाहिए। अपनी प्रोफाइल जिहड़ी है प्राइवेट करके रखो। जे नाले तुसी आप लिंक अपना आप कर लेना, मेरे फरिश्ते ने ख्वाब कि तुम्हारी आईडी केड़ी, तुहाडे नाल व्हाट्सएप ते गल होण लगी ते तुसी माइक ते आके कह के मेरी ऑडियो चलाई उत्थे, तुहाडे अपने जाती ख्वाहिश दे उत्ते ऑडियो चली है कि मेरी फोटो आमर नज़ीर नूं दे। तो फिर मैं जो इन्ना तुसी ज़हर उगल चुके हो, तो फिर हुण तुहाडे नाल शुगर मेले रह गया। फिर असीं पूछे भी केड़ी लाइए, कच्छे वाली लाइए, सूए जोड़े वाली लाइए, पेटकोट वाली लाइए, क्लीन शेव वाली लाइए, लंबी जुल्फा वाली लाइए, लानी असीं है नहीं। लेकिन अगर तुसी हुण जिद बना लीए, असीं भी फिर जिद बना लैने। ठीक है ना, 365 दिन दी तुसी जिद बनाई है, 365 दिन दी जिद बना के रखो, 365 दिन असीं खाली सवाल ही करना। चल 365 दिन तक चली तो गल चले है, 2 दिहाड़ी 4 दिन की चाने फिर नेरी रात है। तो चलाएंगे तो ना सवाल है। तो जो बोर्ड लाए असी ला क्यों दिता सी? मैं भी तो इसे वास्ते फिर पूछ लिया सी ना, जे तू कच्छियां नहीं पूछन लगा तो मैं भी तो पूछ लिया ना, गोटे वाली लावा कि मैं वो नीले रंग की सलवार कमीज वाली ला, केड़ी ला? मेरे को भी तो फिर उस तरह है ना, जे तू हरकत ना करदा तो मैं भी नहीं सी करनी। दूसरा अड्डी तू सामभ के तेरे को मैं पूछा सी फोटो रखी क्यों है? जे अगर बंदे दी नीयत ना मेरे को खोट कूट ना हो तो चू कपड़ा मार। दूसरा तू उत्थे जाके बह गया है, मनु इस चीज से एतराज नहीं, जे तू बनिया दुश्मन बनन लगे हैं तो कम से कम रह स्टैंडर्ड था ना। जे तेरे को कोई चीज सी तेनों पता भी सी, कोई फोटोआं का जिक्र हो रहा सी, जे तू शुरू किया। हाँ जी, गल मुकम्मल आई। फोटोआं का जिक्र नहीं हो रहा सी, फोन दे नाल ते तुसी आके व्हाट्सएप ते कह रहे पे जेड़े सारे काम कर बैठे हैं ते भी दे दे, ते तुहानू शर्म नहीं आई, गैरत नहीं आई कि ए कहंदा यार इल्जाम लेना यार सोचदा कि भई बंदा क्यों देवेगा? इन्ना अरसा नाल बैठा है, ओनू भरा के है ते फिर कह रहे भी ओनू दे दे, मैं क्यों दवां? तुहानू आप तशहीर दा शौक है, आप दवो अपनी फोटो। प्रोफाइल तुहाडी खुली, मनु प्रोफाइल दा बुआ तुसी आप वखाण वाले, लिंक आप कर लेना ले। मनु पता कि फलाने व्हाट्सएप दी इन्ने अरसे दी व्हाट्सएप दी की आईडी देने ले अमीर साहब नु जरा बयान करो। करा ले तुसी आप। ए तेरा बैठे ही एनु पूछ किस इमाम दी जुबान बोलन लगे अमीर साहब? हाँ, उसे मोहम्मद दी चीज तुसी मनदे हो ना, जेडी अली अकबर बोलदे ना, बाहर में नहीं ओ जेड़ा गारी छुपे है। नहीं वो जेड़ा मैं हुण तन्नू ना तेरी गल बड़ी चुभी है ना। नहीं, मैं जिस तरह तुसी हुण गल करनी उसी तरह तुहानू जवाब लभेगा। जिस गलाज़त दी जुबान तुसी यूज कर रहे हो, उसी गलाज़त दी जुबान तुहानू वापस आने लगी ते तुहाडी चीज़ां नहीं करी ना आसमान तक। ये कापी के कापी कहती है क्यों? तुसी तुहाडे ते कोई वही नाज़िल होई है, तुहाडे ते कोई वही नाज़िल होई है। ये हुण हो जा पहला ते इन्हें जनाब एक फतवा दिता सी ते मीर ने जेड़ा गल कीती, मैं तो कोल पूछया हाँ भी केड़े इमाम दी होण करन लगे पैरवी, ते हुण चुभ गई। गल है वह कि जेड़ियां तू हरकतां कीतियां सन ते तुसी गाना करदे हो ते केड़े इमाम दी पैरवी करदे हो? हेलो चिकन शुरू हो गया अपनी बारी ते बोलना हुण। आप ही जेड़ा ना वो कहना हुंदा सी ए ले है ना तेनू जरा चेक करे गल सुन लवे, रोला ना पवे, ते उस वेले दी जुबान दंदा हेठ नहीं भी आंदी। गल है वह कि जेड़ियां ने हरकतां कीतियां सन ए मेरी तुक्को दे खिलाफ कीतियां सन सारियां। इनू मैं पहला भी बड़े राम मैं क्या तू मैं ऑफ रेगन दी मैनू नहीं पता उर्दू की होंदी है। मैं जिसले होना ना मैं उच्चा बोलना, ਉਹਦਾ मतलब कई बार यह नहीं होंदा कि मैं किसी ने उंज भी किसी ने मैं ऑफ रेगन होना मैं उच्चा बोलना, मैं बोल जाना। इनू मैं क्या तू जेड़ी हरकत की है तेन पता कि अमर नज़ीर उत्ते नजफ अब्बास या दी कोई भी एंड कंपनी होवे, मैं माइक ते नहीं वेखदा ना बंदियां नू, मैं इन्हां नू थल्ले रखना ना मैं गलप करना पसंद करना। मेरे वास्ते भी उस पार्टी का चलो मिनट लो। हेलो जी मुकम्मल हो जाना। केड़ी गल दा जवाब तुसी नहीं पसंद कर
ਕਿਹੜੀ ਗੱਲ ਦਾ ਆਪਣੇ ਇੱਥੇ ਮੈਨੂੰ ਆਪਣੀਆਂ ਸੁਣਾ ਜਿਹੜਾ ਤੇ ਤੁਸੀਂ ਆਪਣੀਆਂ ਸੁਣਾਉਣ ਬੈਠੇ ਹੋ ਜਦੋਂ ਸਾਡੇ ਸਾਹਮਣੇ ਨਹੀਂ ਤੇ ਜਾਓ ਉਹ ਬਿਸਮਿਲ੍ਲਾ ਕਰੋ ਜਾਂ ਸਾਨੂੰ ਪਹਿਲੇ ਸੁਣਾਓ ਭਜਦਾ ਕਾਹਦੇ ਲਈ ਯਾਰ ਰੂਮ ਵਿੱਚ ਪਹੁੰਚ ਜਾਂਦਾ ਤੁਹਾਨੂੰ ਕਿਸੇ ਨੇ ਬੁਲਾਇਆ ਇਹ ਤੁਹਾਡਾ ਰੂਮ ਹੈ ਕਿਹਦਾ ਰੂਮ ਹੈ ਹਾਂ ਕਿਹਦਾ ਰੂਮ ਹੈ 1122 ਦਾ 1122 ਦਾ ਹੋਸਟ ਹੋਏ ਲੈ ਵੀ 112 ਜਨਾਬ ਇਹਦੇ ਕੋਲੋਂ ਇੱਕ ਮਿੰਟ ਪੁੱਛੀ ਇਹਦੇ ਕੋਲੋਂ ਇਹ ਪੁੱਛੀ ਸੂ ਕਿ ਇਹ ਕਿਹੜੀਆਂ ਹੋਣ ਉੱਥੇ ਬੜੀਆਂ ਦਿਨਾਂ ਯਾਰੀਆਂ ਨਿਭਾਉਣ ਲੱਗਿਆ ਉਸ ਬੰਦੇ ਨਾਲ ਜਿਹਨੂੰ ਸਾਰਾ ਨਾਲ ਇਹ ਮੇਰਾ ਮਿੰਟ ਪੂਰਾ ਖਤਮ ਹੋ ਗਿਆ ਦੁਬਾਰਾ ਯਾਰ ਲਾਓ ਗੱਲ ਕਰਨ ਦੋ ਇੱਕ ਮਿੰਟ ਲਾਣੇ ਆ 1 ਮਿੰਟ ਦੋ ਮੈਨੂੰ 1 ਮਿੰਟ ਫਾਈਟਰ ਨੇ ਕੋਈ ਗੱਲ ਕਰਨੀ ਹੈ ਫਾਈਟਰ ਦੇ ਮੂੰਹ ਸਿਰਫ ਮੇਰਾ ਟਾਈਮ ਹੈ ਤੁਸੀਂ ਆਪਸ ਵਿੱਚ ਗੱਲ ਕਰਨੀ ਸੀ ਮੈਨੂੰ ਥੱਲੇ ਸੁੱਟ ਦਵੋ ਹਾਂ ਅਸਦ ਨੂੰ ਮੌਕਾ ਤਾਂ ਦਿਓ ਯਾਰ, ਇੱਕ ਮਿੰਟ ਬੈਰੀਨ ਮੌਕਾ ਸਾਹਿਬ ਦਿਓ, ਮੇਰੀ ਗੱਲ ਸੁਣੋ। ਗੱਲ ਕਰ ਲਿਓ ਮੈਂ ਸਿਰਫ 1 ਮਿੰਟ ਗੱਲ ਥੱਲੇ ਤੁਰ ਜਾਣਾ ਗੱਲ ਸੁਣੋ ਮੈਂ ਤੁਰ ਜਾਣਾ ਮੈਂ ਕੋਈ ਗੱਲ ਕਰ ਬੈਰੀਨ ਸਾਹਿਬ ਤੁਸੀਂ ਕਹਿ ਰਹੇ ਸੀ ਕਿ ਤਸਵੀਰਾਂ ਲਾਉਣ ਦਾ WhatsApp ਨੇ ਕਿਹਾ ਸੀ ਮੈਂ ਤੁਹਾਨੂੰ ਵਾਜ਼ਿਆ ਦੱਸ ਦਵਾਂ ਕਿ WhatsApp ਦਾ ਇਸ ਮਾਮਲੇ 'ਚ ਕੋਈ ਤਲਕ ਨਹੀਂ ਮੈਂ ਵਾਹਿਦ ਬੰਦਾ ਸੀ ਇਸ ਟਿਕਟੌਕ ਉੱਤੇ ਜਿਹਨੇ ਆ ਕੇ ਤਸਵੀਰਾਂ ਟੰਗਣੀਆਂ ਸ਼ੁਰੂ ਕੀਤੀਆਂ ਹਨ ਆਮਨ ਨਜ਼ੀਰ ਦੀਆਂ ਠੀਕ ਹੈ ਮੈਂ ਆਮਨ ਨਜ਼ੀਰ ਨੂੰ ਬਿਲਕੁਲ ਪਸੰਦ ਨਹੀਂ ਕਰਦਾ ਜਿਹੜਾ ਗੁਸਤਾਖ ਸਾਡੇ ਪਿਆਰਿਆਂ ਦੀ ਗੁਸਤਾਖੀ ਕਰੇਗਾ ਮੈਂ ਉਹਨੂੰ ਟੰਗਾਂਗਾ ਔਰ ਇਹਦੇ 'ਚ WhatsApp ਦਾ ਕੋਈ ਹੱਥ ਨਹੀਂ ਹੈਗਾ ਮੇਰਾ ਇੰਟਰਨੈਟ ਹੈ ਮੇਰਾ ਫੋਨ ਹੈ ਮੇਰੇ ਐਪ ਨੇ ਮੈਂ ਜਿਹਨੂੰ ਚਾਹਾਂ ਉਹਨੂੰ ਮੈਂ ਟੰਗਾਂਗਾ ਤੇ ਤੁਹਾਡੇ ਜ਼ਿਹਨ 'ਚ ਜਿਹੜਾ ਬੈਠਾ ਹੈ ਗੱਲ ਕਿ ਇਹ WhatsApp ਫਾਲੋ ਯਾਨੀ ਕਿ ਕਰ ਰਹੇ ਨੇ WhatsApp ਦੇ ਵਿੱਚ ਕੋਈ ਹੱਥ ਨਹੀਂ ਹੈਗਾ ਠੀਕ ਹੈ ਯਾਰਾਂ ਭਾਈ ਓਕੇ ਅੱਲਾ ਹਾਫਿਜ਼ ਜਜ਼ਾਕੱਲਾ ਠੀਕ ਹੋ ਗਿਆ 2 ਮਿੰਟ ਲਾਓ ਮੈਂ ਦੋਵਾਂ ਦੀ ਗੱਲ ਦਾ ਜਵਾਬ ਦੇਣਾ 2 ਮਿੰਟ ਲਾਓ ਹੁਣ ਦੋ ਬੰਦੇ ਨੇ ਗੱਲ ਕੀਤੀ 2 ਮਿੰਟ ਲੈਣੇ ਮੇਰੇ 2 ਮਿੰਟ ਜੀ ਪਹਿਲੀ ਗੱਲ ਤਾਂ ਸਾਰੀ ਦੁਨੀਆ ਜਾਣਦੀ ਕਿ ਫਾਈਟਰ ਜਿਹੜਾ ਆਪਣੀ ਮਰਜ਼ੀ ਨਾਲ ਨਹੀਂ ਕੋਈ ਕੰਮ ਕਰ ਰਿਹਾ ਠੀਕ ਹੈ ਨਾ ਉਹ WhatsApp ਦੀ ਇੱਜ਼ਤ ਕਰਦਾ ਇਹਤਰਾਮ ਕਰਦਾ ਤਾਂ ਸਹੀ WhatsApp ਦੇ ਲੱਗੇ ਲੇਕਿਨ ਅਗਰ WhatsApp ਇਸ ਨੂੰ ਗਲਤ ਸਮਝਦੇ ਨੇ ਜਾਂ ਅਗਰ ਉਹ ਕਹਿੰਦੇ ਨੇ ਕਿ ਜੀ ਮੈਂ ਇਸ ਨੂੰ ਗਲਤ ਸਮਝਣਾ ਮਾਈਕ ਤੇ ਕਹਿਣ ਫਾਈਟਰ ਜਿਹੜਾ ਕੰਮ ਕਰ ਰਿਹਾ ਅਸੀਂ ਇਹਦੇ ਖਿਲਾਫਵਰਜ਼ੀ ਕਰਦੇ ਹਾਂ ਠੀਕ ਹੈ ਗੱਲ ਕਲੀਅਰ ਹੋ ਜਾਏਗੀ ਇੱਥੇ ਪਤਾ ਚੱਲ ਜਾਏਗਾ ਕਿ ਇਸ ਗੱਲ ਨੂੰ ਜਾਇਜ਼ ਸਮਝਦੇ ਨੇ ਜਾਂ ਨਾ ਜਾਇਜ਼ ਸਮਝਦੇ ਨੇ ਇਹਦਾ ਮਿਊਟ ਲਾ ਲਓ ਗੱਲ ਕਰ ਰਹੇ ਹਾਂ ਇਹ ਕਹਿ ਰਹੇ ਨੇ ਜਨਾਬ ਮੈਂ ਅਮਰ ਨਜ਼ੀਰ ਨੂੰ ਮਾਈਕ ਤੇ ਨਹੀਂ ਚੁੱਕਣਾ ਪਸੰਦ ਕਰਦੇ ਜਿੱਥੇ ਉਹ ਬੈਠੇ ਹੁੰਦੇ ਨੇ ਉਹ ਪਸੰਦ ਨਹੀਂ ਕਰਦੇ ਜੀ ਅਮਰ ਨਜ਼ੀਰ ਦੇ ਨਾਲ ਭਾਈ ਸਾਨੂੰ ਪਸੰਦ ਹੈ ਨਾ ਅਸੀਂ ਗੱਲ ਕਰਨਾ ਚਾਹੁੰਦੇ ਤੁਸੀਂ ਜਿਹੜੇ ਆਰੇ ਲੱਗੇ ਹੋ ਉੱਥੇ ਫੋਟੋ ਟੰਗੋ ਬੈਠੋ ਗਾਲਾਂ ਕੱਢੋ ਪੂਰੇ ਦਿਨ ਅਸੀਂ ਤੁਹਾਨੂੰ ਰੋਕਦੇ ਹੀ ਨਹੀਂ ਹੈ ਠੀਕ ਹੈ ਅਸੀਂ ਹੁਣ ਅੱਕ ਗਿਆ ਤੁਹਾਡੀ ਹਰਕਤਾਂ ਠੀਕ ਹੈ ਦੁਨੀਆ ਸੁਣਨਾ ਚਾਹੁੰਦੀ ਹੈ ਅਮਰ ਨਜ਼ੀਰ ਨੂੰ ਮੇਰੇ ਰੂਮ ਦੇ ਅੰਦਰ ਆਉਂਦਾ ਅਮਰ ਨਜ਼ੀਰ ਆਉਂਦਾ 50 60 70 ਬੰਦਾ ਉਹਨੂੰ ਸੁਣਨਾ ਚਾਹੁੰਦਾ ਠੀਕ ਹੈ ਜਿੱਥੇ ਤੁਹਾਡੇ ਮਸੀਹ ਮਾਊਦ ਦੀ ਫਲਾਣੀ ਢਿੰਗਣੀ ਨੂੰ ਕੁਝ ਦੇ ਰਹੇ ਸਨ ਠੀਕ ਹੈ ਉੱਥੇ ਹੀ ਆ ਕੇ ਉਹ ਬੰਦੇ ਮਜਬੂਰ ਨੇ ਕਿ ਮਿਰਜ਼ਾ ਸਾਹਿਬ ਕਹਿ ਕੇ ਗੱਲ ਕਰਾਂ ਇਹ ਬੜਾ ਮੈਂ ਕਹਿੰਦਾ ਬੜਾ ਅਜ਼ਾਬ ਆ ਗਿਆ ਨਾ ਜਿੱਥੇ ਗਾਲਾਂ ਦੇਣ ਲੱਗੇ ਸਨ ਬੰਦੇ ਉੱਥੇ ਕੀ ਹੋਇਆ ਪਤਾ ਨਹੀਂ ਕੀ ਹੋਇਆ ਹੁਣ ਦਾ ਮੈਂ ਇੱਕ ਜਵਾਬ ਦੇਦਾ ਕਮੈਂਟ ਖੋਲ ਦਿਓ ਯਾਰ ਕਮੈਂਟ ਖੋਲ ਦਿਓ ਉਹਨਾਂ ਦਾ ਵੀ ਰਾਈਟ ਹੈਗਾ ਲਿਖਣ ਦਾ ਕੋਈ ਗਲਤ ਕਮੈਂਟ ਮਿਊਟ ਕਰ ਦਿਆ ਕਦੇ ਕਿ ਥੱਲੇ ਵਾਲੇ ਬੰਦੇ ਖੜਨੇ ਹੋ ਜਾਂਦੇ ਨੇ ਚਲਾ ਦਿਓ ਕਮੈਂਟ ਖੋਲ ਦਿਓ ਬਲਵੰਤ ਮਾਨ ਸਾਹਿਬ ਚਲੋ ਗੱਲ ਕਰ ਹਾਂਜੀ ਅਮਰ ਨਜ਼ੀਰ ਨੂੰ ਤੂੰ ਜੋ ਮਰਜ਼ੀ ਕਰ ਤੈਨੂੰ ਮੈਂ ਨਹੀਂ ਰੋਕਦਾ ਤੇਰਾ ਕਮਰਾ ਪਤਾ ਨਹੀਂ ਉਤਾਰਿਆ ਕਿਸੇ ਪਤਾ ਨਹੀਂ ਕਿੰਨੇ ਥੱਲੇ ਉਤਾਰਿਆ ਲੇਕਿਨ ਉਹ ਸਹੀ ਤਰ੍ਹਾਂ ਗੱਲ ਕਰਨਾ ਇੱਥੇ ਨਹੀਂ ਹੋ ਸਕਦੀ ਬਰਲੀਨ ਨਹੀਂ ਖਲੋ ਜਾ ਤੇਰੇ ਕਿ ਤੁਮ ਤੇ ਕਿਨੇ ਪੈਰ ਰੱਖਿਆ ਹੈਲੋ ਮੈਂ ਤਾਂ ਗੱਲ ਨਹੀਂ ਕਰਦੀ ਚੁੱਪ ਕਰਕੇ ਬਕਵਾਸ ਬੰਦ ਕਰਕੇ ਗੱਲ ਕਰ ਯਾਰ ਨਹੀਂ ਗੱਲ ਕਰ ਸਾਨੂੰ ਬੰਦੇ ਨਾ ਗੱਲ ਕਰਾਣੀ ਸੀ ਯਾਰ ਇੱਕ ਮਿੰਟ ਮੈਂ ਸਭ ਨੂੰ ਇਸ ਤਰ੍ਹਾਂ ਗੱਲ ਕਰਨੀ ਸੀ ਤੁਸੀਂ ਮੇਰੀ ਗੱਲ ਤੇ ਸੁਣ ਲਓ ਬਰੀਨ ਸਾਹਿਬ ਜਿਹੜੀ ਗੱਲ ਗਲਤ ਹੈ ਉਹ ਗਲਤ ਹੈ ਤੁਸੀਂ ਕਿਉਂ ਉਹਨਾਂ ਨੂੰ ਕਿਹਾ ਕਿ ਤੇਰੀ ਦੁਮ ਤੇਰੀ ਹੈ ਇਹ ਵੀ ਤਾਂ ਬਦਤਮੀਜ਼ੀ ਚ ਹੁੰਦਾ ਹੈ ਨਾ ਤੇ ਇਸ ਬੰਦੇ ਨੇ ਅਗਲੇ ਦਿਨ ਕੀ ਗੱਲ ਕੀਤੀ ਹੈ ਕਹਿੰਦਾ ਮੈਂ ਬਰਾਤ ਤੋਂ ਜਾਂਦਾ ਤੇ ਕਹਿੰਦਾ ਮੈਂ ਮੂਤਰਨ ਜਾ ਰਿਹਾ ਤੂੰ ਪਿੱਛੋਂ ਸੰਭਾਲ ਲੈ ਕਿਤੇ ਗਲਤ ਗੱਲ ਨਹੀਂ ਕੀਤੀ ਮੇਰੀ ਗੱਲ ਸੁਣ ਲਓ ਅਗਰ ਉਸ ਟਾਈਮ ਗੱਲ ਹੋਈ ਹੈ ਜਿਹੜੀ ਇਸ ਟਾਈਮ ਗੱਲ ਹੋ ਰਹੀ ਹੈ ਇਹਦੇ ਚ ਤੁਹਾਨੂੰ ਕਿਸੇ ਨੇ ਕੋਈ ਗਲਤ ਗੱਲ ਨਹੀਂ ਕੀਤੀ ਠੀਕ ਹੈ ਤੇ ਫਿਰ ਤੁਸੀਂ ਸ਼ੁਰੂ ਅੱਛਾ 2 ਸਾਲ ਪਹਿਲੇ ਬਕਵਾਸ ਕਰ ਲਓ ਮੇਰੀ ਗੱਲ ਸੁਣ ਹਾਂਜੀ 2 ਸਾਲ ਪਹਿਲਾਂ ਦੀ ਗੱਲ ਜਿਹੜੀ ਸੀ ਉਹ 2 ਸਾਲ ਪਹਿਲਾਂ ਤੇ ਵੇਖਣਾ ਤੁਸੀਂ ਵੀ ਤੇ ਅਮਨ ਨਜ਼ੀਰ ਦੀ ਰਲ ਕੇ ਮੰਜੀ ਠੋਕ ਰਹੇ ਸੁਣਾ ਹੁਣ ਤੁਹਾਨੂੰ ਅਹਿਸਾਸ ਹੋ ਗਿਆ ਕਿ ਨਹੀਂ ਠੋਕਣੀ ਚਾਹੀਦੀ ਹਾਂ ਉਹ ਉਦੋਂ ਅਸੀਂ WhatsApp ਦੀ ਅੱਖਾਂ ਤੇ ਚਾਰੇ ਸਾਂ ਸੁਣ ਤੇ ਲੋ ਠੀਕ ਹੈ ਨਾ ਤੇ ਹੁਣ ਆ ਕੇ ਅਗਰ ਕਿ ਹੁਣ 2 ਸਾਲ ਪੁਰਾਣੀਆਂ ਗੱਲਾਂ ਨਾ ਕਰੋ ਅੱਛਾ ਹੁਣ ਯਾਰ ਮੈਨੂੰ ਗੱਲ ਕਰਨ ਦੇ ਠੀਕ ਹੋ ਗਿਆ ਤੁਸੀਂ ਸਟਾਰਟ ਇਹ ਦੇਖੋ ਮੇਰੇ ਤੇ 3 ਮਿੰਟ ਉੱਥੇ ਰਹਿ ਗਏ ਨਾ ਮੇਰੇ ਉੱਥੇ 3 ਮਿੰਟ ਰਹਿ ਗਏ ਜਾਂ ਮੇਰਾ ਟਾਈਮ ਲਓ ਗੱਲ ਕਰਨ ਤੋਂ ਸੁਣ ਲਓ ਨੇ ਵਿੱਚ ਨਹੀਂ ਗਲਤ ਗੱਲ ਕੀਤੀ ਹੈ ਹਾਂ ਗਲਤ ਗੱਲ ਕੀਤੀ ਹੈ ਤੁਸੀਂ ਮੰਨ ਜਾਓ ਨਾ ਕਿ ਤੁਸੀਂ ਗਲਤ ਗੱਲ ਕੀਤੀ ਹੈ ਤੁਹਾਡਾ ਬਣਦਾ ਗਲਤ ਗੱਲ ਕੀਤੀ ਹੈ ਤੁਸੀਂ ਮੰਨ ਜਾਓ ਨਾ ਕਿ ਤੁਸੀਂ ਗਲਤ ਗੱਲ ਕੀਤੀ ਹੈ ਤੁਹਾਡਾ ਬਣਦਾ ਗਲਤ ਗੱਲ ਕੀਤੀ ਹੈ ਤੁਸੀਂ ਮੰਨ ਜਾਓ ਨਾ ਕਿ ਤੁਸੀਂ ਸਾਫੀ ਯਾਰ ਇੱਕ ਮਿੰਟ
हाँ जी मनो मेरा टाइम मिल सकता है जो पिछले सवाल है उन्होंने जवाब दे गए जवाब ले लेना जनाब जवाब ले मैं तो सवाल कीते सवाल ਤੁਸੀਂ ਕਿਤੇ ਜਵਾਬ ਤੁਸੀਂ ਸੁਣ ਲੈਣਾ ਸੁਣ ਲੈਣਾ ਹਾਂ ਤਾਂ ਸੁਣ ਨਹੀਂ ਰਿਹਾ ਕਾਵੇ ਤੇ ਦਿਓ ਯਾਰ ਉਹਨੂੰ ਜਿਹੜਾ ਇੱਕ ਸਵਾਲ ਕੀਤਾ ਉਹਦਾ ਜਵਾਬ ਉਹਨੇ ਦੇਣ ਹੀ ਨਹੀਂ ਦੇਣਾ ਮੈਂ ਕਹਿੰਦਾ ਉਹਨੂੰ ਚੁੱਕ ਲੈਣਾ ਦੇਣ ਹੀ ਨਹੀਂ ਦੇਣਾ ਕੌਣ ਲਾਂਦਾ ਪੈ ਥੱਲੇ ਯਾਰ ਜਾਂ ਦੂਜੇ ਮੋਬਾਈਲ ਆਨ ਕਰੋ ਮੈਂ ਆਪ ਜਿਹੜਾ ਥੱਲੇ ਕੋਈ ਬੰਦਾ ਜ਼ਿਆਦਾ ਚੁੱਕਣ ਇੱਕ ਬੰਦੇ ਨਾਲ ਗੱਲ ਕਰਦੇ ਨੇ ਫਿਲਹਾਲ 1 ਮਿੰਟ ਭਾਵੇਂ 5 ਆਇਨ ਸਾਰੇ ਇੱਥੇ ਹੀ ਨੇ ਮੈਂ ਤਾਂ ਸਕਰੀਨ ਵੱਲ ਵੇਖਣ ਵੀ ਨਹੀਂ ਡਿਆ ਠੀਕ ਹੈ ਅੱਛਾ ਹੁਣ ਮੈਂ ਇੱਕ ਗੱਲ ਦਾ ਜਵਾਬ ਦੇਦਾ ਨਾ ਤੇ ਉਹ ਪਸੰਦ ਕਰਦਾ ਜਿੱਦਾਂ ਨੇ ਮੇਰੇ ਕੋਲ ਪੁੱਛਿਆ ਜ਼ਾਤੀ ਤੌਰ ਤੇ ਨਾ ਅਸੀਂ ਪਸੰਦ ਕਰਨਾ ਮੈਂ ਪਸੰਦ ਕਰਨਾ ਲੇਕਿਨ ਇੱਕ ਬੰਜਾ ਜਿਹੜਾ ਤਸਵੀਰਾਂ ਬਣਾ ਕੇ ਤੇ ਬੜਾ ਹੱਸ ਕੇ ਕਿਵੇਂ ਇਹ ਬੰਦਾ ਗਵਾਹ ਬੈਠਿਆ ਕਿਤੇ ਮਨ ਹੀ ਥੱਲੇ ਲੈ ਗਿਆ ਫੋਟੋ ਲਾ ਕੇ ਕਿਸੇ ਔਰਤ ਦੀ ਤੇ ਕਵੇ ਹੁਣ ਨਾ ਬੰਦ ਕਰੋ ਕਮਰਾ ਹੈ ਬਾਅਦ ਵਿੱਚ ਬਣ ਜੇ ਸ਼ਰੀਫ ਜਿਹਦਾ ਸ਼ਾਹਦੇ ਨੇ ਕਿਹਾ ਵੇ ਕਿ ਸਾਡੇ ਕੋਲ ਫੋਟੋਆਂ ਐ ਲਵਾਉਂਦਾ ਰਿਹਾ ਸਾਨੂੰ ਐ ਕਹਿੰਦਾ ਰਿਹਾ ਗਾਲਾਂ ਕੱਢੋ ਕਲਮਾ ਪੜ ਕੇ ਉਹਨੇ ਗੱਲ ਕਹੀ ਸੀ ਠੀਕ ਹੈ ਭਾਈ ਜੀ ਅੱਧੀ ਜਿਹੜੀ ਹੈ ਨਾ ਤੂੰ ਗੱਲ ਕਹਿਣਾ ਇਹ ਸਾਡੀ ਜ਼ਾਤੀ ਹੈ ਇਹ ਜਿਹੜਾ ਕਹਿੰਦਾ ਹੁੰਦਾ ਨਾ ਇਹ MTN ਦੀ ਤਾਲੀਮ ਹੈ ਤੇ ਜਿਹੜੀ ਇਹ ਖਿਲਾਉਂਦਾ ਹੁੰਦਾ ਪਿਆ ਇਸਲਾਮ ਹੈ ਜਿਹਦਾ ਦਾਵਾ ਕਰਦਾ ਰਗਾਂ ਦੀਆਂ ਫੁੱਲ ਜਾਂਦੀਆਂ ਨੇ ਗੱਲਾਂ ਕਰਦੇ ਆ ਉਹ ਇਸਲਾਮ ਹੈ ਜਿਹੜੇ ਅਸੂਲ ਦੂਜਿਆਂ ਨੂੰ ਸੁਣਾਉਂਦੇ ਹੁੰਦੇ ਨਾ ਕਿ ਇੱਥੇ ਵੀ ਸੁਣਾਉਣ ਦੇ ਆ ਉਹੀ ਅਸੂਲ ਸਾਰਿਆਂ ਵਾਸਤੇ ਫਿਰ ਲੱਗਣਗੇ ਜਿੱਥੇ ਜਿੱਥੇ ਤੂੰ ਵੀ ਲਾਏਂਗਾ ਨਾ ਉੱਥੇ ਉੱਥੇ ਵੀ ਉਹ ਅਸੂਲ ਲੱਗੇਗਾ ਇਹਨੇ ਲਾਈਆਂ ਚਲੋ ਮੁਕੰਮਲ ਹੋ ਗਿਆ ਘੱਟੋ ਘੱਟ 4 ਮਿੰਟ ਮੈਨੂੰ ਦੇਣੇ ਨੇ 3 ਮਿੰਟ ਉਹਨਾਂ ਨੇ ਬੋਲੇ 4 ਮਿੰਟ ਹੋ ਗਏ ਤੂੰ ਆਇਆ ਸੀ ਨਾ ਕਿੰਨੇ ਬੰਦੇ ਨੇ ਬੋਲਣਾ ਹੈ ਇੱਥੇ ਕੀ ਇੱਥੇ ਵੀ ਕੰਮ ਕਰਨਾ ਸਾਰਾ ਦਿਨ ਉੱਤੇ ਕਰਦਾ ਇੱਥੇ ਕੀ ਕੰਮ ਕਰਨਾ ਲੱਗਿਆ ਸੈਂ ਇਹ ਜਿਹੜੀਆਂ ਹਰਕਤਾਂ ਕਰਨ ਲੱਗੇ ਆ ਜਿਹੜਾ ਕੰਮ 112 ਸਾਹਿਬ ਹੁਣ ਟਿਕ ਟਿਕ ਲਾਓ ਵਿੱਚ ਤੂੰ ਬੋਲਣ ਲੱਗ ਪਿਆ ਰੋਲਾ ਤੂੰ ਪਾਉਣ ਲੱਗ ਪਿਆ ਮੈਂ ਤੁਹਾਨੂੰ ਪਹਿਲੇ ਆਖਿਆ ਸੀ ਇਹਨਾਂ ਨੂੰ ਕਿਹਾ ਜੀ ਗੱਲ ਪੂਰੀ ਸੁਣ ਲਿਓ ਗੱਲ ਪੂਰੀ ਸੁਣ ਲਿਓ ਗੱਲ ਇਹਨਾਂ ਦੀ ਪੂਰੀ 3 ਮਿੰਟ ਲੱਗ ਗਏ ਨੇ ਲੇਕਿਨ ਖਾਮੋਸ਼ ਕਰਾ ਹਾਂ ਜੀ ਠੀਕ ਹੈ ਕਮੀਆਂ ਨੂੰ ਆਂਦਾ ਤਾਂ ਨਕਲੀ ਹੋਣਾ ਨਾ ਜੀ ਕਹਿੰਦੇ ਨੇ ਭਾਈ ਮੈਂ ਕਹਿੰਦਾ ਸੀ ਉੱਥੇ ਆਓ ਮੈਂ ਇੱਕ ਦਫਾ ਵੀ ਕਿਹਾ ਉੱਥੇ ਆਓ ਹਾਂ ਇੱਕ ਦਫਾ ਮੈਂ ਸਵਾਲ ਕੀਤਾ ਸੀ ਬਟ ਸਾਹਿਬ ਅਗਰ ਮੁਸਤਕਬਲ ਦੇ ਅੰਦਰ ਮੈਂ ਕਦੀ ਕਮਰਾ ਖੋਲਾਂ ਤੁਸੀਂ ਆਓਗੇ ਉਹਨਾਂ ਨੇ ਕਿਹਾ ਨਹੀਂ ਮੈਂ ਨਹੀਂ ਆਵਾਂਗਾ ਕਿਉਂਕਿ ਤੇਰੇ ਨਾਲ ਜਿਹੜਾ ਬਾਕੀ ਯਾਰ ਅਹਿਮਦੀ ਬੈਠੇ ਹੋਣਗੇ ਤਾਂ ਮੁਮਕਿਨ ਨਹੀਂ ਹੋਏਗਾ ਮੈਂ ਤੁਹਾਨੂੰ ਇਸ ਕਸ਼ਮਕਸ਼ ਦੇ ਅੰਦਰ ਪਾਵਾਂ ਠੀਕ ਹੈ ਪਹਿਲੇ ਦਿਨ ਵੀ ਇਹਨਾਂ ਨੂੰ ਮੈਂ ਕੋਈ ਨਹੀਂ ਕਿਹਾ ਕਿ ਸੋ ਬਿਸਮਿਲ੍ਲਾ ਆਓ ਮੈਂ ਉੱਥੇ ਲਾਉਣ ਲੱਗਾ ਠੀਕ ਹੈ ਨਜਫ ਆ ਗਿਆ ਤੇ ਇਹਨਾਂ ਨੇ ਆ ਕੇ ਕੀ ਕਿਹਾ ਨਜਫ ਨੂੰ ਓਏ ਤੇਰੇ ਨਾਲ ਤੇ ਮੈਂ ਗੱਲ ਹੀ ਨਹੀਂ ਕਰਦਾ ਅਮਨ ਉਹਦੇ ਖੱਬਿਆ ਠੀਕ ਹੈ ਉਹਨੇ ਖੱਬਾ ਸੱਜਾ ਗਿਆ ਸੀ ਖੱਬਾ ਨਹੀਂ ਸੀ ਸਿਰਫ ਕਿਹਾ ਝੂਠ ਨਾ ਬੋਲ ਖੱਬਾ ਸੱਜਾ ਕਿਹਾ ਸੀ ਗੱਲ ਉਹੀ ਕਰ ਜਿਹੜੀ ਮੈਂ ਕੀਤੀ ਠੀਕ ਹੋ ਗਿਆ ਇਹਨਾਂ ਨੇ ਖੱਬਾ ਸੱਜਾ ਪਾ ਲਓ ਮੈਂ ਕਿਹਾ ਕਸਮ ਚੁੱਕੋ ਤੁਸੀਂ ਖੱਬਾ ਸੱਜਾ ਕਹਿੰਦਾ ਹੱਥ ਵੀ ਹੋ ਸਕਦਾ ਮੈਂ ਕਿਹਾ ਕਸਮ ਚੁੱਕੋ ਬਈ ਖੱਬਾ ਸੱਜਾ ਹੱਥ ਹੈ ਔਰ ਇਹ ਜਾਣਦੇ ਨੇ ਖੱਬਾ ਸੱਜਾ ਹੱਥ ਨਹੀਂ ਕਿਹਾ ਇਹਨਾਂ ਇਹ ਵੇਖੋ ਫੇਰ ਨਹੀਂ ਬੋਲਣ ਦੇਣਗੇ ਮੈਂ ਕਹਿੰਦਾ ਕਸਮ ਚੁੱਕਣ ਕਿ ਜਿਹਨਾਂ ਨੇ ਖੱਬਾ ਸੱਜਾ ਉਹਨੂੰ ਹੱਥ ਕਿਹਾ ਆਪਣੇ ਤੇ ਬਾਤ ਕਰਾਂਗੇ ਖੱਬਾ ਸੱਜਾ ਅਗਲੇ ਨੂੰ ਕਹਿ ਕੇ ਤੇ ਖਲੀਫਾ ਖਾਨ ਦੀ ਸ਼ਾਤਮੀਅਤ ਕਰਵਾ ਕੇ ਤੇ ਇੱਕ ਬਤਾ ਵੀ ਇੱਕ ਬੰਦਾ ਨਾ ਅਨਪੜ੍ਹ ਬੰਦਾ ਹੈ ਠੀਕ ਹੈ ਨਾ ਤੇ ਕਹਿ ਰਹੇ ਦੇਖੋ ਇਹਨੇ ਸ਼ਾਤਮੀਅਤ ਕੀਤੀ ਨਾ ਖਲੀਫਾ ਖਾਨ ਵਾਸਤੇ ਹੁਣ ਮੈਂ ਵੀ ਇਹ ਸੂਰ ਰੱਖਾਂਗਾ ਕੋਈ ਮੈਨੂੰ ਕੱਢੇਗਾ ਤੇ ਮੈਂ ਇਮਾਮ ਗਾਇਬ ਨੂੰ ਕੱਢ ਅਗਰ ਤੁਹਾਡੇ ਅੰਦਰ ਆਪਣਾ ਨਾ ਸਾੜ ਹੈ ਵੇ ਜ਼ਹਿਰ ਹੈ ਵੇ ਤੁਸੀਂ ਜਿਹੜੇ ਆ ਰਹੇ ਲੱਗੇ ਹੋ ਸੋ ਬਿਸਮਿਲ੍ਲਾ ਲੱਗੇ ਰਹੋ ਠੀਕ ਹੈ ਲੇਕਿਨ ਜਿੱਥੇ ਤੁਸੀਂ ਗਲਤ ਕੰਮ ਕੀਤਾ ਉਹ ਮੰਨੋ ਕਿ ਤੁਸੀਂ ਗਲਤ ਕੰਮ ਕੀਤਾ ਤੁਸੀਂ ਆਪ ਮੇਰੇ WhatsApp ਦੇ ਅੰਦਰ ਆ ਕੇ ਕਿਹਾ ਕਿ ਜਿਹੜਾ ਸਾਰੇ ਕੰਮ ਕਰ ਬੈਠਿਆ ਦੇ ਉਹਨੂੰ ਮੈਂ ਕਹਿੰਦਾ ਸ਼ਰਮ ਆਣੀ ਚਾਹੀਦੀ ਇਨਸਾਨ ਨੂੰ ਨਾ ਅਰਸਾ ਨਾਲ ਚੱਲ ਕੇ ਤੇ ਕਹਿੰਦਾ ਐ ਵੇਖੋ ਉਹਦੇ ਚ ਜਿਹੜੀ ਤੂੰ ਬੜਾ ਬਾਰ-ਬਾਰ ਲਫ਼ਜ਼ ਮੈਂ ਕਿਹਾ ਨਾਸਰ ਬੱਟ ਦੀ ਮੌਤ ਹੈ ਕਿ ਕਿਸੇ ਦੀ ਸੁਣ ਲਵੇ ਠੀਕ ਹੈ ਨਾ ਅਗਰ ਤੇ ਇਹ ਆ ਕੇ ਮੇਰੇ WhatsApp ਤੇ ਗੱਲ ਨਾ ਕਰਦੇ ਠੀਕ ਹੈ ਮੈਨੂੰ ਅਫਸੋਸ ਹੋਇਆ ਕਿ ਇੱਕ 3 ਦਿਨ ਹੋ ਗਏ ਨੇ ਮਾਸ਼ਾਅੱਲਾ ਮਿਰਜ਼ਾ ਸਾਹਿਬ ਨੇ ਮਿਰਜ਼ਾ ਸਾਹਿਬ ਕਰਕੇ ਮੁਖਾਤਬ ਕਰਨੇ ਇਕਰਾਮ ਦੇ ਨਾਲ ਗੱਲ ਹੋ ਰਹੀ ਹੈ ਤੇ ਇਹ ਕਹਿ ਰਹੇ ਨੇ ਕਿ ਤੂੰ ਭੁੰਕਵਾਇਆ ਹੈ ਠੀਕ ਹੈ ਇੱਕ ਬੰਦੇ ਨੂੰ ਕੁੱਤਾ ਹੀ ਕਹਿ ਰਹੇ ਨੇ ਨਾ ਭੌਂਕਦਾ ਤਾਂ ਇਨਸਾਨ ਨਹੀਂ ਹੈ ਲੇਕਿਨ ਫਿਰ ਵੀ ਇਹ ਜਿਹੜੇ ਆਰੇ ਲੱਗੇ ਨੇ ਸੋ ਬਿਸਮਿਲ੍ਲਾ ਲੱਗੇ ਰਹੇ ਉਹਨਾਂ ਨੂੰ ਉੱਥੇ ਫੋਟੋ ਟੰਗਨੇ ਨੇ ਠੀਕ ਹੈ ਮੈਂ ਫਿਰ ਵੀ ਕਹਿਣਾ ਹੁਣ ਅਗਰ ਫਾਈਟਰ ਆਪਣੀ ਮਰਜ਼ੀ ਨਾਲ ਕੰਮ ਕਰ ਰਿਹਾ ਔਰ ਇਹਨਾਂ ਦਾ ਇਹ ਬਿਲਕੁਲ ਇਹਦੇ ਖਿਲਾਫ ਨੇ ਇੱਥੇ ਮਾਈਕ ਤੇ ਕਹਿ ਬਈ ਫਾਈਟਰ ਗਲਤ ਕੰਮ ਕਰ ਰਿਹਾ ਕਦੀ ਵੀ ਨਹੀਂ ਕਹਿਣਗੇ ਇਹਨਾਂ ਦੀ ਮਰਜ਼ੀ ਨਾਲ ਉਹ ਕੰਮ ਹੁੰਦਾ ਜਿੱਥੇ ਮੈਂ ਜਾਣਨਾ ਇਹਨਾਂ ਨੂੰ ਅਹਿਮਦ ਵੀ ਗਲਤ ਕੰਮ ਕਰਦਾ ਉੱਥੇ ਡਾਇਰੈਕਟ ਬੋਲਦੇ ਨੇ ਕਿ ਬਈ ਤੂੰ ਗਲਤ ਕੰਮ ਕੀਤਾ ਮਿਰਜ਼ਾ ਸਾਹਿਬ ਸਹੀ ਸੀ ਗੱਲ ਦੇ ਉੱਤੇ ਮੇਰਾ ਹੁਣ ਉਹ ਵੀ ਇਹਨਾਂ ਨੂੰ ਦੇਣਾ ਅੱਛਾ ਜੀ ਕਰ ਲਓ ਜੀ ਮੈਂ ਖਾਲੀ ਮੈਂ ਇੱਕ ਗੁਜ਼ਾਰਿਸ਼ ਕਰਾਂਗਾ ਕਿ ਅਗਰ ਫੋਟੋ ਲੱਗ ਰਹੀ ਹੈ ਤਾਂ ਕੁੱਤਾ ਜਾਂ ਬਿੱਲੀ ਬਣਾ ਕੇ ਉੱਥੇ ਲਾ ਰਹੇ ਨੇ ਕਹੋ ਕਿ ਇਹ ਗਲਤ ਕਰ ਰਿਹਾ ਫਾਈਟਰ ਅਸੀਂ ਇਹਦੀ ਮੁਜ਼ੰਮਤ ਕਰਦੇ ਹਾਂ ਔਰ ਇਹ ਸਾਡੀ ਜਮਾਤ ਦੀ ਤਾਲੀਮ ਨਹੀਂ ਜਾਂ ਮੰਨੋ ਕਿ ਤੁਸੀਂ ਮਿਰਜ਼ਾ ਸਾਹਿਬ ਦੀ ਤਾਲੀਮ ਦੇ ਬਰਕਸ ਚੱਲਣ ਦੀ ਜਿਹੜੀ ਉਹ ਗਰੁੱਪ ਟੈਕਸੀ ਗਰੁੱਪ
ਠੀਕ ਹੋ ਗਿਆ, ਤੁਹਾਡਾ ਟਾਈਮ ਪੂਰਾ ਹੋ ਗਿਆ। ਅੱਛਾ ਜੀ, ਹੁਣ ਇਹ ਗੱਲ ਅਮਰਜੀਤ ਨੂੰ ਜਾ ਕੇ ਮਨਵਾ ਕਿ ਉਹ ਜਿਹੜੀਆਂ ਹਰਕਤਾਂ ਕਰਦਾ ਫੋਟੋਆਂ ਲੈਣੀਆਂ ਵਾਲੀਆਂ, ਉਹ ਟੈਕਸੀ ਗਰੁੱਪ ਚ ਹੁਣ ਤੂੰ ਵੀ ਹੈ ਤੇ ਅਮਰਜੀਤ ਵੀ ਹੈ। ਉਹ ਸਲਾਮ ਜਾਂ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦਾ ਸਾਨੂੰ ਦੇ ਦੇ। ਹਾਂ ਜੀ, ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦੀ ਸੀਰਤ ਤੋਂ ਇਹ ਸਾਬਤ ਸੀ ਕਿ ਇਸ ਤਰ੍ਹਾਂ ਦੇ ਉਹ ਕੰਮ ਉਹਨਾਂ ਨੇ ਨੌਜ਼ ਬਿਲਾ ਮਿਨ ਜ਼ਾਲਿਕ ਕੀਤੇ ਨੇ। ਉਹ ਇਹਨਾਂ ਨੂੰ ਸਾਨੂੰ ਕਢਵਾ ਦੇ, ਜਾਂ ਜਿਹੜੀਆਂ ਕਹਿੰਦਾ ਹੁੰਦਾ ਜਾਂ ਪਿੱਛੇ ਜਾ ਕੇ ਗਾਲਾਂ ਕਢਵਾਉਂਦਾ, ਬਕਵਾਸ ਕਰਦਾ, ਜਾਂ ਕਿਸੇ ਦੇ ਬਜ਼ੁਰਗਾਂ ਨੂੰ ਗਾਲਾਂ, ਉਹ ਮੈਨੂੰ ਕਢਵਾ ਦੇ ਕਿ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਨੇ ਵੀ ਕਿਸੇ ਨੇ ਸਾਮਾ ਅਸਵਦਨ ਸੀ ਮੁਸਲਮਾਨ ਕਜ਼ਾਬ ਸੀ, ਉਹਨਾਂ ਦੇ ਪੈਰੋਕਾਰ ਵੀ ਸਨ, ਜਿਹੜਾ ਮੁਸਲਮਾਨ ਆਉਂਦੇ ਸਨ ਜਾਂ ਉਹਨਾਂ ਨੂੰ ਹਜ਼ੂਰ ਸੱਲੱਲਾਹੁ ਅਲੈहि ਵਸੱਲਮ ਇਹ ਨਊਜ਼ ਬਿਲਾ ਮਿਨ ਜ਼ਾਲਿਕ ਇਸ ਤਰ੍ਹਾਂ ਦਾ ਕੋਈ ਕੰਮ ਕੀਤਾ ਹੋਵੇ, ਉਹਨੂੰ ਕਹਿ ਲਿਆ ਦੇ, ਸਾਨੂੰ ਘਰੋਂ ਤੁਰਿਆ ਕਰ। ਦੂਸਰਾ ਜਿਹੜਾ ਇਹ ਬਿਆਨ ਅੱਗੇ ਵੀ ਕਈ ਵਾਰੀ ਕਹਿ ਚੁੱਕਿਆ ਸੀ, ਕਈ ਵਾਰੀ ਕਿਹਾ, ਇਹ ਅਮਰ ਨਜ਼ੀਰ ਵਾਸਤੇ ਹੈ। ਜਿਸ ਤੁਹਾਡੇ ਉਹਦੀ ਜ਼ਬਾਨ ਕੰਟਰੋਲ ਚ ਆ ਗਈ ਨਾ, ਤੇ ਉਸੇ ਦਿਨ ਇਹ ਕਮਰੇ ਬੰਦ ਹੋਣਗੇ। ਇਹ ਜਿਹੜਾ ਬਦਮਾਸ਼ ਬਣੀ ਫਿਰਦਾ ਨਾ, ਖੁੱਲਾ ਸਰਕਾਰੀ ਸਾਂਢ ਕੇ ਇਹਨੂੰ ਕਹਿਣ ਵਾਲਾ, ਤੈਨੂੰ ਪੁੱਛਣ ਵਾਲਾ ਕੋਈ ਨਹੀਂ ਟਿਕਟਾਕ ਤੇ, ਇਹ ਤੂੰ ਜਵਾਬ ਨੇ ਉਹਦੇ ਕਰਤੂਤਾਂ ਦੇ। ਤੂੰ ਹੁਣ ਨਵਾਂ ਵਕੀਲ ਆ ਕੇ ਉਹਦੇ ਕੋਲ ਜਿਹੜੀਆਂ ਨਵੀਆਂ ਹੁਣ ਉਹਦੇ ਕੋਲ ਸਬਕ ਲੈਣ ਸ਼ੁਰੂ ਕਰ ਲਏ ਨੇ ਕਿ ਜੂਨ ਜਾ ਕੇ ਇਹ ਪੁੱਛੀ ਤੇ ਇਹ ਕਰੀ, ਉਹਨੂੰ ਕਹਿ ਪਹਿਲ ਕਰ। ਮੁਸਲਮਾਨ ਹੋਣ ਦਾ ਦਾਵਾ ਉਹਦਾ ਤੇ ਪੱਕਾ ਸੱਚਾ ਮੁਸਲਮਾਨ। ਟਿਕਟਕੀ ਲਾਓ ਕਮਲ ਹੋਈ। ਉਂਝ ਕਰ ਲੋ ਗੱਲ, ਉਂਝ ਕਰ ਲੋ ਲਾਣੀ ਟਿਕਟਕੀ ਗੱਲ ਨਾ ਕਿਸੇ ਪਾਸੇ ਬੈਠ ਨਹੀਂ ਰਹੀ। ਮੈਂ ਬੜਾ ਰਗੜੂੰਗਾ। ਟਿਕਟਕੀ ਨਹੀਂ, ਇਹਨਾਂ ਟਿਕਟਕੀ ਤੋਂ ਬਗੈਰ ਦਿਓ ਟਾਈਮ 313 ਮਰੀਨ ਸਾਹਿਬ ਨੂੰ। ਇਹ ਨਾ ਨੂੰ ਟਾਈਮ ਨਹੀਂ ਮਿਲਿਆ, ਲੇਕਿਨ ਗੱਲ ਕਿਸੇ ਪਾਸੇ ਲੱਗ ਨਹੀਂ ਰਹੀ। ਮੈਂ ਜੋ ਲਾਣਾ ਚਾਹ ਰਿਹਾ ਸੀ ਨਾ, ਸੁਣੋ ਤੇ ਬਜਨਾਬ ਲੱਗ ਰਹੀ ਹੈ ਸਰ, ਨਹੀਂ ਨਾ ਕਿਸੇ ਪਾਸੇ ਲੱਗ ਰਹੀ। ਮੈਂ ਜੋ ਲਾਣਾ ਚਾਹ ਰਿਹਾ ਸਾਂ 313 ਮਰੀਨ ਭਾਈ, ਤੁਸੀਂ ਕੋਈ ਵੀ ਅਗਰ ਤੁਹਾਨੂੰ ਲੱਗਦਾ ਹੈ ਨਾ ਕਿ ਬਈ ਇਹ ਅਸੂਲ ਜਿਹੜਾ ਉਹ ਚੱਲਣਾ ਚਾਹੀਦਾ, ਤੁਸੀਂ ਉਹਦੇ ਤੇ ਰੱਖ ਕੇ ਦੋਵਾਂ ਪਾਰਟੀਆਂ ਨੂੰ ਨਹੀਂ ਚਲਾ ਸਕਦੇ, ਕਦੀ ਵੀ ਨਹੀਂ ਚਲਾ ਸਕਦੇ। ਦੋਵੇਂ ਪਾਰਟੀਆਂ ਹੀ ਸੁਣ ਲਓ, ਸਾਡੀ ਤਰਫੋਂ ਵੀ ਆਪਣੀ ਜਮਾਤ ਦੀ ਤਲੀਮਾਤ ਦੇ ਖਿਲਾਫ ਢੇਰ ਸਾਰੇ ਕੰਮ ਹੁੰਦੇ ਨੇ, ਕੋਈ ਸ਼ੱਕ ਨਹੀਂ ਇਹਦੇ 'ਚ। ਦੂਜੇ ਪਾਸੇ ਵੀ ਢੇਰ ਸਾਰੇ ਐਸੇ ਕੰਮ ਹੁੰਦੇ ਨੇ ਜਿਹੜੀ ਉਹਨਾਂ ਦੇ ਫਿਰਕੇ ਦੇ ਮੁਤਾਬਕ ਗੱਲ ਗਲਤ ਹੈ, ਠੀਕ ਹੈ ਨਾ। ਢੇਰ ਸਾਰੇ ਐਸੇ ਕੰਮ ਹੁੰਦੇ ਨੇ, ਇਸ ਲਈ ਇਹ ਅਸੂਲ ਨਾ ਰੱਖੋ ਜਿਹੜਾ ਤੁਹਾਡੇ ਵੀ ਵਾਸਤੇ ਵੀ ਮੁਸ਼ਕਲ ਹੋਏ ਤੇ ਤੁਹਾਡੇ ਸਾਥ ਨਵੇਂ ਯਾਰਾਂ ਵਾਸਤੇ ਵੀ ਮੁਸ਼ਕਲ ਹੋਏ ਤੇ ਪੁਰਾਣਿਆਂ ਵਾਸਤੇ ਵੀ ਮੁਸ਼ਕਲ ਹੋਏ। ਉਹ ਅਸੂਲ ਰੱਖੋ ਹੀ ਨਾ, ਠੀਕ ਹੈ। ਸਿੰਪਲ ਸਾਦਾ ਅਸੂਲ ਹੈ, ਸੁਣ ਲਓ ਕਮਲ ਕੇ ਮੈਂ ਜਵਾਬ ਦੇ ਸੁਣ ਲਓ। ਸਿੰਪਲ ਸਾਦਾ ਅਸੂਲ ਹੈ ਕਿ ਅਗਰ ਕੋਈ ਬੰਦਾ ਅਮਨ ਨਜ਼ੀਰ ਸਾਹਿਬ ਦੀ ਲਾਂਦਾ ਤਸਵੀਰ ਜਾਂ ਅਮਨ ਨਜ਼ੀਰ ਸਾਹਿਬ ਨਾਲ ਡਾਇਰੈਕਟ ਹੈ ਉਹਦੀ, ਠੀਕ ਹੈ, ਉਹ ਉਹਦਾ ਮਾਮਲਾ ਹੈ ਤੇ ਅਮਨ ਨਜ਼ੀਰ ਦਾ ਮਾਮਲਾ, ਤੁਹਾਡਾ ਮੇਰਾ ਮਾਮਲਾ ਨਹੀਂ ਹੈ, ਠੀਕ ਹੈ ਨਾ। ਇਸ ਚੀਜ਼ ਨੂੰ ਤੁਸੀਂ ਫੜਦੇ ਨਹੀਂ ਪਏ, ਤੁਹਾਨੂੰ ਗਲਤ ਪਟੜੀ ਤੇ ਚੜਾਇਆ ਜਾ ਰਿਹਾ ਤੇ ਮੈਨੂੰ ਜੋ ਲੱਗ ਰਿਹਾ ਆਉਣ ਵਾਲੇ ਟਾਈਮ ਦੇ ਉੱਤੇ ਤੁਸੀਂ ਚੜ ਜਾਣਾ। ਇਹੀ ਗਲਤਫਹਿਮੀ ਅੱਜ ਤੋਂ ਪਹਿਲਾਂ ਕਈ ਬੰਦਿਆਂ ਨਾਲ ਹੋਈ ਹੈ ਤੇ ਅੱਜ ਉਹ ਬੋਲਣ ਜੋਗੇ ਨਹੀਂ ਰਹੀ ਕਿਤੇ ਵੀ, ਠੀਕ ਹੈ। ਉਹ ਅਮਨ ਨਜ਼ੀਰ ਕਹਿੰਦਾ ਤੇ ਉਹ ਬੋਲਦੇ ਨੇ, ਅਮਨ ਨਜ਼ੀਰ ਕਹਿੰਦਾ ਤੇ ਉਹ ਕਿਤੇ ਚੜਦੇ ਨੇ, ਅਮਨ ਨਜ਼ੀਰ ਕਹਿੰਦਾ ਤੇ ਉਹ ਕਿਤੇ ਜਾ ਕੇ ਤੇ ਕਿਸੇ ਬਰਾੜ ਦੇ ਉੱਤੇ ਪੈਰ ਰੱਖਦੇ ਨੇ, ਵਰਨਾ ਉਹ ਕਿਸੇ ਪੈਰ ਨਹੀਂ ਰੱਖਦੇ। ਤੇ ਤੁਹਾਨੂੰ ਵੀ ਉਸੇ ਪਟੜੀ ਤੇ ਚੜਾਇਆ ਜਾ ਰਿਹਾ। ਅਗਰ ਤੁਸੀਂ ਆਜ਼ਾਦ ਰਹਿਣਾ ਚਾਹੁੰਦੇ ਹੋ, ਠੀਕ ਹੈ, ਤੇ ਇਸ ਪਟੜੀ ਤੇ ਨਾ ਚੜਿਓ। ਮੈਂ ਗੱਲ ਬਲਾਲ ਹਨੀਫ ਨੂੰ ਵੀ ਇਹ ਗੱਲ ਕਹੀ ਸੀ ਕਿ ਅਗਰ ਤੂੰ ਆਜ਼ਾਦ ਰਹਿਣਾ ਚਾਹੁੰਦਾ ਤੇ ਇਸ ਪਟੜੀ ਤੇ ਨਾ ਚੜੀ। ਇਹ ਪਟੜੀ ਭੈੜੇ ਪਾਸੇ ਖੜਦੀ ਆ, ਇਹ ਬੰਦੇ ਨੂੰ ਮਾਰ ਚੜੇ, ਸੁੱਕਾ ਚੜਦੀ ਬੰਦੇ ਨੂੰ। ਆ ਵੇਖ ਲਓ, ਕਈ ਬੰਦੇ ਤੁਸੀਂ ਵੇਖ ਲਓ ਜਿਹੜੇ ਸੁੱਕ ਗਏ ਨੇ ਵਿੱਚੋਂ। ਆ ਪਹਿਲਾਂ ਯੂਸਫੀ ਹੁੰਦਾ ਹੁੰਦਾ ਸੀ, ਢੇਰ ਸਾਰੀਆਂ ਗੱਲਾਂ ਕਰਦਾ ਹੁੰਦਾ ਸੀ, ਜਾ ਕੇ ਇਲਮੀ ਬਹਿਸਾਂ ਕਰਦਾ ਸੀ, ਨਹੀਂ ਕਰ ਪਾ ਰਿਹਾ ਹੁਣ ਅੱਜ ਕੱਲ। ਕੀ ਹੈ, ਅੰਦਰੋਂ ਸੁਕਾ ਛੜਿਆ ਉਹਨੇ ਉਸਤਾਦ ਨੇ। ਉਹਨੇ ਆਖਿਆ ਨਹੀਂ, ਤੁਸੀਂ ਮੇਰੇ ਪਿੱਛੇ ਖਲੋਵੋ, ਜਿੱਥੇ ਮੈਂ ਜਾਵਾਂ ਉੱਥੇ ਜਾਓ, ਠੀਕ ਹੈ। ਆ ਬਰੇਲਵੀ ਸੀ, ਅਗਲੇ ਨੇ ਭਾਬੀ ਕਰ ਲਿਆ। ਮਲਕ ਕੈਸਰ ਬਰੇਲਵੀਆਂ ਨਾਲ ਤਾਂ ਤਲਕ ਸੀ, ਅਗਲੇ ਲਾ ਕੇ ਆਪਣੇ ਮਗਰ ਲਾ ਲਿਆ। ਅੱਜ ਉਹ ਕਿਤੇ ਗੱਲ ਕਰਨ ਜੋਗਾ ਨਹੀਂ ਰਿਹਾ। ਸਰ, ਤੁਹਾਡੇ ਵਾਸਤੇ ਵੀ ਇਹੀ ਨਸੀਹਤ ਹੈ ਕਿ ਤੁਸੀਂ ਜਿਹੜੀ ਪਟੜੀ ਤੇ ਚੜਨ ਦੀ ਕੋਸ਼ਿਸ਼ ਕਰ ਰਹੇ ਹੋ ਨਾ, ਮੈਨੂੰ ਲੱਗ ਰਿਹਾ ਲਹਿਜਿਆਂ ਚ ਲੱਗ ਰਿਹਾ ਸੀ, ਇਹ ਪਟੜੀ ਤੁਹਾਨੂੰ ਕਿਸੇ ਦੇ ਪਿੱਛੇ ਲਾ ਦੇਗੀ, ਕੈਦ ਕਰ ਦੇਗੀ, ਅੰਦਰੋਂ ਸੁਕਾ ਦੇਗੀ। ਅੱਗੇ ਇੱਕ ਬੰਦਾ ਵਨ ਮੈਨ ਚੱਲੇਗਾ, ਤੁਸੀਂ ਸਾਰੇ ਉਹਦੇ ਪਿੱਛੇ ਬੈਠੇ ਰਹੋਗੇ ਹੱਥ ਬੰਨ ਕੇ। ਗੱਲ ਕਰਨ ਦਾ ਪਲੇਟਫਾਰਮ ਨਹੀਂ ਲੱਭੇਗਾ, ਕੋਈ ਗੱਲ ਕਰਨ ਦਾ ਤੁਹਾਨੂੰ, ਤੁਸੀਂ ਕਰਨ ਜਾਓਗੇ ਵੀ, ਤੁਹਾਡੀ ਉਹ ਪ੍ਰੈਕਟਿਸ, ਤੁਹਾਡੀ ਉਹ ਜਿਹੜੀ ਚੀਜ਼ ਸੀ ਨਾ, ਜਿਹੜੀ ਕਿ ਤੁਹਾਡੇ ਅੰਦਰ ਹੈ ਸੀ, ਉਹ ਮਰ ਮੁੱਕੀ ਗਈ। ਇਸ ਲਈ ਇਸ ਚੀਜ਼ ਨੂੰ ਗੌਰ ਨਾਲ ਸੋਚੋ, ਤੁਹਾਡੇ ਵਾਸਤੇ ਬਿਹਤਰ ਹੈ। ਮੈਂ ਨਹੀਂ ਆਂਦਾ ਪਿਆ, ਮੈਨੂੰ ਪਤਾ ਇਸ ਚੀਜ਼ ਦਾ, ਮੈਂ ਤਾਂ ਪਹਿਲਾਂ ਦੱਸਿਆ ਕਿ ਇਸ ਗੱਲ ਦਾ ਕਿਤੇ ਫਾਈਨਲ ਨਹੀਂ ਕਰ ਸਕਦੇ ਤੁਸੀਂ ਕਿ ਫੇਸਬੁੱਕ ਦਿੱਤੀ। ਉਹ ਨਾਸਰ ਬਾਟ ਸਾਹਿਬ ਬਿਲਕੁਲ ਠੀਕ ਨੇ, ਤੁਸੀਂ ਬਿਲਕੁਲ ਠੀਕ ਹੋ, ਨਾ ਤੁਸੀਂ ਚੋਰੀ ਕੀਤੀ ਹੈ, ਨਾ ਤੁਹਾਨੂੰ ਨਾਸਰ ਬਾਟ ਸਾਹਿਬ ਨੇ ਦਿੱਤੀ ਹੈ। ਹੁਣ ਵਿੱਚ ਇੱਕ ਗਲਤੀ ਹੋਈ ਹੈ, ਉਹ ਨਾਸਰ ਬਾਟ ਸਾਹਿਬ ਕੋ ਹੋਈ ਹੈ, ਠੀਕ ਹੈ। ਉਹ ਇਹ ਹੋਈ ਹੈ ਕਿ ਉਹਨਾਂ ਨੂੰ ਪਤਾ ਨਹੀਂ ਸੀ ਹੈ ਇੱਕ ਚੀਜ਼ ਦਾ ਕਿ ਕਿਸੇ ਨੂੰ ਲਿੰਕ ਸ਼ੇਅਰ ਕਰੋ ਤੇ ਨਾਲ ਨਾਮ ਚਲਾ ਜਾਂਦਾ, ਇਸ ਚੀਜ਼ ਦਾ ਉਹਨਾਂ ਨੂੰ ਨਹੀਂ ਸੀ ਪਤਾ।
ਹੈ ਤਾਂ ਬਿਲਕੁਲ ਠੀਕ ਨੇ ਕਿ ਮੈਂ ਤੁਹਾਨੂੰ ਨਹੀਂ ਦਿੱਤਾ, ਲੇਕਿਨ ਨਾਮ ਚਲਾ ਗਿਆ। ਤੁਸੀਂ ਜ਼ਾਹਰੀ ਗੱਲ ਹੈ, ਹਰ ਕੋਈ ਕਰਦਾ, ਮੈਂ ਵੀ ਕਰਨਾ, ਮੇਰੇ ਕੋਲ ਵੀ ਹੁੰਦਾ, ਮੈਂ ਵੀ ਕਰਨਾ ਸੀ। ਇਸ ਗੱਲ ਦਾ ਫਾਈਨਲ ਫੈਸਲਾ ਹੋ ਨਹੀਂ ਸਕਦਾ, ਤੁਸੀਂ ਦੋਵੇਂ ਠੀਕ ਹੋ। ਦੂਸਰੀ ਗੱਲ ਅਸੂਲ ਦੀ ਆ ਜਾਂਦੀ ਹੈ। ਅਸੂਲ ਇਹ ਵੇ ਕਿ ਅਮਨ ਨਜ਼ੀਰ ਸਾਹਿਬ ਦੀ ਤਸਵੀਰ ਕੋ ਟੰਗਦਾ, ਉਹਦੇ ਇੱਕ ਰੀਜ਼ਨ ਮੌਜੂਦ ਹੈ, ਠੀਕ ਹੈ, ਉਹਦੇ ਇੱਕ ਗਰੁੰਡ ਮੌਜੂਦ ਹੈ ਕਿ ਵੀ ਮੈਂ ਕਿਉਂ ਲਾਣਾ। ਉਹ ਗਰੁੰਡ ਅਗਰ ਤੁਹਾਡੇ ਕੋਲ ਮੌਜੂਦ ਹੈ ਵੇ, ਠੀਕ ਹੈ, ਤੇ ਤੁਸੀਂ ਲਾ ਸਕਦੇ ਹੋ, ਲੇਕਿਨ ਤੁਹਾਡੇ ਕੋਲ ਗਰੁੰਡ ਮੌਜੂਦ ਨਹੀਂ, ਠੀਕ ਹੈ। ਤੁਸੀਂ ਜਿਹੜੀ ਸੋਚ, ਜਿਹੜਾ ਜ਼ਿਹਨ, ਜਿਹੜੀ ਅਕਲ ਲੈ ਕੇ ਚੱਲ ਰਹੇ ਹੋ, ਉਹ ਤੁਹਾਡੇ ਇਸ ਸਵਾਲ ਦੇ ਬਿਲਕੁਲ ਬਰਅਕਸ ਹੈ, ਠੀਕ ਹੈ। ਉਹ ਤੁਹਾਡੇ ਸਵਾਲ, ਤੁਹਾਡੇ ਨੇਚਰ, ਤੁਹਾਡੇ ਅਖਲਾਕ ਦੇ ਨਾਲ ਮੈਚ ਨਹੀਂ ਕਰਦੀ ਇਹ ਗੱਲ ਕਿ ਮੈਂ ਤੇਰੀਆਂ ਟੰਗਾਂਗਾ। ਅਸਦ ਭਾਈ, ਤੁਹਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ, ਇਹ ਤੁਹਾਡੇ ਨੇਚਰ ਦੇ ਖਿਲਾਫ ਗੱਲ ਤੁਹਾਡੀ ਫਿਤਰਤ ਦੇ ਖਿਲਾਫ ਗੱਲ ਜਾ ਰਹੀ ਹੈ, ਤੁਹਾਡੇ ਅਖਲਾਕ ਦੇ ਖਿਲਾਫ ਗੱਲ ਜਾ ਰਹੀ ਹੈ। ਹੁਣ ਸੁਣ ਵੀ ਲਵਾਂ ਨਾ, ਜਵਾਬ ਜੀ ਬਿਸਮਿਲ੍ਲਾ। ਦੇਖੋ, ਮੈਂ ਕਦੀ ਟੰਗੀ ਵੀ ਨਹੀਂ, ਨਾ ਟੰਗਣ ਦੇ ਹੱਕ ਦੇ ਅੰਦਰ ਸਾਂ, ਨਾ ਡਿਸਕਸ਼ਨ ਕਰਨ ਦੇ ਹੱਕ ਦੇ ਅੰਦਰ ਸਾਂ, ਠੀਕ ਹੈ। ਲੇਕਿਨ ਇਹਨਾਂ ਨੇ ਆ WhatsApp ਤੇ ਮੈਸੇਜ ਕੀਤਾ ਕਿ ਜਿਹਦੇ ਐਡਾ ਕੰਮ ਕਰ ਚੁੱਕੇ ਆ, ਫੋਟੋਆਂ ਵੀ ਦੇ। ਮੈਨੂੰ ਅਫਸੋਸ ਹੈ ਬਹੁਤ ਜ਼ਿਆਦਾ, ਠੀਕ ਹੈ। ਮੈਂ ਫਿਰ ਵੀ ਜਵਾਬ, ਮੈਂ ਤੁਸੀਂ ਤੁਹਾਨੂੰ ਖਾਸ ਕਰਨਾ ਕਿ ਮੈਂ ਜਵਾਬ ਨਹੀਂ ਦਿੱਤਾ, ਠੀਕ ਹੈ। ਇਹ ਆ ਕੇ ਮੌਸੂਫ ਮਾਈਕ ਦੇ ਉੱਤੇ ਆ ਕੇ ਕਿਸੇ ਅਹਿਮਦੀ ਬਰਾੜ ਦੇ ਉੱਤੇ, ਠੀਕ ਹੈ, ਉਹ ਮੇਰਾ ਸਭ ਤੋਂ ਪੁਰਾਣਾ ਦੋਸਤ ਉੱਥੇ ਆ ਕੇ ਕਹਿੰਦਾ ਤੂੰ ਮੇਰਾ ਉੱਥੇ ਹੁਣ ਚਲਾਏਗਾ। ਉਹ ਤੂੰ ਜਿੱਥੇ ਮੈਨੂੰ ਵੀ ਮਾਣ ਬਣਾਇਆ, ਅਹਿਮਦੀ ਵੀ ਬਣਾਏ ਨੇ, ਗੈਰ ਅਹਿਮਦੀ ਬਣਾਏ ਨੇ, ਸਾਰੇ ਕੱਢ ਕੇ ਗੈਰ ਅਹਿਮਦੀ ਬਣਾ ਸਾਰੇ, ਠੀਕ ਹੈ। ਮੈਂ ਕਿਹਾ ਮੈਂ ਤੁਹਾਡੀ ਗੱਲ ਤੇ ਹੁਣ ਵੀ ਪੜਦੇ ਜਿਹੜੇ ਨੇ ਉਹ ਹੈ ਨੇ, ਅਸਦ ਬੜਾ ਅੱਛਾ ਹੈ ਤੇ ਠੀਕ ਹੈ। ਉਹ ਇਹਨਾਂ ਨੇ ਮਾਈਕ ਤੇ ਆ ਕੇ ਗੱਲ ਕੀਤੀ, ਆਪ ਆ ਕੇ ਇਹਨਾਂ ਨੇ ਸ਼ੁਰੂ ਕੀਤੀ ਹੈ ਸ਼ਾਇਦ। ਮੈਂ ਕਿਹਾ ਅਗਰ ਇਹੀ ਹੈ, ਠੀਕ ਹੈ, ਅਗਰ ਤੁਸੀਂ ਗੱਲ ਜਿਹੜੀ ਸਾਰੀ ਕੀਤੀ ਹੈ ਨਾ, ਸੁਣ, ਤੁਸੀਂ ਹੁਣ ਜਨਾਬ ਗਲਤ ਕਰਨ ਕਰੋ ਤੁਸੀਂ ਆਪ ਹੀ ਆਖਿਆ ਕਿ ਅਗਰ ਜਿਸ ਅਸੂਲ ਦੇ ਤਹਿਤ ਇਹ ਲਾ ਰਹੇ ਨੇ, ਅਗਰ ਉਹ ਵਜ੍ਹਾ ਬਾਇਸ ਮੇਰੇ ਕੋਲ ਮੌਜੂਦ ਹੈ ਤੇ ਉਸ ਅਸੂਲ ਦੇ ਤਹਿਤ ਮੈਨੂੰ ਗੱਲ ਕਰਨ ਦਾ ਹੱਕ ਹੈ, ਅਸੀਂ ਇਹ ਕਰਨੇ 365 ਦਿਨ ਅਸੀਂ ਸਵਾਲ ਇਹ ਕਰਾਂਗੇ ਜਿਸ ਅਸੂਲ ਦੇ ਤਹਿਤ ਤੁਸੀਂ ਲਾ ਰਹੇ ਹੋ ਕਿ ਉਸ ਅਸੂਲ ਦੇ ਤਹਿਤ ਸਾਨੂੰ ਲਾਉਣ ਦੀ ਇਜਾਜ਼ਤ ਹੈ ਜਾਂ ਤੁਸੀਂ ਵੇਖ ਲਓ। ਔਰ ਮੈਨੂੰ ਜਵਾਬ ਬਿਲਕੁਲ ਲੈ ਲਿਓ, ਬਿਲਕੁਲ ਜਵਾਬ ਲੈ। ਹਾਂ ਨਹੀਂ ਮੈਂ ਤੁਹਾਡੇ ਕੋਲ ਲੈਣਾ ਹੀ ਨਹੀਂ ਭਾਈ ਜਵਾਬ, ਸਰ ਅਸੂਲ ਦਾ ਜਵਾਬ ਲੈ ਲਿਓ ਨਾ। ਜਿਹੜਾ ਅਸੂਲ ਦਾ 313 ਭਾਈ ਅਸੂਲ ਦੀ ਗੱਲ ਕੀਤੀ ਜੇ, ਕਿਆ ਤੁਸੀਂ ਤੁਹਾਨੂੰ ਜਾਂ ਤੁਹਾਡੀ ਕਿਸੇ ਵੀ ਔਰਤ ਦੀ ਜਾਂ ਤੁਹਾਡੀ ਕਿਸੇ ਘਰ ਦੇ ਖਤੂਨ ਦੀ ਤਸਵੀਰ ਅੱਜ ਤੱਕ ਨਾਸਰ ਭੱਟ ਸਾਹਿਬ ਨੇ ਜਾਂ ਫਾਈਟਰ ਨੇ ਲਾਈ ਹੈ? ਨਹੀਂ ਨਾ ਲਾਈ ਤੇ ਤੁਸੀਂ ਉਸ ਅਸੂਲ ਤੋਂ ਬਾਹਰ ਹੋ ਗਏ ਹੋ। ਨਹੀਂ ਲਾਈ, ਕਦੀ ਵੀ ਨਹੀਂ। ਤੁਸੀਂ ਉੱਥੇ ਨਹੀਂ ਆ ਸਕਦੇ ਜਿੱਥੇ ਜਿਹੜੀ ਸਟੇਜ ਦੇ ਉੱਤੇ ਅਮਨ ਨਜ਼ੀਰ ਸਾਹਿਬ ਨੇ ਆ ਕੇ ਕੰਮ ਕੀਤੇ ਨੇ ਨਾ। ਮੈਂ ਖੁਦਾ ਦੀ ਕਸਮ ਖਾ ਕਹਿਣਾ ਕਿ ਮੇਰੇ ਆਪਣੇ ਇਹਨਾਂ ਕੰਨਾਂ ਨੇ ਸੁਣਿਆ ਸੀ। AK ਸ਼ੇਖ ਦੀ ਬਰਾੜ ਸੀ, ਨਾਸਰ ਪਿੰਕ ਫੁੱਲ ਵਾਲੇ ਨੇ ਜਾ ਕੇ ਤੇ ਗੱਲ ਕੀਤੀ ਸੀ ਕਿ ਤੂੰ ਕਿਹੜੇ ਲਿਹਾਜ਼ ਨਾਲ ਔਰਤ ਦੀ ਤਸਵੀਰ ਲਾਈ ਹੈ। ਉਹਨੇ ਆਖਿਆ ਮੈਂ ਇਸਲਾਮੀ ਸ਼ਰੀਅਤ ਦੇ ਮੁਤਾਬਕ ਲਾਈ ਹੈ, ਅੱਗੇ ਇਹ ਸਿਰਫ ਟਿਕਟਾਕ ਸੀ ਤਾਂ ਲਾਈ ਹੈ। ਜੇ ਕਿਤੇ ਹਕੀਕਤ ਤੇ ਮੇਰੇ ਸਾਹਮਣੇ ਆ ਜਾਂਦੀ ਮੈਂ ਉਹਨੂੰ ਲੋਂਡੀ ਬਣਾਉਂਦਾ ਤੇ ਉਹਨੂੰ ਪੇਲਦਾ ਸਜੇ। ਤੇ ਜੇ ਹਰਕਤ ਉਹਨਾਂ ਨੇ ਕੀਤੀ ਹੈ ਨਾ, ਉਹਨਾਂ ਨੇ ਪੂਰੀ ਦੀ ਪੂਰੀ ਇਸਲਾਮੀ ਸ਼ਰੀਅਤ ਦੇ ਮੁਤਾਬਕ ਕੀਤੀ ਹੈ ਤੇ ਸਾਡਾ ਹੱਕ ਬਣਦਾ ਉਹਨਾਂ ਨੂੰ ਦੱਸਣਾ, ਠੀਕ ਹੈ, ਜਾਂ ਕਿਸੇ ਦਾ ਵੀ। ਮੈਂ ਨਹੀਂ ਕੀਤੀ, ਮੈਂ ਨਹੀਂ ਲਾਈ, ਮੈਂ ਨਹੀਂ ਲਾਈ, ਮੈਂ ਨਹੀਂ ਲਾਈ, ਉਹਨਾਂ ਨੂੰ ਕੋਈ ਮਸਲਾ ਨਹੀਂ। ਲੇਕਿਨ ਕੋਈ ਬੰਦਾ ਜਜ਼ਬਾਤੀ ਵੀ ਹੁੰਦਾ ਹੈ, ਕਿਸੇ 'ਚ ਗੁੱਸਾ ਵੀ ਹੁੰਦਾ ਹੈ। ਜੇ ਫਾਈਟਰ ਹੈ ਉਹਨੂੰ ਜ਼ਿਆਦਾ ਗੁੱਸਾ ਲੱਗਾ, ਉਹਦਾ ਹੱਕ ਹੈ, ਠੀਕ ਹੈ, ਕਿ ਉਹ ਉਹਨਾਂ ਦੁੱਖ ਨੂੰ ਦੇ, ਲੇਕਿਨ ਤੁਹਾਡਾ ਹੱਕ ਨਹੀਂ ਬਣਦਾ। ਕਿਉਂ ਕਿ ਤੁਸੀਂ ਇਸੇ ਕੰਮ ਦੇ ਨਾਲ ਸੋ ਕਿਸੇ ਟਾਈਮ 'ਚ ਜੇ ਤੁਸੀਂ ਆਪਣੇ ਆਪ ਨੂੰ ਅਲੱਗ ਕਰ ਲਿਆ ਕਿਸੇ ਕੰਮ ਦੇ ਨਾਲ। ਮੈਂ ਪਹਿਲੇ ਦਿਨ ਤੋਂ ਮਜ਼ਮਤ ਕੀਤੀ ਹੈ, ਠੀਕ ਹੈ, ਪਹਿਲੇ ਦਿਨ ਅਗਰ ਮਜ਼ਮਤ ਵੀ ਕੀਤੀ ਹੈ ਸੁਣ ਲਓ, ਚਲੋ ਇਹਨੇ ਦਿਨ ਨਹੀਂ ਸਮਝ ਆਈ 313 ਬਹਿਰੀਨ ਭਾਈ, ਅਗਰ ਮਜ਼ਮਤ ਵੀ ਕੀਤੀ ਲੱਗੇ ਨੇ ਜੀ, ਅਗਰ ਤੁਸੀਂ ਮਜ਼ਮਤ ਵੀ ਕਰ ਲਈਏ ਕੋਈ ਮਸਲਾ ਨਹੀਂ, ਇਹ ਕੋਈ ਵੱਡੀ ਗੱਲ ਨਹੀਂ ਹੋਗੀ। ਮਜ਼ਮਤ ਕੀਤੀ ਤੁਸੀਂ ਆਪਣੇ ਆਪ ਨੂੰ ਸਾਈਡ ਤੇ ਕਰ ਸਕਦੇ ਹੋ, ਲੇਕਿਨ ਤੁਸੀਂ ਆਪਣੇ ਆਪ ਨੂੰ ਵਿੱਚ ਇਨਵੋਲਵ ਨਹੀਂ ਕਰ ਸਕਦੇ। ਇਹ ਮੈਂ ਕਹਿ ਰਿਹਾ ਤੁਹਾਡਾ ਅਮਨ ਨਜ਼ੀਰ ਨਾਸਰ ਭੱਟ ਦੇ ਮਾਮਲੇ ਦੇ ਵਿੱਚ ਨਹੀਂ ਇਨਵੋਲਵਮੈਂਟ ਹੋਣੀ ਚਾਹੀਦੀ। ਮੈਂ ਕਹਿ ਰਿਹਾ ਮੈਂ ਖੁਦ ਆ ਕੇ ਇਨਵੋਲਵ ਕੀਤਾ ਹੈ ਯਾਰ। ਅੱਛਾ ਉਹ ਸੁਣ ਲਓ, ਹਾਂ ਉਹੀ ਮਾਸੀਆਂ ਦੀ ਸੁਣ ਲਓ। ਮੈਸੇਜ ਜਿਹੜੇ ਨਾਸਰ ਭੱਟ ਸਾਹਿਬ ਨੇ ਕੀਤੇ ਨਾ, ਤੁਹਾਨੂੰ ਵੀ ਪਤਾ ਹੈ, ਤੁਹਾਨੂੰ ਵੀ ਇਸ ਚੀਜ਼ ਦਾ ਪਤਾ ਹੈ ਕਿ ਬੰਦਾ ਗੁੱਸੇ ਦੇ ਵਿੱਚ ਜਦੋਂ ਕਿਸੇ ਦੇ ਨਾਲ ਐਸੇ ਤਾਲੁਕਾਤ ਹੋਣ ਨਾ, ਜਾਂ ਮੇਰੇ ਨਾਲ ਯਕੀਨ ਮੰਨੋ, ਮੈਂ ਸ਼ੁਰੂ ਦੇ ਵਿੱਚ ਜਦੋਂ ਮੇਰੇ ਨਾਲ ਕਿਸੇ ਯਾਰ ਨੇ ਕੀਤੀ ਸੀ, ਤੁਹਾਨੂੰ ਮੈਂ ਹੁਣੇ ਸ਼ੁਰੂ ਤੋਂ ਸ਼ਿਕਾਇਤ ਵੀ ਸੀ ਗੱਲ ਉਹਦੀ, ਮੇਰੇ ਨਾਲ ਉਹਨੇ ਕੀਤੀ ਸੀ, ਮੇਰੇ ਕੋਲ ਗੁੱਸੇ ਦੇ ਵਿੱਚ ਉਹਨੂੰ ਗਾਲ ਵੀ ਨਿਕਲ ਗਈ, ਲੇਕਿਨ ਫਿਰ ਮੈਂ ਆਪਣੇ WhatsApp ਗਰੁੱਪਾਂ ਦੇ ਵਿੱਚ ਬੰਦਿਆਂ ਨੂੰ ਕਿਹਾ, ਮੈਂ ਕਿਹਾ ਯਾਰ ਨਹੀਂ ਯਾਰ ਮੇਰੇ ਕੋਲ ਗੁੱਸੇ 'ਚ ਗਾਲ ਨਿਕਲ ਰਹੀ ਹੈ, ਮੇਰਾ ਤਾਂ ਭਰਾ ਸੀ, ਠੀਕ ਹੈ, ਮੈਨੂੰ ਗਾਲ ਨਹੀਂ ਕਰਨੀ ਚਾਹੀਦੀ। ਕਹਿਣ ਦਾ ਮਕਸਦ ਇਹ ਕਿ ਗੁੱਸੇ ਦੇ ਵਿੱਚ ਕਈ ਵਾਰੀ ਐਸੇ ਅਲਫਾਜ਼ ਨਿਕਲ ਆਉਂਦੇ ਨੇ, ਠੀਕ ਹੈ, ਕਿ ਜਿਹੜੇ ਬੰਦੇ ਦੀ ਨੀਅਤ ਨਹੀਂ ਹੁੰਦੀ, ਬੰਦੇ ਦੀ ਨੀਅਤ ਨਹੀਂ ਹੁੰਦੀ 313 ਬਹਿਰੀਨ ਭਾਈ, ਉਹ ਗੁੱਸੇ ਦੇ ਅਲਫਾਜ਼ ਹੁੰਦੇ ਨੇ, ਉਹਨਾਂ ਨੂੰ ਹਜ਼ਫ ਕਰਨਾ ਚਾਹੀਦਾ। 1 1 2 2 1 ਮਿੰਟ ਫਾਈਟਰ 1
ਠੀਕ ਹੋ ਗਿਆ ਜੀ ਇੱਕ ਗੱਲ ਦਾ ਬਾਰ-ਬਾਰ ਸ਼ੋਰ ਕੀਤਾ ਜਾ ਰਿਹਾ ਜੀ। ਭੱਟ ਸਾਹਿਬ ਨੇ ਕਿਹਾ ਉੱਥੇ ਦੋਸਤ, ਮੈਂ ਅੱਜ ਵੀ ਉਸੇ ਗੱਲ ਦਾ ਕਾਇਮ ਹਾਂ। ਜੇ ਬਣਾਣਾ ਨਾ, ਇੱਕ ਗੱਲ ਦਾ ਮੈਂ ਛੋਟੀ ਜੀ ਗੱਲ ਕਹੀ ਸੀ, ਮੈਂ ਕਿਹਾ ਜੇ ਮੈਂ ਮੋਡੀਰੇਟਰ ਹਾਂ, ਅਮਨ ਨਜ਼ੀਰ ਨਜਫ ਜਾਂ ਉਸ ਪਾਰਟੀ ਨੂੰ ਮੈਂ ਮਾਈਕ ਤੇ ਰਹਿਣ ਦਵਾਂਗਾ, ਮੈਂ ਖੁਦ ਜਵਾਬ ਦੇਣਾ, ਮੈਂ ਕਦੇ ਵੀ ਨਹੀਂ ਖਲੋਂਦਾ। ਤੇ ਜੇ ਉਹ ਪਾਰਟੀ ਮੋਡੀਰੇਟਰ ਹੋਏਗੀ, ਉਹ ਮੈਨੂੰ ਮਾਈਕ ਤੇ ਖਲੋਣ ਦੇਗੀ, ਮੈਂ ਕਿਹਾ ਕਦੇ ਵੀ ਨਹੀਂ ਖਲੋਣ ਦੇਗੀ। ਮੈਂ ਕਿਹਾ ਬਿਲਕੁਲ ਖਲੋਣ ਦੇਗੀ, ਗਲਤ ਬਿਆਨ ਕਰ ਨਹੀਂ ਨਹੀਂ, ਉਹ 313 ਬਹਿਰੀਨ ਭਾਈ ਮੇਰੀ ਗੱਲ ਸੁਣੋ। ਅਗਰ ਇਹ ਹੁਣ ਗੱਲ ਕਰਨ ਤੋਂ ਬਾਅਦ ਉਹਨਾਂ ਨੇ, ਕਿਉਂਕਿ ਨਾਸਰ ਬਾਟ ਸਾਹਿਬ ਦੀ ਗੱਲ ਨੂੰ ਝੂਠਿਆ ਪਾਣਾ ਹੈ ਨਾ, ਠੀਕ ਹੈ, ਮੈਂ ਯਕੀਨ ਮੈਨੂੰ ਅਜ਼ਮਾ ਚੁੱਕਿਆ। ਜਿਹੜੀ ਨਾਸਰ ਬਾਟ ਸਾਹਿਬ ਨੇ ਗੱਲ ਕੀਤੀ ਹੈ ਨਾ, ਐਸੀ ਬਰਾੜ ਸੀ, ਮੇਰੀ ਹੀ ਬਰਾੜ ਸੀ ਮੈਨੂੰ ਲੱਗਦਾ ਪਿਆ, ਜਾਂ ਪਤਾ ਨਹੀਂ ਕਿਤੇ ਮੈਂ ਮੋਡੀਏਟਰ ਸਾਂ ਉੱਥੇ ਸਨ। ਅਮਨ ਨਜ਼ੀਰ ਸਾਹਿਬ ਉੱਤੇ ਜਿਹੜੇ ਨੇ ਗੱਲ ਕਰ ਰਹੇ ਨੇ ਬੜੇ ਸਕੂਨ ਮਾਹੌਲ ਨਾਲ, ਨਾਸਰ ਬਾਟ ਸਾਹਿਬ ਉੱਤੇ ਜਿਹੜੇ ਨੇ ਨਾਲ ਹੀ ਅਮਨ ਨਜ਼ੀਰ ਸਾਹਿਬ, ਉਹ ਆ ਗਈ ਚੱਲ ਗਈ ਫਲਾ ਜਾ ਕਰਦੇ ਨਹੀਂ ਕਰਦੇ ਸ਼ੋਰ ਮਚਾ ਮਤਲਬ ਕਿ ਵੇਖ ਕੇ ਇਹਨਾਂ ਦੋਨਾਂ ਦੀ ਆਪਸ ਜਿਸ ਤਰ੍ਹਾਂ ਸਾਰੀ ਉਮਰ ਮੇਰੀ ਗੱਲ ਤੇ ਹੋਣ ਤੋਂ ਨਾ, ਕੰਪਲੀਟ ਹੋਣ ਤੋਂ ਨਾ, ਮੈਂ ਇਹਨੂੰ ਆਖਿਆ ਸੀ, ਮੈਂ ਕਿਹਾ ਤੇਰਾ ਵੇ ਕਿ ਤੂੰ ਅਸੀਂ ਟਿੰਡਾ ਲੜਾਉਂਦੇ ਰਹੀਏ ਹੈ ਤੇ ਤੂੰ ਸਕੂਨ ਨਾਲ ਬੈਠਾ ਲੜਾਉਂਦੇ ਰਹੀਏ ਤੇ ਲੜਦੇ ਰਹੀਏ ਯਾਰ ਕੁਛ ਨਹੀਂ ਇਹਦੇ ਚ ਕੋਈ ਬੜੀ ਗੱਲ ਤੇ ਨਾ ਹੈ। ਖੈਰ ਉਹਨਾਂ ਆਪਣੇ ਆਪ ਨੂੰ ਵੀ ਤੇ ਕਿਹਾ ਨਾ, ਹਰ ਗੱਲ ਤੇ ਨਾ ਆਪਣੇ ਆਪ ਨੂੰ ਵੀ ਤਾਂ ਉਹਨਾਂ ਨੇ ਕਿਹਾ, ਉਹਨਾਂ ਨੇ ਕੋਈ ਗਲਤ ਗੱਲ ਤੇ ਨਹੀਂ ਕੀਤੀ ਅਸਰ ਭਾਈ। ਇਹਦੇ ਚ ਤੁਸੀਂ ਮੰਨ ਜਾਓਗੇ ਉਹਨਾਂ ਕੋਲ ਹਰ ਗੱਲ ਵਿੱਚ ਨੁਕਸ ਕੱਢਣਾ ਹੈ ਉਹਨੇ। ਅਸਰ ਸਾਹਿਬ ਤੁਸੀਂ ਵਾਕਈ, ਮੈਂ ਤੁਹਾਨੂੰ ਦੱਸਣ ਡਿਆ ਨਾ, ਤੁਸੀਂ ਹਰ ਗੱਲ ਚ ਨੁਕਸ ਕੱਢਣ ਡਏ ਹੋ। ਤੁਸੀਂ ਬਿਲਕੁਲ ਕੰਧੋਂ ਪਾਰ ਜਾ ਕੇ ਡਿੱਗ ਪਏ ਹੋ, ਠੀਕ ਹੈ। ਹੁਣ ਤੁਹਾਨੂੰ ਇਧਰ ਲਈ ਹਰ ਛੋਟੀ ਗੱਲ, ਹੁਣ ਉਹਨਾਂ ਨੇ ਭੇਡੂ ਵਾਲੀ ਗੱਲ ਕੀਤੀ ਤੇ ਉਹਨੂੰ ਭੇਡ ਗਿਆ ਤੇ ਆਪਣੇ ਆਪ ਨੂੰ ਤੇ ਭੇਡ ਗਿਆ, ਠੀਕ ਹੈ। ਨਹੀਂ ਉਹਨਾਂ ਨੇ ਗਲਤ ਗੱਲ ਨਹੀਂ ਦੱਸਿਆ ਕਿ ਮੇਰੀ ਇਹ ਨਹੀਂ ਹੈ ਕਿ ਦੋਵੇਂ ਲੜਦੇ ਰਹਿੰਦੇ, ਮੈਂ ਆਰਾਮ ਸਕੂਨ ਨਾਲ ਕੰਮ ਕਰਦਾ। ਇਹ ਗੱਲ ਇਤਰਾਜ਼ ਤੁਹਾਡਾ ਬਣਦਾ ਕਿ ਤੁਸੀਂ ਕਹੋ ਕਿ ਮੈਂ ਕਹਿ ਰਿਹਾ ਨਾ, ਚੈੱਕ ਕਰ ਰਹੇ ਹੋ। ਹੁਣ ਮੈਂ ਸਿਰਫ ਇਹ ਤੁਸੀਂ ਕਹਿ ਸਕਦੇ ਹੋ, ਇਹ ਤੁਹਾਡਾ ਕਿ ਜਿਸ ਵੇਲੇ ਦੋ ਐਜਿਸ ਦੀਆਂ ਪਾਰਟੀਆਂ ਹੋਣ ਤੇ ਮਾਸ ਵਾਲੀ ਲੜਾਈ ਦਾ ਕੁਝ ਨਹੀਂ ਹੁੰਦਾ। ਮੈਂ ਇਹਨੂੰ ਆਖਿਆ ਜਿਹਨੂੰ ਇੱਕ ਪਾਸਾ ਰੱਖਣੀ ਉਹ ਰੱਖ ਲੈ, ਚਲਾ ਆਪਣਾ ਕੰਮ। ਹੁਣ ਤੇ ਇਤਰਾਜ਼ ਹੀ ਕੋਈ ਨਹੀਂ, ਤੂੰ ਬਹਿਣਾ ਉਹਦੇ ਨਾਲ, ਤੂੰ ਉਹਦੇ ਨਾਲ ਬਹਿ, ਤੂੰ ਜੋ ਕੁਛ ਕਰਨਾ ਤੂੰ ਕਰ, ਹੁਣ ਤੇ ਇਤਰਾਜ਼ ਕੋਈ ਨਹੀਂ ਹੈ। ਹਾਂ ਫਿਰ ਇਹ ਇੱਥੇ ਦੇਖੋ ਨਾਸਰ ਸਾਹਿਬ ਕਿੰਨੀ ਸੋਹਣੀ ਗੱਲ ਕੀਤੀ ਨਾਸਰ ਬਾਟ ਸਾਹਿਬ ਨੇ। ਹਾਂ ਨਾਸਰ ਬਾਟ ਸਾਹਿਬ ਨੇ ਕਿੰਨੀ ਸੋਹਣੀ ਗੱਲ ਕੀਤੀ। ਬਿਲਕੁਲ ਜਨਾਬ, ਅਗਰ ਤੁਸੀਂ ਬਹੁਤ ਅੱਛੀ ਗੱਲ ਕੀਤੀ। ਅਗਰ ਤੁਸੀਂ ਉਹਨਾਂ ਦੇ ਨਾਲ ਸਮਝ ਗਿਆ, ਜਵਾਬ ਤੇ ਦੇਣ ਦਾ ਕਸਮ ਮੈਂ ਸਮਝ ਗਿਆ, ਹੁਣ ਗੱਲ ਦਾ ਜਵਾਬ ਤੇ ਦੇਣ ਦੋ। ਇਹਨਾਂ ਨੇ ਕਿਹਾ ਜਨਾਬ ਅਹਿਮਦੀ ਮੋਡਰੇਟਰ ਰਿਮੂਵ ਕਰ, ਸਾਰੇ ਰਿਮੂਵ ਹੋ ਕੇ ਅਲੀ ਕਰਸਰ ਥੋੜਾ ਜਿਹਾ ਬਾਕੀ ਹੈ, ਠੀਕ ਹੈ। ਕਿਉਂ ਕਮੈਂਟਾਂ ਦੇ ਅੰਦਰ ਕੋਈ ਅਗਰ ਤੁਹਾਡੇ ਅਸੀਂ ਮਾਪ ਨੂੰ ਗਾਲਾਂ ਵੀ ਕਰਦਾ ਭਾਈ ਵੀਡੀਓ ਪਲੇ ਕਰਨਾ ਚਾਹੁੰਦੇ ਜੀ, ਉਹਨਾਂ ਨੂੰ ਪਲੇ ਕਰ ਲੈਂਦੋ, ਠੀਕ ਆਰਾਮ ਨਾਲ ਗੱਲ ਦਾ ਜਵਾਬ ਦੇ ਦਿਓ। ਤੇਰਾ ਬਹਿਰੀਨ ਸਾਹਿਬ ਦੀ ਗੱਲ ਸੁਣ ਲਓ, ਕਰਕੇ ਗੱਲ ਕਰਕੇ ਫਿਰ ਉਹਨਾਂ ਦੀ ਵੀਡੀਓ ਸੁਣਾਗੇ। ਇੱਕ ਮੈਨੂੰ ਲਾਜ਼ਮ ਉੱਥੇ ਅਹਿਮਦੀ ਮੋਡ ਦੀ ਜ਼ਰੂਰਤ ਹੈ। ਕਿਉਂਕਿ ਉੱਥੇ ਇਹੋ ਜਿਹੀ ਆਵਾਮ ਹੈ ਵੇ ਕਿ ਤੁਹਾਡੇ ਮਸੀਹ ਮੌਦ ਨੂੰ ਗਾਲਾਂ ਕੱਢੇ, ਬੜੇ ਖਲੀਫਤ ਖਾਮਿਸ ਨੂੰ ਗਾਲਾਂ ਕੱਢੇ, ਠੀਕ ਹੈ। ਮੈਨੂੰ ਉੱਥੇ ਕੋਈ ਅਹਿਮਦੀ ਮੋਡ ਚਾਹੀਦਾ। ਕਿਉਂ ਮੈਂ ਖਾਲੀ ਮਜ਼ਮਤ ਕਰ ਸਕਦਾ, ਲੇਕਿਨ ਜਿਹੜਾ ਤੁਹਾਡੇ ਗੁਰਦੇ ਨੂੰ ਸੇਕ ਲੱਗਣਾ, ਮੇਰੇ ਗੁਰਦੇ ਨੂੰ ਸੇਕ ਨਹੀਂ ਲੱਗੇਗਾ, ਠੀਕ ਹੈ। ਉੱਥੇ ਤਾਂ ਸੇ ਮੈਨੂੰ ਇੱਕ ਅਹਿਮਦੀ ਮੋਡ ਦੀ ਲਾਜ਼ਮ ਜ਼ਰੂਰਤ ਹੈ, ਔਰ ਕੰਮ ਕਰ ਰਹੇ ਨੇ, ਅੱਛਾ ਕੰਮ ਕਰ ਰਹੇ ਨੇ। ਇਹਦੇ ਬਾਅਦ ਇਹ ਨਹੀਂ ਆਣਾ ਚਾਹੁੰਦੇ, 100 ਬਿਸਮਿਲ੍ਲਾ ਮੈਂ ਤਾਂ ਕਹਿਣਾ ਨਹੀਂ ਆ। ਜਿਹੜਾ ਅਹਿਮਦੀ ਆ ਕੇ ਗੱਲ ਕਰਨਾ ਚਾਹੁੰਦਾ 100 ਬਿਸਮਿਲ੍ਲਾ ਆ ਕੇ ਕਰ। ਮੈਨੂੰ ਪਹਿਲੇ ਦਿਨ ਤੋਂ ਪਤਾ ਗੱਲ ਨਹੀਂ ਕਰ ਸਕਦੇ ਜਾਂ ਨਹੀਂ ਬਹਿ ਸਕਦੇ ਨਾਲ ਆਪਸ ਵਿੱਚ, ਤੇ ਮੈਂ ਇਹਨਾਂ ਨੂੰ ਵੈਲਕਮ ਵੀ ਨਹੀਂ ਕੀਤਾ। ਮੈਂ ਤੇ ਜਿਹੜੇ ਕਮਰੇ ਅੰਦਰ ਬੈਠੇ ਨੇ ਉਹਨਾਂ ਦੀ ਫੋਟੋ ਨਾ ਟੰਗਣ, ਉਹ ਹੁਣ ਬੰਦਾ ਮੌਜੂਦ ਹੀ ਨਹੀਂ ਆਪਣੀ ਦਿਫਾ ਕਰਨ ਵਾਸਤੇ ਕਿ ਉਹਨੇ ਕਿਉਂ ਤੁਹਾਡੇ ਖਲੀਫਤ ਖਾਮਸ ਦੀ ਕਿਸੇ ਵਜ੍ਹਾ ਦੀ ਫੋਟੋ ਲਾਈ ਜਾਂ ਵਜ੍ਹਾ ਬਾਇਸ ਕੀ ਸੀ ਜਿਹੜਾ ਤੁਸੀਂ ਇਲਜ਼ਾਮ ਲਾ ਰਹੇ ਹੋ। ਲੇਕਿਨ ਮੁਲਜ਼ਮ ਜਿਹਦੇ ਤੇ ਇਲਜ਼ਾਮ ਹੈ ਉੱਥੇ ਮੌਜੂਦ ਹੈ। ਆਖਰੀ ਗੱਲ ਕਰਨਾ ਚਾਹਾਂਗਾ, ਮੈਂ ਚਲੋ ਕੋਈ ਨਹੀਂ ਕਰ ਲਾ ਗੱਲ ਤੇ ਪੂਰੀ ਕਰ ਲੈਣ ਦੋ, ਕੁਛ ਨਹੀਂ ਹੋ ਗਿਆ, ਗੱਲ ਤੇ ਪੂਰੀ ਕਰ ਲੈਣ ਦੋ। ਹਾਂ ਕਰੋ ਫਿਰ ਵੀ ਕਹਾਂਗਾ, ਠੀਕ ਹੈ। ਮਨੋ ਖਾਲੀ ਅੱਧਾ ਮਿੰਟ ਹੋਰ ਚਾਹੀਦਾ, ਕਮਰਾ ਮੈਂ ਖੋਲੇ। ਮੋਸਟ ਵੈਲਕਮ ਸਾਰੇ ਹੈ। ਜਿਹੜਾ ਬੰਦਾ 2 ਮਿੰਟ ਸੁਣ ਕੇ 2 ਮਿੰਟ ਗੱਲ ਕਰ ਸਕਦਾ, ਮੋਸਟ ਵੈਲਕਮ ਹੈ। ਤੁਹਾਡਾ ਕਾਬਰੀਨ ਦਾ ਹਯਾ ਕੀਤਾ ਜਾ ਰਿਹਾ, ਕੀਤਾ ਜਾਏਗਾ, ਔਰ ਇਨਸ਼ਾਅੱਲਾਹ ਤਾਲਾ ਪੂਰੀ ਕੋਸ਼ਿਸ਼ ਵੀ ਹੋਏਗੀ। ਇਹਦੇ ਬਾਅਦ ਮੈਨੂੰ ਆਵਾਮ ਸੁਣਨ ਨਹੀਂ ਆਉਂਦੀ ਉੱਥੇ ਅਮਰ ਨਜ਼ੀਰ ਨੂੰ ਸੁਣਨ ਮੋਸਟ ਵੈਲਕਮ ਨੇ। ਉਹ ਜਿਸ ਤਰ੍ਹਾਂ ਮੈਨੇਜ ਕਰਨਾ ਚਾਹਣ, ਕਮਰਾ ਮੈਨੇਜ ਕਰਨ, ਜਿੰਨੀ ਦੇਰ ਆਣਾ ਚਾਹਣ ਬੈਨ। ਜਿਹੜਾ ਬੰਦਾ ਉਹਨਾਂ ਦੇ ਨਾਲ ਗੁਫ਼ਤਗੂ ਕਰਨਾ ਚਾਹੁੰਦਾ 100 ਬਿਸਮਿਲ੍ਲਾ ਕੇ ਕਰੇ, ਨਹੀਂ ਕਰਨਾ ਚਾਹੁੰਦਾ ਕੰਧਾਂ ਤੇ ਬਹਿ ਕੇ ਜਿਸ ਤਰ੍ਹਾਂ ਸੁਣੇ ਨਾ ਆਰਾਮ ਸਕੂਨ ਨਾਲ ਸੁਣੇ। ਜਿਹੜੇ ਆ ਰਹੇ ਤੁਸੀਂ ਲੱਗੇ ਹੋ, ਅਸੀਂ ਉਸ ਸਾਈਡ ਤੇ ਨਹੀਂ ਆਉਂਦੇ। ਜਿਹੜੇ ਆ ਰਹੇ ਅਸੀਂ ਲੱਗੇ ਆ, ਸਾਨੂੰ ਆਪਣੇ ਆ ਰਹੇ ਤੇ ਰਹਿਣ ਦਿਓ। ਹਾਂ ਇਹ ਗੱਲ ਤਾਂ ਅਗਰ ਤੁਸੀਂ ਗਲਤੀ ਨਾ ਕਰਦੇ, ਪਰ ਇਹ ਕਾਬਲੇ ਕਬੂਲ ਹੈ ਤੁਹਾਡੀ ਗੱਲ ਹੈ ਕਿ ਤੁਸੀਂ ਆਪਣਾ ਕੰਮ ਕਰੋ, ਇਹ ਆਪਣਾ ਕੰਮ ਕਰਨ, ਇਹ ਕਾਬਲੇ ਕਬੂਲ ਗੱਲ ਹੈ ਕਿ ਜਿਸ ਬੰਦੇ ਨੂੰ ਜਿਹੜਾ ਬੰਦਾ ਆਪੇ ਹੱਸਦਾ ਹੁੰਦਾ ਸੀ, ਤੰਜ਼ ਕਰਦਾ ਹੁੰਦਾ ਸੀ, ਇਹਨਾਂ ਨਾਲ ਕਰਾਉਣ ਦਾ ਕੀ ਤਲਕ ਇਹਨਾਂ ਦਾ ਕੀ? ਉਹਨੂੰ ਕਿਹਾ ਕਿ ਭਾਈ ਤੈਨੂੰ ਐਡਾ ਸ਼ੌਕ ਹੁੰਦਾ ਨਾ, ਅੱਜ ਵੀ ਉਹੀ ਸਵਾਲ ਹੈ
ਅਜੇ ਤੱਕ ਉਹਦੇ ਤੇ ਬੋਲਦਾ ਨਹੀਂ ਹੈ ਤੇ ਉਹਦੇ ਨਾਲ ਕਿਸੇ ਨੇ ਕੀ ਗੱਲ ਕਰਨੀ ਹੈ? ਪਹੁੰਚ ਹੋ ਕੇ ਮਿਰਜ਼ਾ ਸਾਹਿਬ ਨੇ ਇਹ ਕਹਾ, ਭੌਂ ਕੇ ਮਿਰਜ਼ਾ ਸਾਹਿਬ ਨੇ ਇਹ ਕਹਾ। ਜਿਹੜੇ ਸਾਡੇ ਸਵਾਲ ਨੇ ਉਹ ਨਾਸਰ ਸਾਹਿਬ ਗੱਲ ਕੁੰਜੀ ਜਾ ਰਹੀ ਹੁਣ ਫੈਲਦੀ ਜਾਣੀ ਗੱਲ ਤੁਹਾਡੀ ਇਸ ਗੱਲ ਨਹੀਂ ਫਲਾਣੀ ਨਹੀਂ, ਮੈਂ ਸਿਰਫ ਵਿੱਚ ਦੱਸਦਾ ਕਿ ਕਿਹੜੇ ਕੁੰਜੋ ਉਸ ਗੱਲ ਨੂੰ ਉਹਨੇ ਪਹੁੰਚ ਛੜੀ ਹੈ ਨਾ, ਉਹਨੇ ਗੱਲ ਪੁੱਛੀ ਉਹਦੇ ਵੱਲ ਪਾਸੇ ਚਲੋ। ਮੈਂ ਸਿਰਫ ਮੈਂ ਇੱਥੇ ਯਾਰ ਬੈਠਾ ਸੁਣਦਾ ਪਿਆ, ਉਹ ਵੀ ਸੁਣਦਾ ਪਿਆ। ਜੇ ਉਹਦੇ ਚ ਹਿੰਮਤ ਨਹੀਂ ਜਵਾਬ ਦੇਣ ਦੀ ਕਿਸੇ ਅੰਦੀ ਨਾਲ ਜਿਹੜੇ ਕੁਰਾਨ ਦੀ ਇਸ ਤੇ ਗੱਲ ਕਰੋ ਤੇ ਉਥੋਂ ਉਹ ਭੱਜ ਜਾਂਦਾ। ਜਿਹਨੇ ਮਿਰਜ਼ਾ ਸਾਹਿਬ ਦਾ ਸਵਾਲ ਹੈ ਕਿ ਇਹਦੇ ਕੋਲ ਮੈਂ ਕਦੋਂ ਦਾ ਸਵਾਲ ਪੁੱਛੇ, ਉਹਨਾਂ ਦੇ ਜਵਾਬ ਦੇ ਤੱਕ ਉਹਨੇ ਤੇ ਆਗੂ ਸਾਨੂੰ ਲਾ ਦਿੰਦਾ ਸਵਾਲਾਂ ਦੇ ਪਿੱਛੇ ਕਿ ਤੁਸੀਂ ਜਵਾਬ ਦਿਓ, ਸਾਡੇ ਸਵਾਲਾਂ ਦਾ ਜਵਾਬ ਕਿੰਨੇ ਦੇਣੇ ਨੇ? ਕਿ ਇਸ ਗੱਲ ਦੇ ਉੱਤੇ ਇੱਕ ਮਿੰਟ ਸਿਰਫ ਇੱਕ ਮਿੰਟ ਮੈਂ ਉਹਨਾਂ ਨੂੰ ਫਾਰਗ ਕਰ ਲਈ ਨਾ ਹੁਣ। ਮੈਂ ਵੀ ਜ਼ਿਆਦਾ ਨਹੀਂ, ਮੈਨੂੰ ਪਤਾ ਕਿ ਪਾਣੀ ਚ ਮਧਾਣੀ ਪਾਉਣ ਵਾਲੀ ਹੈ, ਥੱਲੇ ਸਾਰਾ ਜੀ ਚੀਕਾਂ ਮਾਰਦੇ ਰਹੋ। ਗੱਲ ਹੈ ਮੈਂ ਕਿ ਜਿਹੜੀ ਗੱਲ ਹੈ ਐ ਆਪ ਕਹਿ ਕੇ ਤੁਹਾਡੀ ਜਿਹੜੀ ਜ਼ੁਬਾਨ ਹੈ ਤੁਹਾਡੇ ਨਾਲ ਕੌਣ ਹੋਵੇ, ਇਸ ਤਰ੍ਹਾਂ ਦੇ ਅਲਫਾਜ਼ ਨੇ ਮੇਰੇ ਕੋਲ ਰਿਕਾਰਡਿੰਗ ਵੀ ਹੈ। ਤੈਨੂੰ ਨਹੀਂ ਪਤਾ ਕੋਈ ਜ਼ੁਬਾਨ ਕਿਹੜੀ ਇਸਤੇਮਾਲ ਕਰਦਾ ਹੈ? ਦੂਸਰਾ ਉਹੀ ਜਿਹੜਾ ਸਵਾਲ ਪੁੱਛਿਆ ਨਾ, ਖੁਦਾ ਇਹ ਕਹਿੰਦਾ ਸਾਡੇ ਖੁਦਾ ਸ਼ਨਾਸੀ ਚ ਸਾਡੇ ਚ ਫਰਕ ਹੈ। ਬੈਠਿਆ ਸੁਣਨ ਲੱਗਿਆ ਲਾ ਦੇ ਵੀਡੀਓ ਇੱਕ ਕਿ ਇਹਨਾਂ ਨੇ ਮਰਜ਼ਈਆਂ ਤੇ ਸਾਡੀ ਖੁਦਾ ਸ਼ਨਾਸੀ ਚ ਕੀ ਫਰਕ ਹੈ ਕਿ ਨਹੀਂ? ਤੇ ਮੈਂ ਸਵਾਲ ਕੀਤਾ ਜਿਹੜਾ ਮਦਰਸਾ ਨੇ ਖੁਦਾ ਸ਼ਨਾਸੀ ਵਾਬੀਆਂ ਦੀ ਦੱਸੀ ਹੈ ਉਹਨੂੰ ਤਾਂ ਮੰਨਦਾ ਹੋਵੇਗਾ। ਸਾਰੀਆਂ ਵੀਡੀਓ ਪਾ ਦਿੰਦਾ ਹੈ। ਦੂਸਰਾ ਜਿਹੜਾ ਬੰਦਾ ਕਿਸੇ ਦੀ ਗੱਲ ਨੂੰ ਕੱਟ ਕੇ ਤੇ ਅੱਗੇ ਅੱਧੀ ਪਲੇ ਕਰੇ, ਉਸ ਬੰਦੇ ਦੇ ਨਾਲ ਬੰਦਾ ਗੱਲ ਕਰਨਾ ਪਸੰਦ ਕਰਦਾ ਕਿ ਜਿੱਦੇ ਚਾਹ ਮਦਰਸਾ ਦਾ ਨਾਮ ਇਹ ਅਗਲਾ ਸੂਲ ਆ ਗਿਆ ਨਾ ਨਾਸਰ ਭੱਟ ਸਾਹਿਬ, ਇਹ ਅਗਲਾ ਸੂਲ ਆ ਗਿਆ। ਅਗਲਾ ਸੂਲ ਆ ਗਿਆ ਨਾਸਰ ਭੱਟ ਸਾਹਿਬ, ਇਹ ਅਗਲਾ ਸੂਲ ਆ ਗਿਆ। ਸੁਣ ਲਓ ਇਹ ਅਗਲਾ ਸੂਲ ਆ ਗਿਆ। ਹੁਣ 313 ਬਹਿਰੀਨ ਸਾਹਿਬ ਤੁਸੀਂ ਫੇਰ ਆਖਰੀ ਜਿਹੜੀ ਗੱਲ ਕੀਤੀ ਹੈ ਉਹਦੇ ਤੋਂ ਸੁਣ ਲਓ ਇੱਕ ਮਿੰਟ। ਆਖਰੀ ਗੱਲ 313 ਬਹਿਰੀਨ ਸਾਹਿਬ, ਅਸਦ ਸਾਹਿਬ ਤੁਸੀਂ ਆਖਰੀ ਜਿਹੜੀ ਗੱਲ ਕੀਤੀ ਹੈ ਉਹ ਕਾਬਲੇ ਕਬੂਲ ਹੈ, ਸਭ ਨੂੰ ਕਾਬਲੇ ਕਬੂਲ ਹੈ ਕਿ ਤੁਸੀਂ ਆਪਣਾ ਕੰਮ ਕਰੋ। ਮੈਂ ਇਲਮੀ ਬਰਾੜ ਲੜਨਾ ਆਮਨ ਨਜ਼ੀਰ ਨੂੰ ਲੋਕੀ ਸੁਣਨਾ ਚਾਹੁੰਦੇ ਨੇ, ਉਹ ਮੇਰੇ ਕੋਲ ਆਉਂਦਾ, ਉਹ ਮੈਨੇਜ ਕਰੇਗਾ। ਮੈਂ ਉੱਥੇ ਜਿਹੜੀ ਤੁਸੀਂ ਉਸ ਤੋਂ ਪਹਿਲਾਂ ਗੱਲ ਕੀਤੀ ਸੀ ਕਿ ਉੱਥੇ ਸਰ ਤੁਹਾਡੇ ਕਾਬਰੀ ਨੂੰ ਗਾਲਾਂ ਪੈਂਦੀਆਂ ਨੇ, ਉਹ ਗੱਲ ਕੀਤੀ ਸੀ ਤੁਸੀਂ ਕਿ ਬਈ ਉੱਥੇ ਮੈਂ ਕਦੀ ਗਾਲ ਨਹੀਂ ਨਿਕਲਣ ਦਿੱਤੀ। ਸਰ ਤੁਹਾਡੀ ਵੀ ਮਿਹਰਬਾਨੀ ਹੈ, ਤੁਹਾਡਾ ਵੀ ਸ਼ੁਕਰੀਆ ਹੈ ਅਗਰ ਤੁਸੀਂ ਗਾਲ ਨਹੀਂ ਕਰਦੇ। ਠੀਕ ਹੈ, ਆਪਣੀ ਬਰਾੜ ਤੇ ਬਿਲਕੁਲ ਕਿਹਾ ਨਾ, ਸਹੀ ਦੱਸਿਆ ਬਿਲਕੁਲ ਆਪਣੀ ਬਰਾੜ ਤੇ ਗੱਲ ਕਰ ਸਕਦੇ ਨੇ, ਤੁਹਾਡੀ ਬਰਾੜ ਤੇ ਇਜਾਜ਼ਤ। ਸਰ ਇਹਦਾ ਤੁਹਾਨੂੰ ਸ਼ੁਕਰੀਆ, ਤੁਹਾਡੀ ਮਿਹਰਬਾਨੀ, ਠੀਕ ਹੈ, ਬਹੁਤ ਸ਼ੁਕਰੀਆ। ਇਹਦਾ ਤਾਲੁਕ ਸਾਡੇ ਵੱਲੋਂ ਸ਼ੁਕਰੀਆ ਲੈ ਕੇ ਜਾਓ। ਬਾਕੀ ਤੁਹਾਡੇ ਨਾਲ ਮੈਂ ਵਾਅਦਾ ਕੀਤਾ ਸੀ ਕਿ ਮੇਰੀ ਬਰਾੜ ਤੇ ਆਓਗੇ, ਤੁਹਾਡੇ ਅਕਾਬਰੀਨ ਦੀ ਅਕਾਬਰੀਨ ਤੱਕ ਗੱਲ ਜਾਂ ਅਕਾਬਰੀਨ ਦੀ ਬੇਰੁਮਤੀ ਜਾਂ ਉਹਨਾਂ ਨੂੰ ਗਾਲ ਨਹੀਂ ਨਿਕਲੇਗੀ, ਇਹ ਮੇਰੇ ਵੱਲੋਂ ਕਨਫਰਮ ਦਾ, ਠੀਕ ਹੈ ਨਾ? ਤੁਹਾਡੀ ਕੋਈ ਮਸਲਾ ਤੇ ਨਹੀਂ ਆਇਆ ਤੁਹਾਨੂੰ? ਨਹੀਂ ਠੀਕ ਹੋ ਗਿਆ, ਲੇਕਿਨ ਤੁਹਾਡੇ ਸਾਹਮਣੇ ਨਾਸਰ ਭੱਟ ਸਾਹਿਬ ਨੇ ਆਖੀ ਹੈ ਨਾ, ਗਲਤ ਗੱਲ ਕੀਤੀ ਹੈ ਨਾ। ਫਾਈਟਰ ਨੂੰ ਆਡੀਓ ਚਲਾਉਣ ਦੋ, ਬਸ ਠੀਕ ਹੋ ਗਿਆ। ਹੁਣ ਇੱਕ ਆਡੀਓ ਸੁਣ ਲਓ, ਆਡੀਓ ਬਹਿਰੀਨ ਸਾਹਿਬ ਵਾਸਤੇ ਬਹਿਰੀਨ ਸਾਹਿਬ ਸੁਣ ਕੇ ਤੇ ਭੇਜ ਸਕਦੇ, ਰਿਮਾਰਕਸ ਦੇ ਲਿਓ ਤੁਸੀਂ, ਠੀਕ ਹੈ? ਰਿਮਾਰਕਸ ਵੀ ਦੇ ਲਿਓ। ਜਨਾ ਕਿ ਤੁਹਾਡਾ ਹੀ ਭਰਾ ਹੈਗਾ ਜਿਹੜਾ ਦੱਸਿਆ ਹੋਇਆ ਹੈ ਅਮਨ ਨਜ਼ੀਰ ਤੇ ਐਜ਼ਰ ਆਡੀਓ ਸੁਣੋ। कल मैं गया हूँ, अबू बकर मीर भाई शायद उधर मौजूद नहीं थे। मैं नीचे बैठा हूँ, उसने कॉल डाली, ऑटोमेटिकली पिक होगी। कमेंट नहीं सब कहना आवाज करो, आवाज नहीं सही आ रही। जनाब ये सुनी है मलिक कैसर भी 1 करोड़ दफा सुनी है, इन्होंने पहले भी सुनाई है। और की है खुद इस ऑडियो ਦੇ ਅੰਦਰ ਕੀ ਨਵੀਂ ਸ਼ੈ ਕੱਢਣੀ ਹੈ ਇਹਨਾਂ ਮੈਨੂੰ ਇਹ ਦੱਸੋ। ਮੈਂ ਦੱਸ ਦੇਣਾ 313 ਬਹਿਰੀਨ ਸਾਹਿਬ, ਇਹ ਆਡੀਓ ਬੜੀ ਜ਼ਰੂਰੀ ਹੈ। ਮੇਰੀ ਸਿਰਫ ਇਹਦੇ ਉੱਤੇ ਤੁਸੀਂ ਰਿਮਾਰਕਸ ਦੇਣੇ ਹੋਏ, ਠੀਕ ਹੈ, ਨਾ ਹੋਇਆ ਤੇ ਮੇਰੇ ਸੁਣ ਕੇ ਤੁਰ ਜਿਓ। ਫਾਈਟਰ ਸਾਹਿਬ ਸ਼ੁਰੂ ਤੋਂ ਆਡੀਓ ਸੁਣਾਓ ਤੇ ਆਵਾਜ਼ ਤੇਜ਼ ਕਰਕੇ ਸੁਣਾਓ, ਤੁਹਾਡੀ ਆਵਾਜ਼ ਬੜੀ ਸਲੋ ਹੈ। ਇੱਕ ਮਿੰਟ ਜਰਾ ਮੈਂ ਤੇਰਾ ਆਡੀਓ ਬੜੀ ਜ਼ਰੂਰੀ ਹੈ। ਇਹ ਇਸੇ ਮੌਕੇ ਦੇ ਉੱਤੇ 313 ਬਹਿਰੀਨ ਸਾਹਿਬ, ਇਹ ਤੁਹਾਡੇ ਵੀ ਫਾਇਦੇ ਚ ਜੇ ਸਾਡੇ ਵੀ ਫਾਇਦੇ ਚ ਗਿਆ। मैं नीचे बैठा हूँ, उसने कॉल डाली, ऑटोमेटिकली पिक होगी। कमेंट नजीर सब कहना भाई लोग इधर जुड़े तो लाओ चले को अबू बकर मीर भाई यार बनाई रिस्पेक्ट होती है। अगर मैं आपके जैसे भाई तेरी इतनी उम्र हो गई है, अब बाबा बन गए हो तुसी, तो हम जहाँ छोड़ दो टिकटॉक, क्यों लोगों को आपस में लड़ाइयाँ करवा रहे हो? हम आपको से बड़ी खुशी, अपनी खुशी ये काम कर लेंगे। आपकी कदर भाई अच्छी बात है, अच्छी बात है कि आप क्यों जाते हो उनके पास? यही बात है ना कि मैंने कल आप हुसैन की बिराद में ना जाए, आप जाते हैं,
मतलब समझे ना कि कल आपको ब्रांड से उतार दिया, मतलब आज फिर वही, मतलब आज फिर आपको ब्रांड से फिर ऐसे आज तो कोई बात भी नहीं हुई। मैं हल्दी को सिर्फ इतना कह रहा हूँ, मैंने कहा ये ज्यादती है। जब दूसरी तीसरी दफा उसने मेरी कॉल डाली ना, तो मैंने अली से कहा ये बार बार मुझे उतार देते, तो मुझे बेशक ना ले कॉल पे। तब कहना शुरू कर दिया जाहिल है, यूं है, वो है, जाओ इधर से, मैं ऐसे मुसलमानों से तंग आ गया हूँ। भाई अब उस बंदे को नहीं पता तो वो कार पे ले रहे ना, हमें क्या जरूरत है, हम अपनी ब्रांड नहीं ऑन कर सकते, ये हमारा मुंह बंद टन चलता है। जिन्ने तुसी बैठे हो ना, तुसी सारे गंदे पता क्यों होए हो? तुसी अमर नजीर पीछे गंदे होए हो, तुसी जलील अमर नजीर पीछे होए हो। मैं दूसरी ऑडियो चला सड़ी एक ऑडियो फाइटर थोड़ा कोई नहीं, ओए एक कोई है मेरी है ना, कोई है हुन बाबर भाई, ए बाबर भाई चलो तो फाइटर भाई ठीक है, फाइटर भाई फाइटर साहब म्यूट ला लो, फाइटर कमरा चल रहा है ਉੱਥੇ ਕੋਈ ਨਵੀਂ ਗੱਲ ਨਹੀਂ ਹੋਦੀ। ਹੁਣ ਮੇਰੀ ਗੱਲ ਸੁਣ ਲਓ, ਮੇਰੀ ਗੱਲ ਸੁਣ ਲਓ ਯਾਰ, ਸਾਰੇ ਇੱਕ ਮਿੰਟ ਚੁੱਪ ਤੇ ਕਰੋ। ਜਵਾਬ ਇਹ ਖੁਸ਼ ਹੋਇਓ, ਦਫਾ ਤੁਸੀਂ ਆਮਰ ਨਜ਼ੀਰ ਦਾ ਕਰਨ ਦੇ ਹੋ ਤੇ ਇਤਰਾਜ਼ ਤੁਸੀਂ ਜਿਹੜਾ ਨਾ WhatsApp ਤੇ ਕਰਨ ਦੇ ਹੋ ਤੇ ਫਾਈਟਰ ਨਹੀਂ ਇਮਰਾਨ ਅਮਰ ਭਾਈ ਆਪਾਂ ਟੂ ਭਾਈ ਇਹ ਹੁਣ ਨਵਾਂ ਕੱਟਾ ਖੋਲ, ਇੱਕ ਮਿੰਟ ਉਹ ਗੱਲ ਪਾਸੇ ਇਮਰਾਨ ਸਾਹਿਬ ਇੱਕ ਗੱਲ ਕਰ ਲਾਂ ਦੋ, ਮਿਹਰਬਾਨੀ ਇੱਕ ਗੱਲ ਕਰ ਲਾਂ ਦੋ। ਮੈਂ ਉਹ ਸੱਚੀ ਗੱਲ ਜਿਹੜੀ ਨਾ, ਉਹਨਾਂ ਨੇ ਜਿਹੜੀ ਗੱਲ ਮੈਂ ਉਹਨਾਂ ਨੂੰ ਸਮਝਾਣੀ ਸੀ ਨਾ, ਮੈਂ ਸਮਝਾ ਛੜੀ ਹੈ ਕਿ ਦੋ ਬੰਦਿਆਂ ਦੀ ਆਪਸ 'ਚ ਲੜਾਈ, ਉਹ ਦੋਨੋਂ ਦੁਸ਼ਮਣ ਨੇ। ਤੁਸੀਂ ਇੱਕ ਦੇ ਦੋਸਤ ਰਹੇ ਹੋ, ਠੀਕ ਹੈ, ਦੂਜੇ ਦੇ ਸ਼ਾਗਿਰਦ ਹੋ, ਤੁਹਾਡਾ ਕੰਮ ਨਹੀਂ ਬਣਦਾ ਆਪਸ 'ਚ ਉਹਨਾਂ ਦੀ ਲੜਾਈ 'ਚ ਹੁੰਦੇ। ਮੈਂ ਉਹ ਸਮਝੀ ਉਹਨਾਂ ਦੇ, ਮੈਂ ਆਪਣਾ ਕੰਮ ਕਰਾਂਗਾ, ਮੈਂ ਇਲਮੀ ਲਾਈਵ ਲਵਾਂਗਾ। ਮੈਂ ਜਿਹੜੀ ਲਾਈਵ 'ਚ ਇਹ ਜਿਹੜੀ ਵੀਡੀਓ ਚਲਾਉਣ ਦਾ ਮਕਸਦ ਸੀ ਨਾ, ਉਹ ਇਹ ਸੀ ਕਿ ਅਸਦ ਬਹਿਰੀਨ ਸਾਹਿਬ ਉਸੇ ਪਟਰੀ ਤੇ ਰਹੋ ਜਿਹਦੇ ਤੇ ਤੁਸੀਂ ਆਏ ਹੋ, ਠੀਕ ਹੈ। ਅਗਰ ਉਧਰ ਚਲੇ ਗਏ ਜਵਾਬ ਦੇ ਦਵਾਂ, ਗੱਲ ਤੇ ਸੁਣ ਲਓ। ਹਾਂ ਮੈਂ ਤੁਹਾਨੂੰ ਮੌਕਾ ਦਿਆਂਗਾ। ਜਿੱਥੇ ਇਹ ਲੋਕ ਗਏ ਨੇ, ਜਿਨ੍ਹਾਂ ਦੇ ਅਲਫਾਜ਼ ਹੁਣੇ ਤੁਸੀਂ ਸੁਣੇ ਨੇ, ਠੀਕ ਹੈ, ਬਲਾਲ ਹਨੀਫ ਦੀ ਜਗ੍ਹਾ ਤੇ, ਦੂਜਿਆਂ ਦੀ ਜਗ੍ਹਾ ਤੇ ਆਪਣੇ ਆਪ ਨੂੰ ਕੈਦ ਕਰਵਾ ਲਓਗੇ, ਠੀਕ ਹੈ। ਉੱਥੇ ਨਾ ਜਾਇਓ। ਇਹੀ ਨਸੀਹਤ ਮੈਂ ਬਲਾਲ ਹਨੀਫ ਨੂੰ ਵੀ ਕੀਤੀ ਸੀ ਕਿ ਰਹਿ ਆਜ਼ਾਦ, ਠੀਕ ਹੈ। ਬਲਾਲ ਹਨੀਫ ਨੇ ਅੱਜ ਤੱਕ ਗੱਲ ਨਹੀਂ ਸੀ ਕੱਢੀ। ਆਹ ਬੰਦੇ ਸਾਰੇ ਸੁਣਦੇ ਨੇ, ਇਮਰਾਨ ਖਾਨ ਨੂੰ ਸੁਣਦਾ ਪਿਆ। ਮੈਂ ਇਹਨਾਂ ਨੂੰ WhatsApp ਗਰੁੱਪਾਂ 'ਚ ਨਾ, ਮੈਂ ਨਾ ਬਲਾਲ ਹਨੀਫ ਨੂੰ ਨਾ ਕੋਲ ਬਿਠਾ ਕੇ ਡਿਬੇਟਾਂ ਕਰੋ, ਉਹਦੇ ਨਾਲ ਗੱਲਬਾਤ ਕਰੋ। ਉਹ ਬੰਦਾ ਅੱਛਾ ਗਾਲੀਬਾਲ ਨਹੀਂ ਦਿੰਦਾ। ਹੁਣ ਸਰ ਉਹ ਕਿਸੇ ਬਰਾੜ ਤੇ ਜਾਣ ਜੋਗਾ ਨਹੀਂ ਰਿਹਾ, ਕੋਈ ਬੰਦਾ ਉਹਦੇ ਨਾਲ ਗੱਲ ਨਹੀਂ ਕਰ ਸਕਦਾ। ਕਿਹਦੀ ਵਜ੍ਹਾ ਤੋਂ? ਇੱਕ ਬੰਦੇ ਦੀ ਵਜ੍ਹਾ ਤੋਂ, ਜਿਹਦੇ ਹੁਣੇ ਸਾਰੇ ਰੋਣਾ ਰੋ ਰਹੇ ਸਨ, ਜਿਹਦੀ ਵਜ੍ਹਾ ਤੋਂ ਉਹਨੇ ਆਪਣੇ ਆਪ ਨੂੰ ਉਹਦੇ ਕੈਦ ਕਰਵਾ ਲਿਆ। ਉਹ ਜਿਹੜੀ ਗੱਲ ਉਹ ਕਰਦਾ, ਜਿਹੜਾ ਰਵੱਈਆ ਉਹ ਤਿਆਰ ਕਰਦਾ, ਉਹੀ ਉਹ ਤਿਆਰ ਕਰਦਾ। ਤੁਸੀਂ ਹਾਂ, ਮੈਂ ਜਾ ਰਿਹਾ ਵਾਂ, ਮੈਂ ਸਿਰਫ ਆਖਰੀ ਅਲਫਾਜ਼ ਸੁਣ ਲਓ ਕਿ ਮੈਂ ਚਾਹੁੰਦਾ ਕਿ ਸਿਰਫ ਤੁਸੀਂ ਉਹ ਰਵੱਈਆ ਨਾ ਅਖਤਿਆਰ ਕਰਿਓ। ਜਿਹੜਾ ਰਵੱਈਆ ਤੁਹਾਡਾ ਹੈ ਨਾ, ਇਸੇ ਤਰ੍ਹਾਂ ਚੱਲਦਾ ਰਹੇਗਾ। ਮੈਂ ਗਰੰਟੀ ਦੇਣਾ ਕਿ ਤੁਸੀਂ ਇੱਕ ਦਿਨ ਆ ਕੇ ਨਾਸਰ ਭੱਟ ਸਾਹਿਬ ਦੇ ਨਾਲ ਬਹਿ ਕੇ ਫੇਰ ਦੁਬਾਰਾ ਗੱਲਾਂ ਕਰੋਗੇ, ਸਾਡੇ ਨਾਲ ਬਹਿਸ ਕਰੋਗੇ, ਸਵਾਲ ਲਿਆਓਗੇ, ਸਵਾਲ ਲਵੋਗੇ, ਲੇਕਿਨ ਰਵੱਈਆ ਉਹ ਅਖਤਿਆਰ ਨਾ ਕਰੇ। ਜਿਹੜਾ ਬਲਾਲ ਨਹੀਂ ਦੇਖੋ, ਮੇਰੇ ਨਾਲ ਤੁਹਾਡਾ ਨਾਮਾ था उस टाइम पे बंदा अगर मेरे मुंह के अंदर सारी जिंदगी ਤੁਹਾਡੇ ਮਸੀਹ ਮਾਉਦ से खलीफतुल मसीह अव्वल तो लेके ਤੁਹਾਡੇ खलीफतुल खामस जैसे कोई गंद नहीं करेंगे, ठीक है। एतराज मेरे उत्ते सारे अहमदी आके उस दिन करें, ठीक है। और ਜਿਹੜੀ ਇਹਨਾਂ ਨੇ ਆਡੀਓ ਚਲਾਈ ਹੈ, ਉਹ ਅੱਜ ਫਿਰ ਵਾਪਸ ਬੈਠੇ ਨੇ। ਅਸੀਂ ਇੱਕ ਖਾਲੀ ਗੈਰ ਅਹਿਮਦੀ, ਅਸੀਂ ਮੁਸਲਮਾਨ ਨਹੀਂ, ਅਹਿਮਦੀ ਵੀ ਕਰੋੜ ਦਫਾ ਲੜਦੇ ਨੇ, ਫਿਰ ਨਾਲ ਹੀ ਇਕੱਠੇ ਬੈਠਦੇ ਨੇ, ਠੀਕ है। ਇੱਥੇ ਅਸੀਂ ਕੋਈ ਫਰਿਸ਼ਤੇ ਨਹੀਂ ਹਾਂ। अगर दो लोग लड़े ने और फिर वापस भी आए ने और वापस बह के गल भी कर रहे ने, ते तो इतराज ही कोई नहीं। मिशन साडा एक ही है, खत्म नबूवत। तुसीं इजराए नबूवत ते काम करो, ਅਸੀਂ खत्म नबूवत ते काम करांगे। हाँ, सब तो ज्यादा ਜਿਹਦੇ ਕੋਲ ਇਸ ਮੌਜੂ ਤੇ ਇਲਮ ਹੈ ਵੇ ਸਾਡੇ ਅੰਦਰ, ਉਹ ਅਮਰ ਨਜ਼ੀਰ ਸਾਹਿਬ ਨੇ। ਆਵਾਮ ਉਹਨਾਂ ਨੂੰ ਸੁਣਨਾ ਚਾਹੁੰਦੀ ਹੈ। ਸੋ ਬਿਸਮਿਲ੍ਲਾਹ ਆਮ ਬੈਠਣ, ਜਿਹੜਾ ਅਮਰ ਨਜ਼ੀਰ ਦਾ ਅਸਦ ਭਾਈ ਦਫਾ ਤੁਸੀਂ ਅਮਰ ਨਜ਼ੀਰ ਦਾ ਕਰਦੇ ਹੋ, ਹਰਾਮ ਹੈ ਨਾ, ਇਹ ਤੁਹਾਡਾ ਕਰਦੇ ਹੋ ਕਿ ਬੰਦੇ ਤੇ ਉਹ ਤੁਸੀਂ ਹਿਸਾਬ ਕਰਦੇ ਹੋ ਕਿ ਯਜ਼ੀਦ ਦੇ ਵੀ ਸਾਥੀ ਹੋ ਤੇ ਗੱਲ ਹਸੈਨੀਅਤ ਦੀ ਕਰਦੇ ਹੋ। ਅਸੀਂ ਕਹਿੰਦੇ ਹਾਂ ਫਿਰ ਯਜ਼ੀਦ ਤੇ ਵੀ ਲਾਨਤ ਹੈ, ਯਜ਼ੀਦੀਅਤ ਤੇ ਵੀ ਲਾਨਤ ਹੈ, ਯਜ਼ੀਦ ਦੇ ਮਦਾਹਾਂ ਤੇ ਵੀ ਲਾਨਤ ਹੈ। ਹਾਂ ਤੇ ਲਾਨਤ ਪਾਓ ਨਾ, ਫਿਰ ਯਜ਼ੀਦ ਦੇ ਸਾਥੀ ਕਿਉਂ ਬਣਨ ਦੇ? ਮੈਂ ਕਹਿਣਾ ਯਜ਼ੀਦ ਦੇ ਮਦਾਹ ਬਣੇ, ਤੁਸੀਂ ਯਜ਼ੀਦ ਦੇ ਹਾਮੀ ਹੋ, ਕਹਿੰਦੇ ਯਜ਼ੀਦ ਦੇ ਪੈਰੋਕਾਰ ਬੜਾ ਚੰਗਾ, ਯਜ਼ੀਦ ਦੇ ਮਦਾਹ ਸਾਡਾ ਅਬੂ, ਯਜ਼ੀਦ ਨੂੰ ਅਬੂ ਬਣਾ ਕੇ, ਯਜ਼ੀਦ ਤੁਹਾਡਾ ਪਿਓ ਹੈ, ਯਜ਼ੀਦ ਤੁਹਾਡਾ ਪਿਓ ਹੈ, ਤੇ ਯਜ਼ੀਦ ਨੂੰ ਅਬੂ ਬਣਾ ਕੇ ਤੇ ਹੁਣ ਹਸੈਨੀਆਂ ਲੜੇ ਹੋ। ਜੇ ਅਮਰ ਨਜ਼ੀਰ ਨੂੰ ਤੁਸੀਂ ਅਬੂ ਮੰਨ ਲਿਆ ਏ, ਇੱਕ ਮਿੰਟ ਅਲੀ ਅਕਬਰ ਭਾਈ, ਅਮਰ ਨਜ਼ੀਰ ਸਾਹਿਬ ਨੂੰ ਤੁਸੀਂ ਵਾਲਦ ਸਾਹਿਬ ਮੰਨ ਲਿਆ ਏ, ਤਾਂ ਉਹਨਾਂ ਦਾ ਨਾਂ ਆਪਣੀ ਵਲਦੀਅਤ ਚ ਲਿਖਵਾ ਲਓ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਉਹ ਯਜ਼ੀਦ ਨੂੰ ਇਸਲਾਮ ਕਹਿੰਦੇ ਨੇ। ਇੱਕ ਮਿੰਟ ਮਾਨਵਾ ਟੂਟੂ ਭਾਈ, ਕੁਛ ਨਹੀਂ ਹੁੰਦਾ ਸਰ, ਮੇਰੀ ਗੱਲ। ਉਹ ਯਜ਼ੀਦ ਨੂੰ ਅਲੇ ਇਸਲਾਮ ਕਹਿੰਦੇ ਨੇ, ਉਹ ਯਜ਼ੀਦ ਤੇ ਲਾਨਤ ਨਹੀਂ ਪਾਉਂਦੇ।
ਉਹਨਾਂ ਦੀ ਇੱਥੇ ਹਮਾਇਤ ਕਰਨ ਡਿਆ ਕਿ ਸਾਡਾ ਖਤਮੇ ਨਬੂਵਤ ਦਾ ਜਿਹਦੇ ਕੋਲ ਇਲਮ ਹੈ ਨਾ ਉਹ ਅਮਰ ਨਜ਼ੀਰ ਹੈ ਤੇ ਅਮਰ ਨਜ਼ੀਰ ਨੂੰ ਵਾਲਦ ਸਾਹਿਬ ਤੁਸੀਂ ਮੰਨ ਲਵੋ ਤੇ ਫਾਈਟਰ ਤੇ ਫਾਇਦਾ ਰਹਿੰਦਾ ਹੈ। ਮੇਰੀ ਗੱਲ ਸੁਣ ਲਓ ਇਮਰਾਨ ਕਾਲੂ ਸਾਹਿਬ, ਅਗਰ ਸਾਰੀ ਬਰਾਡ ਸ਼ੇਅਰ ਕਰੋ ਅਬੂ ਬਕਰ ਭਾਈ ਉਹਦੇ ਨਾਲ ਅਸਦ ਨਾਲ ਗਾਲ ਗਲੋਚ ਦੇ ਵਿੱਚ ਹੀ ਐਂਡ ਕਰਨਾ ਤੇ ਫਿਰ ਫਾਇਦਾ ਕੋਈ ਨਹੀਂ ਹੋਣਾ। ਨਹੀਂ ਗਾਲ ਗਲੋਚ ਹੋ ਗया काम लाता ਨਹੀਂ, नहीं ਫਿਰ ਉਹ ਬਾਲ ਦੇ ਮੋਤਮ ਦੇ ਨਾਲ किसके साथ शेयर करें ਹਾਂ, ਤੇ ਫਿਰ ਉਹ ਇਹ ਮੇਰੀ ਗੱਲ ਸੁਣੋ, ਫਿਰ ਫਾਇਦਾ ਬਹਿਰੀਨ ਨਾਲ, ਬਹਿਰੀਨ ਨਾਲ, ਹਾਂਜੀ ਬਹਿਰੀਨ ਨਾਲ। ਚਲੋ ਹੀਰ ਹੋ ਜਾਓਗੇ ਤੇ ਕੱਲ ਉਹ ਬੰਦਾ ਨਹੀਂ ਆਏਗਾ। ਚਲੋ ਇਹ ਕਰਾਂਗਾ। बहरीन को शेयर करनी है आमिर भाई ਹਾਂਜੀ ਹਾਂਜੀ ਹੁਣ ਉਹ ਗੁਲਟੈਰੀਆ ਆ ਗਿਆ ਤੇ ਉਹ ਪੈ ਗਿਆ ਸਿੱਧਾ ਪਿੰਨੀ ਨੂੰ ਲੱਤ ਨੂੰ ਪੈ ਗਿਆ ਉਹਨੇ ਤੇ ਪੰਜਾਂ ਛੇਆਂ ਨੂੰ ਅੱਗੇ ਲਾਇਆ ਸੀ। ਕਹਿੰਦਾ ਕਿ ਸਾਡੇ ਕੋਲ ਸਭ ਤੋਂ ਜ਼ਿਆਦਾ ਅਲੀ ਅਕਬਰ ਭਾਈ ਕਹਿੰਦਾ ਕਿ ਸਾਡੇ ਕੋਲ ਜਿਹਦੇ ਸਭ ਤੋਂ ਜ਼ਿਆਦਾ ਜਿਹੜਾ ਇਲਮ ਹੈ ਨਾ ਉਹ ਅਮਰ ਨਜ਼ੀਰ ਕੋਲ ਤੇ ਹੋਰ ਦਫਾ ਕੀ ਕਰਨਾ ਹੁੰਦਾ ਹੈ? ਦਫਾ ਕਿਹਨੂੰ ਕਿਹਾ ਜਾਂਦਾ ਹੈ? ਸਾਰੇ ਮੇਰੀ ਗੱਲ ਸੁਣੋ, ਉਹਨਾਂ ਜਿਹੜਾ ਬੰਦਾ ਸਭ ਤੋਂ ਉਹਨਾਂ ਨੇ ਗੱਲ ਤੇ ਨਹੀਂ ਨਾ ਹੈ ਜੀ ਨਾ, ਜਿਹੜਾ ਬੰਦਾ ਸਭ ਤੋਂ ਵੱਡਾ ਗਾਲੀਬਾਜ਼ ਹੈ, ਜਿਹੜਾ ਸਭ ਤੋਂ ਜ਼ਿਆਦਾ ਗਾਲਾਂ ਕੱਢਦਾ ਹੈ, ਜਿਹੜਾ ਸਭ ਤੋਂ ਜ਼ਿਆਦਾ ਤੁਹੀਨ ਕਰਦਾ ਹੈ, ਉਹ ਕਹਿੰਦਾ ਸਾਡੇ ਕੋਲ ਉਹਦਾ ਇਲਮ ਜਿਹੜਾ ਨਾ ਸਭ ਤੋਂ ਵੱਧ ਹੈ ਤੇ ਉਹ ਹਯਾ ਦਫਾ ਨਹੀਂ ਕਰਨ ਡਿਆ। ਸਰ ਉਹ ਇੱਕ ਉਹ ਮੇਰੀ ਗੱਲ ਦੋ ਚੀਜ਼ਾਂ ਨੇ, ਇਲਮ ਹੋਣਾ ਤੇ ਨਾਲ ਗਾਲੀਬਾਜ਼ ਹੋਣਾ, ਦੋ ਅਲੱਗ-ਅਲੱਗ ਮੌਜੂ ਹੋ ਗਏ ਨਾ। ਠੀਕ ਹੈ ਅੱਛਾ ਜੀ, ਹਾਂ ਓਏ ਦੋ ਅਲੱਗ-ਅਲੱਗ ਹੋ ਗਏ। ਉਹ ਇਲਮ ਤੇ ਹੈ ਉਹਦੇ ਕੋਲ, ਉਹ ਅਗਰ ਉਹ ਆਉਂਦਾ ਪਿਆ ਤੇ ਝੂਠ ਨਹੀਂ ਮਾਰਦਾ ਪਿਆ। ਫਿਰ ਇਹ ਕਹਿੰਦੇ ਕਿ ਯਜ਼ੀਦ ਨੂੰ ਹਕੂਮਤ ਕਰਨੀ ਬੜੀ ਹੁੰਦੀ ਸੀ, ਇਮਾਮ ਹੁਸੈਨ ਕੋਲ ਹਕੂਮਤ ਨਹੀਂ ਸੀ। ਗੱਲ ਹੋਰ ਬੰਨੇ ਚਲੀ ਗਈ ਫੇਰ ਕਿਵੇਂ ਹੋਰ ਪਾਸੇ ਚਲੀ ਜਾਣੀ ਹੈ ਅਸਲ ਇੱਕ ਸੈਕਿੰਡ ਕੱਲ ਸਭ ਗੱਲ ਬਣਿਆ ਹਮਾਇਤੀ ਉਹ ਯਾਰ ਤੇ ਗੱਲਾਂ ਹੁਸੈਨ ਦੀਆਂ। ਇਹ ਹੋਰ ਪਾਸੇ ਚਲੇ ਜਾਣੀ ਹੈ। ਅਲੀ ਅਕਬਰ ਨੂੰ ਗੱਲ ਕਰ ਰਹਾ ਅਲੀ ਅਕਬਰ ਸਾਹਿਬ। ਮੈਂ ਅਰਜ਼ ਕਰ ਰਿਹਾ ਵਾਂ ਕਿ ਮੈਂ ਹੁਣ ਦੇਖੋ ਐਮਪੀ ਆ, ਤੁਸੀਂ ਵੀ ਐਮਪੀ ਇਮਰਾਨ ਭਾਈ, ਮੈਂ ਕਹਿੰਦਾ ਜੀ ਇਮਰਾਨ ਸਾਹਿਬ ਕੋਲ ਕਿਸੇ ਹੋਰ ਪਾਸੇ ਨਹੀਂ ਜਾ। ਉਹ ਗੱਲ ਤੇ ਸੁਣ ਲਓ, ਮੈਂ ਅਗਰ ਕਹਾਂ ਕਿ ਇਮਰਾਨ ਕਾਲੋਂ ਕੋਲ ਜਨਾਬ ਜੀ ਇਲਮ ਤੋਂ ਬਹੁਤ ਜ਼ਿਆਦਾ ਹੈ, ਕਿਉਂਕਿ ਮੈਂ ਅਹਿਮਦੀ ਹੈਗਾ ਨਾ, ਆਪਣੇ ਅਹਿਮਦੀ ਬੰਦੇ ਦੀ ਸਾਈਡ ਲਾਂਗਾ, ਉਹ ਬੰਦਾ ਆਪਣੀ ਤਾਰੀਫ ਕਰਨ ਉਹਦੇ ਸਾਈਡ ਵਾਲੀ ਗੱਲ ਹੀ ਕੋਈ ਨਹੀਂ ਹੈਗੀ। ਯਾਦ ਯਕੀਨ ਉਹ ਬੰਦਾ ਆਪਣੇ ਬੰਦੇ ਦੀ ਤਾਰੀਫ ਕਰੇ ਕਿ ਉਹਦੇ ਕੋਲ ਇਲਮ ਹੈਗਾ, ਉਹਨਾਂ ਦੇ ਮੁਤਾਬਕ ਉਹਦੇ ਕੋਲ ਇਲਮ ਹੈ, ਉਹ ਜਵਾਬ ਦਿੰਦਾ। ਹੁਣ ਵਾਕਿਆ ਕਿਤਾਬਾਂ ਉਹਨੂੰ ਪਤਾ ਮਸੀਹ ਲੈਸ ਨੇ ਪੜ੍ਹੀਆਂ ਨੇ, ਉਹਨੇ ਭਾਵੇਂ ਜਿੱਦਾਂ ਵੀ ਹਵਾਲੇ ਦਿੰਦਾ ਸਾਰੀ ਗੱਲ ਉਹ ਯਾਰ ਇੱਕ ਗੱਲ ਸਾਨੂੰ ਵੀ ਕਰ ਲੈਂਦੇ ਹੋ। ਅਲੀ ਅਕਬਰ ਦੀ ਮੁੱਕ ਲੈਣ ਦੋ ਨਾ, ਅਲੀ ਅਕਬਰ ਦੀ ਮੁੱਕ ਲੈਣ ਦੋ, ਫਿਰ ਉਸ ਤੋਂ ਬਾਅਦ ਤੁਸੀਂ ਕਰ ਯਾਰ ਉਹ ਪਹਿਲੂ ਨਹੀਂ ਉਹਨੂੰ ਦੁਨੀਆ ਸੁਣਦੀ ਸੀ ਯਾਰ। ਅਲੀ ਅਕਬਰ ਦੀ ਤੇ ਮੁੱਕ ਲੈਣ ਦੋ ਸਾਬੀ ਭਾਈ, ਅਲੀ ਅਕਬਰ ਦੀ ਮੁੱਕ ਲੈਣ ਮੁੱਕਦੀਆਂ ਨਹੀਂ, 2 ਘੰਟੇ ਲੱਗੇ ਹੋਏ ਯਾਰ। ਯਾਰ ਮੁੱਕੀ ਭਾਈ ਮੁੱਕੀ ਮੇਰੀ ਮੁੱਕ ਗਈ। ਕਰੋ ਸਾਫੀ ਸਾਹਿਬ ਕਰੋ ਜੀ। ਹੁਣ ਹੋਰ ਕਿਸੇ ਮੋਬਾਈਲ ਨਾਲ ਨਹੀਂ ਆਨ ਹੋ ਸਕਦਾ। ਮੈਂ 2 ਮੋਬਾਈਲ ਹੱਥ ਫੜ ਕੇ ਕਿੰਨੇ ਕਿਲੋਮੀਟਰ ਕਰ ਆਇਆ। ਪਹਿਲੂ ਉਹਨੂੰ ਕਿਤਾਬਾਂ ਦਾ ਇਲਮ ਨਹੀਂ ਸੀਗਾ, मैं कर लेता हूँ ਇਲਮ ਨਹੀਂ ਸੀਗਾ ਪਹਿਲੂ। ਉਹ ਖਤਮੇ ਨਬੂਵਤ ਦੂਜੇ ਮੋਬਾਈਲ ਨਾਲ ਆਨ ਕਰੋ ਕੋਈ ਬੰਦਾ। ਟਿਕਟਾਕ ਦੇ ਉੱਤੇ अच्छा जी मैं कर लेता हूँ। ਬੰਦਾ ਜਿਹੜਾ ਬਹਿਰੀਨ ਹੈ, ਜਿਹੜਾ ਇਸ ਟਾਈਮ ਕੂਫੀਆਂ ਦੀ ਤਰ੍ਹਾਂ ਆਪਣੀ ਉਹਦੀਆਂ ਗੱਲਾਂ ਤੋਂ ਨਜ਼ਰ ਆ ਰਿਹਾ ਕਿ ਕੂਫੀ ਬਣ ਰਿਹਾ ਹੈ ਬੰਦਾ, ਕਿ ਪਹਿਲੂ ਇੱਧਰ ਬਹਿ ਕੇ WhatsApp ਕੋਲ ਬਹਿ ਕੇ ਇਹ ਬੰਦਾ ਉਹਨੂੰ ਜਾ ਕੇ ਜ਼ਲੀਲ ਕਰਦਾ ਹੁੰਦਾ ਸੀ ਉਹਦੀ ਲਾਈਫ ਉਹਨਾਂ ਨੇ ਲਾ ਦਿੱਤਾ, ਹੁਣ ਤਾਂ ਆਪਣੀਆਂ ਗੱਲਾਂ ਲੱਗੇ ਹੋਏ ਨੇ। ਕਰਦਾ ਸੀ। ਉਸ ਟਾਈਮ ਨਹੀਂ ਉਹਨੂੰ ਪਤਾ ਸੀਗਾ ਕਿ ਖਤਮੇ ਨਬੂਵਤ ਦਾ ਅੱਛਾ ਕੰਮ ਕਰ ਰਿਹਾ ਹੈ। ਉਹਨੂੰ ਉਲਟੀਆਂ ਸਿੱਧੇ ਸਵਾਲ ਕਰਦਾ ਸੀ ਉਹਨੂੰ ਜਾ ਕੇ। ਲੈ ਕਰੋ ਕੀਤਾ ਇਸ ਬੰਦੇ ਨੇ ਉਹਨੂੰ ਜਾ ਕੇ ਕਿ ਉਹ ਲੂਤੀ ਹੈਗਾ। ਅਸੀਂ ਕਿਹਾ ਸੀ ਉਹਨੂੰ ਤੂੰ ਜਾ ਕੇ ਸਾਬਤ ਕਰ। ਹੁਣ ਜਦੋਂ ਤੂੰ ਮੈਂ ਕਿਹਾ ਬਹਿਰੀਨ ਨੂੰ ਉਹਨਾਂ ਨੇ ਲਾ ਛੱਡਿਆ ਏ, ਉਹ ਤੇ ਹੁਣ ਆਪਣੀਆਂ ਗੱਲਾਂ ਪੇ ਕਰਦੇ ਨੇ ਹੋਰ ਪਾਸੇ। ਆ ਗਿਆ 5-6 ਬੰਦੇ ਅੱਗੇ ਲਾਏ ਸਨ, ਉਹ ਗੁਲਟੈਰੀਏ ਆ ਗਏ ਨੇ, ਉਹ ਕੋਈ 2 ਆ ਗਏ ਨੇ, ਇੱਕ ਵੀ ਨਹੀਂ, 2 ਇੱਕ ਵਕਤ 'ਚ 2 ਪੈ ਗਏ ਨੇ, ਕੋਈ ਪਿੰਨੀ ਨੂੰ ਜੋ ਕਰਿਆ ਮਰਜ਼ੇ ਕਰਿਆ ਯਾਰ ਕੀ ਇੱਕ ਲੱਤੋਂ ਫੜ ਰਿਹਾ ਹੈ, ਇੱਕ ਪਹੁੰਚੂ ਫੜ ਰਿਹਾ ਹੈ। ਆਖਿਆ ਯਾਰ ਅਮਰ ਨਜ਼ੀਰ ਨੂੰ ਅਗਰ ਇਲਮ ਹੈ ਖਤਮੇ ਨਬੂਵਤ ਚੀਕਾਂ ਨਿਕਲ ਗਈਆਂ ਨੇ। ਯਜ਼ੀਦ ਨੂੰ ਪਿਓ ਕਹਿਣ ਵਾਲਾ, ਮੈਂ ਤੇ ਹੁਣ ਵਿਖਾਣਾ ਨਾ ਯਜ਼ੀਦ ਨੂੰ ਪਿਓ ਕਿੰਨੇ ਮੰਨਿਆ। ਇਹਦਾ ਸਭ ਤੋਂ ਵੱਡਾ ਸੀ ਉਹ ਮੀਰ ਸਲੀਮ ਸੀਗਾ, ਇਸੇ ਬਰਾੜ ਦੇ ਉੱਤੇ, ਇਸੇ ਟਿਕਟੌਕ ਦੀ ਲਾਈਵ ਤੇ ਸਭ ਤੋਂ ਵੱਡਾ ਅਬੂ ਜਿਹੜਾ ਜਿਹਨੂੰ ਬਣਾਇਆ ਮੀਰ ਸਲੀਮ ਸੀ। ਹਾਂ ਉਹੀ ਮੈਂ ਕਹਿ ਰਿਹਾ ਨਾ, ਯਜ਼ੀਦ ਨੂੰ ਪਿਓ ਕਹਿਣ ਵਾਲਾ ਤੇ ਯਜ਼ੀਦ ਦੀ ਮਜ਼ਾਕ ਕਰਨ ਵਾਲਾ। ਕੱਲ ਵਿਖਾਵਾਂਗੇ, ਉੱਥੇ ਮੈਂ ਛੁੱਟੀ ਸੀ ਤੇ ਹਾਂਜੀ ਆ ਗਿਆ, ਲੇਕਿਨ ਇਹਨੂੰ ਤਾਂ ਮੈਂ ਹੁਣ ਦੱਸਾਂਗਾ ਕਿ ਇਮਰਾਨ ਖਾਨ ਉਹਨੇ ਕਿ ਯਜ਼ੀਦ ਨੂੰ ਪਿਓ ਕਹਿਣ ਵਾਲੇ ਕਿਹੜੇ ਨੇ। ਯਾਨੀ ਕਿ ਐਡੇ ਕੋ ਇਬਨ ਬਗਾ ਦੇ ਬੱਚੇ ਨੇ ਕਿ ਭਾਈ ਜਿਸ ਬੰਦੇ ਕੋਲ ਇਲਮ ਜ਼ਿਆਦਾ ਹੈ ਤੇ ਮੂੰਹ ਮੰਨਣ ਲੱਗੇ ਨੇ। ਉਹ ਮੈਂ ਗੱਲ ਕੀਤੀ ਤੇ ਉਹਦੀਆਂ ਚੀਕਾਂ ਨਿਕਲ ਗਈਆਂ ਨੇ, ਜਿਸ ਤਰ੍ਹਾਂ ਉਹ ਸੀਖ ਕਬਾਬ ਵਾਲੇ ਕਬਾਬ ਹੁੰਦੇ ਨੇ, ਉਹ ਹਾਲ ਹੋ ਗਿਆ ਉਹਨਾਂ ਦਾ। ਯਾਰ ਐਡੇ ਕੋ ਬੇਸ਼ਰਮ ਦੇ ਬੱਚੇ ਨੇ। ਨਹੀਂ ਤੁਸੀਂ 5 ਬੰਦਿਆਂ ਨਾਲ ਮੁਕਾਬਲਾ ਕੀਤਾ ਹੈ, 5 ਬੰਦਿਆਂ ਨਾਲ। ਮੈਂ ਇਹਨਾਂ ਮੈਨੂੰ ਮੈਸੇਜ, ਮੇਰੇ 2 ਫੋਨ ਅੰਗੇਜ ਸਨ ਤੇ ਮੈਂ ਕਹਿੰਦਾ ਸੀ ਅਬੂ ਬਕਰ ਭਾਈ ਤੁਸੀਂ ਦੂਜੇ ਮੋਬਾਈਲ ਨਾਲ ਆਨ ਕਰੋ ਉਹਨਾਂ ਦੀ ਵੀਡੀਓ, ਤੇ ਮੈਂ ਮੈਸੇਜ ਕਰਾਂ ਵੀ ਕਮ ਅਜ਼ ਕਮ ਇੰਨਾ ਤੇ ਉਹਨਾਂ ਨੂੰ ਕਹੋ ਕਿ ਇਨਸਾਨ ਦੇ ਬੱਚੇ ਬਣੋ। ਇੱਕ ਬੰਦਾ ਗੱਲ ਕਰੋ, ਜੇ ਨਾਸਰ ਪੱਟ ਕਰਨੀ ਹੈ ਤਾਂ ਉਹ ਇਕੱਲਾ ਕਰ ਲਵੇ ਜਾਂ 1-1-2-2 ਕਰ ਲਵੇ। ਉਹ ਜਿਹਨੂੰ ਜੋ ਅਕਲ 'ਚ ਆਉਂਦਾ। 5 ਬੰਦੇ ਜਦੋਂ ਗੱਲ ਕਰਦੇ ਨੇ ਨਾ, 5 ਦਿਮਾਗ ਹੁੰਦੇ ਨੇ। ਇੱਕ ਬੰਦਾ ਜਦੋਂ ਗੱਲ ਕਰਦਾ 1 ਦਿਮਾਗ ਹੁੰਦਾ। ਤੇ ਮੈਂ ਕਿਹਾ ਇਹ ਕਿਹੜਾ ਤਰੀਕਾ ਹੈ, ਲੇਕਿਨ ਮੈਂ ਮੈਸੇਜ ਵੀ ਨਹੀਂ ਕਰ ਸਕਿਆ ਕਿਉਂਕਿ ਇਹਨਾਂ ਨੇ ਮੈਨੂੰ ਡਬਲ ਕੰਮ ਕਰਵਾਇਆ।
ਜਹਾਜ਼ ਵਿੱਚ ਮੋਮਨ ਇੱਕ ਵੀ ਬੜਾ ਹੁੰਦਾ ਤੇ ਸਾਡਾ ਮੋਮਨ ਭਾਈ ਗਿਆ ਜੀ ਜੀ ਤੇ ਇੱਥੇ ਨਾਲ ਹੀ ਉਹ ਤੁਹਾਨੂੰ ਵੀਡੀਓ ਨਾ ਕੱਲ ਲਈ ਸੁਣਾ ਦਈਏ ਇਹਦੀ, ਜਿਹੜਾ 1122 ਸਾਹਿਬ ਆਏ ਸਨ ਇੱਥੇ ਬਰੀਨ ਦੀ ਬਰਾੜ ਤੇ ਕਹਿ ਕੇ ਗਏ ਸਨ ਕਿ ਮੇਰੀ ਬਰਾੜ ਤੇ ਆਓ ਤੇ ਗੱਲ ਕਰੋ, ਤੇ ਅਗਰ ਕੋਈ ਗੱਲ ਹੀ ਉੱਥੇ ਦੇਵੇਗਾ ਤੇ ਮੈਂ ਜ਼ਿੰਮੇਦਾਰ ਹਾਂ। ਤੇ ਹੁਣ ਕੀ ਕੀਤਾ ਉੱਥੇ ਇਹਨੇ ਹਾਂ ਇਮਰਾਨ ਕਾਲੂ ਬਿਲਕੁਲ ਨੇ ਆ ਕੇ? ਇਮਰਾਨ ਕਾਲੂ ਨੇ ਕੀਤਾ, ਨਾਸਰ ਭੱਟ ਨੇ ਕੀਤਾ। ਨਾਸਰ ਜੀ ਭੱਟ ਨੇ ਵੀ ਇਮਾਮ ਗਾਇਬ ਦੀ ਤੋਹੀਨ ਕੀ ਕੀਤੀ ਹੈ, ਔਰ ਉਹਦੇ ਬਾਅਦ ਇਮਰਾਨ ਕਾਲੂ ਨੇ ਤਾਂ ਸਿੱਧਾ ਭੌਂਕਿਆ ਨਾ। ਤੇ ਇਹਨੂੰ ਤਾਂ ਮੈਂ ਕੱਲ ਦੱਸਣਾ, ਮੈਨੂੰ ਥੋੜਾ ਜਿਹਾ ਬਿਜ਼ੀ ਚੱਲ ਰਿਹਾ, ਤੁਹਾਨੂੰ ਮੈਂ ਕੱਲ ਦੱਸਾਂਗਾ ਕਿ ਯਜ਼ੀਦ ਨੂੰ ਪਿਓ ਆਖਣ ਵਾਲਾ ਕਿਹੜਾ ਕੌਣ ਹੈ, ਯਜ਼ੀਦ ਦੀ ਮਦਾਖਾ ਕਰਨ ਵਾਲਾ ਕੌਣ ਹੈ। ਮਾਮੇ ਗਾਇਬ ਤੇ ਭੌਂਕਦੇ ਨੇ 313 ਭਾਈ। ਜਿਹੜਾ ਕਹਿਣ ਦਿਆ ਸੀ ਵੀ ਬਲਾਲ ਨਹੀਂ ਗਾਲਾਂ ਕੱਢਦਾ, ਮੇਰੀਆਂ ਗਾਲਾਂ ਵਿਖਾ ਵੇ ਕੋਈ, ਮੈਂ ਕਿਹੜੀਆਂ ਗਾਲਾਂ ਕੱਢੀਆਂ। ਅੱਛਾ ਕਹਿ ਰਹੇ ਨੇ ਇਹ ਸਾਰੇ ਸੁੱਕ ਗਏ ਨੇ ਅਮਰ ਨਜ਼ੀਰ ਦੇ ਪਿੱਛੇ ਲੱਗ ਕੇ, ਤੇ ਤੇਰਾ ਵੀ ਆਹੀ ਹਾਲ ਹੋਣਾ ਬਈ। ਹੁਣ ਤਾਂ ਤੁਸੀਂ ਮੇਰੇ ਅੱਗੋਂ ਮੈਨੂੰ ਪਾਣੀ ਪੀ ਪੀ ਅਲੀ ਅਕਬਰ ਤੇ ਇਮਰਾਨ ਕਾਲੂ ਨੂੰ ਕਹਿੰਦਾ ਸੀ ਵੀ ਗੱਲ ਕਰੋ ਇਹਨਾਂ ਦੇ ਨਾਲ। ਅਲੀ ਅਕਬਰ ਤੇ ਇਮਰਾਨ ਕਾਲੂ ਗਾਲੀ ਪਾ ਦਿੱਤੀ। ਲਿੰਕ ਭੇਜਿਆ ਤੈਨੂੰ ਕਿਸੇ ਬੰਦੇ ਨੇ ਦੋਸਤ ਸਮਝ ਕੇ, ਭਰਾ ਸਮਝ ਕੇ ਤੇ ਆਪਣੇ ਨਾਲ ਅਟੈਚ ਕੀਤਾ, ਤੇ ਤੂੰ ਧਮਕੀਆਂ ਦੇਣਾ ਫਿਰਨਾ ਅਮਰ ਨਜ਼ੀਰ ਲੂਤੀ ਕੋਲ ਬਹਿ ਕੇ। ਤੇ ਜਾ ਤੂੰ ਕਰ ਲੈ ਜੋ ਕਰਨਾ। ਅੱਗੋਂ ਕਹਿਣਾ ਕਿ ਇਹਨਾਂ ਗੱਲ ਕੀਤੀ ਸੀ, ਤੂੰ ਉਹਨਾਂ ਗੱਲ ਕੀਤੀ ਸੀ, ਜੇ ਇਹਨਾਂ ਗੱਲ ਕੀਤੀ ਤੂੰ ਸ਼ਰਮ ਕੀਤੀ ਹੈ ਮਨੀ ਜੀ। ਇਹਨਾਂ ਬੜੀ ਦੇਰ ਦਾ ਬੈਠੇ ਆ ਨਾ, ਹੁਣ ਕਿਧਰੇ ਬਹਿ ਕੇ ਲੱਗਿਆ ਇੱਕ ਮਿੰਟ ਯਾਰ ਮੈਂ ਛੋਟੀ ਜੀ ਮੇਰੀ ਸਵਾਰੀ ਆ ਜਾਣੀ ਹੈ। ਨਾਸਰ ਭੱਟ ਸਾਹਿਬ ਤੁਸੀਂ ਗੱਲ ਕਰ ਲਿਓ। ਗੱਲ ਇੰਨੀ ਕੁਏ ਸੁਣ ਲਓ ਗੱਲ ਇੰਨੀ ਕੁਏ ਕਿ ਅਸਦ ਸਾਹਿਬ ਤੇ ਆਮਰ ਸਾਹਿਬ, ਨਜ਼ੀਰ ਸਾਹਿਬ ਤੇ ਅਬੂਬਕਰ ਮੀਰ ਸਾਹਿਬ, ਤੁਹਾਨੂੰ ਮੇਰੀ ਗੱਲ ਕੱਲ ਵੀ ਸਮਝ ਨਹੀਂ ਸੀ ਆਈ। ਮੈਂ ਆਖਿਆ ਸੀ ਕਿ ਮੈਂ ਜ਼ਿੰਮੇਦਾਰ ਹਾਂ, ਠੀਕ ਹੈ। ਤੇ ਇਮਰਾਨ ਕਾਲੂ ਨੇ ਵੀ ਉਸ ਗੱਲ ਤੋਂ ਰਜੂ ਕੀਤਾ ਕਿ ਉਹਨੇ ਗਾਲ ਨਹੀਂ ਕੱਢੀ। ਮੈਂ ਗੱਲ ਵਾਪਸ ਲੈਣਾ, ਉਹਨੇ ਗੱਲ ਵਾਪਸ ਲੈ ਲਈ ਹੈ। ਦੂਸਰਾ ਨਾਸਰ ਭੱਟ ਸਾਹਿਬ ਨੇ ਤੁਹਾਡੀ ਗੱਲ ਹੀ ਪਰਤਾਈ ਸੀ, ਤੁਹਾਨੂੰ ਕੋਈ ਗਾਲ ਨਹੀਂ ਸੀ ਕੱਢੀ। ਤੇ ਇਸ ਬਰਾੜ ਤੇ ਬਹਿ ਕੇ ਅਸਦ ਬਹਿਰੀਨ ਸਾਹਿਬ ਤੁਹਾਨੂੰ ਨਾ ਕਿਸੇ ਨੇ ਕੋਈ ਗਾਲ ਕੱਢੀ ਹੈ, ਤੇ ਜੇ ਕੱਢੀ ਹੈ ਤਾਂ ਉਹਨੇ ਵਾਪਸ ਲਈ ਹੈ, ਠੀਕ ਹੈ। ਤੇ ਜ਼ਿੰਮੇਦਾਰ ਬੰਦਾ ਇਹੀ ਹੁੰਦਾ ਕਿ ਉਹ ਅਗਲੇ ਨੂੰ ਸਮਝਾ ਦੇ ਕਿ ਬਈ ਗਾਲ ਨਹੀਂ ਕੱਢੋ। ਉਹ ਵਾਲਦ ਵਾਲੀ ਗੱਲ ਕੀਤੀ ਸੀ, ਉਹਨੇ ਰਜੂ ਕਰ ਲਿਆ। ਉਹਨੇ ਆਖਿਆ ਬਿਲਕੁਲ ਜੀ ਮੈਂ ਗਲਤ ਗੱਲ ਕੀਤੀ, ਮੈਂ ਮਾਫੀ ਮੰਗਦਾ, ਮਾਫੀ ਨਹੀਂ ਮੰਗਣੀ, ਲੇਕਿਨ ਇਹ ਨਾ ਵਾਪਸ ਗੱਲ ਲੈਣਾ। ਤੇ ਗੱਲ ਇੱਥੇ ਖਤਮ ਹੈ ਕਿ ਤੁਹਾਨੂੰ ਨਾ ਇੱਥੇ ਗਾਲ ਕਿਸੇ ਨੇ ਕੱਢੀ ਹੈ ਤੇ ਨਾ ਕਿਸੇ ਨੂੰ ਮੈਂ ਕਹਿ ਲਓ ਕਿ ਕੱਢਣ ਦਿੱਤੀ ਹੈ, ਠੀਕ ਹੈ। ਤੁਸੀਂ ਹੁਣ ਇਹ ਪ੍ਰੋਪਗੈਂਡਾ ਕਰਨਾ ਛੱਡ ਦਿਓ, ਬਾਹਰ ਜਾ ਕੇ ਤੇ ਆਖੋਗੇ ਕਿ ਬਈ ਇਹਨੇ ਗਾਲਾਂ ਕੱਢੀਆਂ, ਇਹ ਗਾਲਾਂ ਨਹੀਂ ਕੱਢੀਆਂ। ਅੱਲਾਹ ਕਰੇ ਤੇਰਾ ਗਾਹਕ ਆ ਜਾਏ। ਬਿਸਮਿਲ੍ਲਾ ਮੇਰਾ ਆ ਗਿਆ, ਬਸ ਤੁਸੀਂ ਕਰੋ ਗੱਲਬਾਤ। ਅਲਹਮਦੁਲਿਲਾ। ਹੁਣ ਜਿਸ ਬੰਦੇ ਨੂੰ ਤੂੰ ਬੁਲਾਉਣ ਲੱਗੇ ਆ ਨਾ, ਇਹ ਬੰਦੇ ਨੇ ਇਹ ਜਿਹੜੇ ਗੱਲ ਹੁੰਦੀ ਸੀ ਨਾ ਆ ਕੇ ਜੀ ਜ਼ੁਰੀਆ ਤੋਂ ਬਗਾਇਆ ਕਿ ਅਮਰ ਨਜ਼ੀਰ ਨੂੰ ਉਂਝ ਕੰਜਰੀ ਦਾ ਬੱਚਾ ਬਣਨ ਦਾ ਸ਼ੌਕ ਹੈ ਤੇ ਪਿਆ ਬਣਿਆ। ਆਪਣੀ ਮਾਂ ਦਾ ਪਤਾ ਹੁੰਦਾ। ਹੁਣ ਇਬਨੇ ਬਗਾਇਆ ਕਹਿਣ ਲੱਗਿਆ ਸਾਨੂੰ ਕੌਣ? ਇਹੀ ਇਹ ਜਿਹੜਾ ਕੱਲ ਦਾ ਯਾਰ ਤੇ ਅੱਜ ਦਾ ਯਾਰ ਮਾਰ ਗੱਲਾਂ ਕਰਕੇ ਸੱਚਾ ਹੋਣਾ ਹੈ। ਇਬਨੇ ਬਗਾਇਆ ਇਬਨੇ ਬਗਾਇਆ ਕਿਹਾ ਸੋ। ਤੇ ਜੇ ਐਡਾ ਤੋਂ ਲਾਲ ਦਾ ਸ਼ੀਆ ਹੈ ਨਾ, ਜੇ ਸਮਝਦਾ ਕਿ ਬੜਾ ਗੈਰਤਮੰਦ ਸ਼ੀਆ ਕਰਦਾ ਹੁੰਦਾ ਸੀ, ਤੇ ਮੈਂ ਪੁੱਛਦਾ ਹੁੰਦਾ ਸੀ ਨਾ ਕਹਿ ਕੇ ਵਿਖਾਇਆ ਅਮਰ ਨਜ਼ੀਰ ਨੂੰ ਕਿ ਅਮਰ ਨਜ਼ੀਰ ਇਬਨੇ ਬਗਾਇਆ। ਇੱਥੇ ਸੁਣਾਉਂਦਾ ਹੁੰਦਾ ਸੀ ਨਾ ਵਾਲੇ ਮੈਨੂੰ, ਤੇ ਬੋਲੇ ਅਮਰ ਨਜ਼ੀਰ ਦੇ ਸਾਹਮਣੇ, ਉੱਥੇ ਕਿੱਥੇ ਤਾਂ ਮਰ ਗਿਆ ਗੈਰਤਮੰਦ ਸ਼ੀਆ। ਉਹ ਸ਼ੀਆ ਤੇ ਮੈਂ ਤੱਕਣਾ ਪਿਆ ਉੱਥੇ ਜਾ ਕੇ ਹੁਣ ਵੈਸੇ ਕੋਈ ਤਾਰੀਫਾਂ ਕਰ ਰਿਹਾ ਹੈ। ਮੈਂ ਆਖਿਆ ਅਮਰ ਨਜ਼ੀਰ ਸਾਹਿਬ ਬੜੇ ਉਹਦਾ ਨਾਂ ਕੀਲਾ, ਮੈਂ ਤੇ ਮੇਰੇ ਗੱਲ ਪੈ ਗਏ ਨੇ 4-5 ਬੰਦੇ ਉੱਥੇ ਜਾ ਕੇ ਭਾਜੋ ਫੜਾ ਮਾਰਨ ਡਿਆ। ਮੈਂ ਤੇ ਰਾਤ ਕਿੰਨੇ ਲੋਕਾਂ ਦੀ ਜ਼ਮੀਰ ਮਰੇ ਨੇ, ਯਕੀਨ ਕਰੋ। ਤਾਂ ਉਹ ਸ਼ੀਆ ਹੈ। ਮੈਂ ਅਮਰ ਨਜ਼ੀਰ ਕੋਲ ਅਮਰ ਨਜ਼ੀਰ ਯਜ਼ੀਦ ਨੂੰ ਰਜ਼ੀ ਅੱਲਾਹ ਤਾਲਾ ਨੂੰ ਕਹਿੰਦੇ ਨੇ, ਅਮੀਰ ਯਜ਼ੀਦ ਕਹਿੰਦੇ ਨੇ। ਬੜਾ ਇਲਮ ਹੈ, ਯਜ਼ੀਦ ਤੇ ਲਾਨਤ ਨਹੀਂ ਪਾਉਂਦੇ, ਬਹੁਤ ਇਲਮ ਹੈ। ਬਾਹਰ ਇਮਾਮ ਨੂੰ ਨੰਗਾ ਇਮਾਮ ਮੰਨਦੇ ਨੇ, ਗਾਰ ਦੇ ਵਿੱਚ ਮਰਨ ਵਾਲਾ ਬਦਬੂਦਾਰ ਤੇ ਜਾਨਵਰ ਮੰਨਦੇ ਨੇ। ਯਜ਼ੀਦ ਨੂੰ ਕੁਛ ਨਾ ਕਹੋ, ਤੁਹਾਡੀ ਮਿਹਰਬਾਨੀ ਆ। ਯਜ਼ੀਦ ਨੂੰ ਕੁਛ ਨਾ ਕਹੋ ਯਾਰ, ਅੱਗੇ ਗੱਲ ਕਰੋ। ਯਜ਼ੀਦ ਨੂੰ ਮੈਂ ਮੰਨਣਾ। ਜਿਹੜਾ ਆਖਰੀ ਵਿੱਚ ਲੱਗਿਆ ਸੀ ਨਾ ਤੇ ਥੱਲੇ ਬੈਠਿਆ ਸੀ ਨਾ ਇੱਕ ਹੋਰ ਨਵੀਂ ਚੁੰਝ ਵਾਲਾ, ਉਹ ਕੀ ਨਾਸ ਬਲਾਲ ਨੀਫ। ਮੈਨੂੰ ਆਖਿਆ ਜਾ ਲਾਨਤ ਪਵਾ ਨਾ ਯਜ਼ੀਦ ਕੋਲ, ਸਾਡੇ ਕੋਲ ਤਾਂ ਪਵਾ ਗਿਆ। ਅਮਰ ਨਜ਼ੀਰ ਨੇ ਕੀਤਾ ਤੇ ਅਮਰ ਨਜ਼ੀਰ ਵੀ ਜਵਾਬ ਦੇ ਗਿਆ ਤੇ ਬਲਾਲ ਨੇ। ਚਲੋ ਬਹਰਹਾਲ ਉਹਨਾਂ ਦਾ ਤੇ ਹੁਣ ਜਿਹੜਾ ਨਾ ਉਹ ਰੰਡੀ ਰੋਣਾ ਜਾਰੀ ਰਹੇਗਾ, ਮਾਤਮ ਕੁਰਸੀ ਜਾਰੀ ਰਹੇਗੀ। ਇਨਕਾਰ ਕੀਤਾ ਸੀ ਇਹਨਾਂ ਨੂੰ ਹੋਰ ਗੱਲ ਕੀਤੀ। ਇਮਰਾਨ ਖਾਨ ਨੇ ਗੱਲ ਕੱਢੀ ਨਹੀਂ ਕੱਢੀ? ਜੀ ਕੱਢਣ ਲੱਗੇ ਨੇ, ਹੁਣ ਗੱਲ ਕੱਢੀ ਹੈ ਨਾ। ਤੇ ਉਹ 112 ਸਾਹਿਬ ਨੇ ਕੀ ਕਿਹਾ ਸੀ ਜਨਾਬ, ਤੇ ਕਿ ਤੁਹਾਡੇ ਕਾਬਿਨ ਕੋ ਗਾਲ ਕੱਢ ਗਿਆ ਤੇ ਮੇਰੀ ਜ਼ਿੰਮੇਵਾਰੀ ਹੈ। ਬਸ ਹੁਣ ਰਿਕਾਰਡਿੰਗ ਥੋੜੀ ਜਿਹੀ ਰੱਖਣਾ, ਮੈਨੂੰ ਦੀ ਲੋੜ ਪਈ। ਉਮੀਦ ਕੀਤੀ ਹੈ। ਹਾਂ ਠੀਕ ਹੋ ਗਿਆ। ਹੁਣ ਅਸੂਲ ਅਸੀਂ ਉਹੀ ਰੱਖਣੇ ਨੇ, ਠੀਕ ਹੈ। ਜਿਸ ਅਸੂਲ ਦੇ ਤਹਿਤ ਉਹਨੇ ਕੱਢੀ, ਉਸ ਅਸੂਲ ਦੇ ਤਹਿਤ ਫਿਰ ਅਸੀਂ ਵੀ ਕੱਢਣੇ ਦੇ ਕਾਬਿਨ ਨੂੰ।
ठीक है, और चीका आसमान तक जान गई इमरान खान ऐसी कोई बेशरम इब्ने बगा दी ज़ुर्रियत ते है ही इब्ने बगा। मैं कहना नासिर भट्ट आप नहीं आके पूछ सकदा। मैं कहना नासिर भट्ट इब्ने बगा है, मीर सलीम इब्ने बगा है, ਬਈ ਇਹਨਾਂ अहमद ਨਾਲ भट्ट इब्ने ਸਾਡੀ बगा है। ਕੋਈ ਕਿਸੇ ਕਿਸਮ ਦਾ ਇਲਹਾਕ ਹੋ ਹੀ ਨਹੀਂ ਸਕਦਾ। ਗੈਰ ਫਿਤਰੀ ਤੌਰ ਤੇ ਇਲਹਾਕ ਹੋ ਸਕਦਾ ਹੈ, ਗੈਰ ਫਿਤਰੀ। ਵਰਨਾ ਇੱਕ ਜਿਸ ਤਰ੍ਹਾਂ ਕਹਿ ਲਓ ਕਿ ਦੋ ਕਿਨਾਰੇ ਨੇ ਦਰਿਆ ਦੇ ਜਿਹੜੇ ਕਦੇ ਵੀ ਆਪਸ 'ਚ ਮਿਲ ਨਹੀਂ ਸਕਦੇ ਹਨ, ਇਹ ਅਲੱਗ ਹੋ ਗਏ ਨੇ, ਖਾਮਖਾ ਧੱਕਾ ਕਰਦੇ ਨੇ। ਹੁਣ ਉਹ ਜਿਹੜੀਆਂ ਮਿਸਾਲਾਂ ਦੇਣ ਲੱਗੇ ਨੇ ਸ਼ੀਆ ਸੁੰਨੀ ਦੀਆਂ, ਬਈ ਸ਼ੀਆ ਸੁੰਨੀ ਤੇ ਇੱਕ ਉਮਤ ਦੇ ਅੰਦਰ ਨੇ। ਤੁਹਾਨੂੰ ਤਾਂ ਸਾਰੀ ਉਮਤ ਨੇ ਮੁਖਰਜ ਮਿਨਲ ਮਿੱਲਾ ਕਰਾਰ ਦੇ ਦਿੱਤਾ ਹੈ, ਤੇ ਤੁਸੀਂ ਆਪਣਾ ਕੰਪੈਰੀਜ਼ਨ ਤੇ ਨਾ ਕਰੋ। ਇਹ ਤੁਹਾਡੀ ਖਾਹਿਸ਼ ਹੈ ਕਿ ਉਹ ਉਹਦੇ ਨਾਲ ਲੜੇ ਤੇ ਉਹਦੇ ਨਾਲ ਲੜੇ, ਉਹ ਉਹਦੇ ਕੋਲੋਂ ਹਵਾਲੇ ਪੇਸ਼ ਕਰਕੇ ਉਹਦੇ ਕੋਲ ਜਵਾਬ ਲਏ ਤੇ ਉਹ ਅੱਗੋਂ ਉਹਦੇ ਕੋਲ ਜਵਾਬ ਲਏ। ਇਹ ਤੁਹਾਡੀ ਖਾਹਿਸ਼ ਹੈ ਜਿਹੜੀ ਤੁਸੀਂ ਸਾਲ ਹਾ ਸਾਲ ਆਪਣੀ ਖਾਹਿਸ਼ ਪਾਲੀ ਹੈ। ਔਰ ਜਦੋਂ ਇਹ ਸੋਸ਼ਲ ਮੀਡੀਆ ਨਹੀਂ ਸੀ ਤੇ ਤੁਸੀਂ ਛੁਪ ਛੁਪ ਕੇ ਲੁਕ ਲੁਕ ਕੇ ਇਹ ਵਾਰਦਾਤਾਂ ਕੀਤੀਆਂ ਨੇ। ਉਲਮਾਏ ਇਸਲਾਮ ਦੇ ਕੋਲ ਜਾ ਕੇ ਇੱਕ ਸੁੰਨੀ ਬਣ ਕੇ ਟੁਰ ਜਾਣਾ, ਇੱਕ ਸ਼ੀਆ ਬਣ ਕੇ ਟੁਰ ਜਾਣਾ, ਇੱਕ ਦੇਵਬੰਦੀ ਬਣ ਕੇ ਟੁਰ ਜਾਣਾ, ਇੱਕ ਬਰੇਲਵੀ ਬਣ ਕੇ ਟੁਰ ਜਾਣਾ, ਤੇ ਮੌਲਵੀਆਂ ਨੂੰ ਇੱਥੇ ਲੜਾਇਆ ਤੁਸੀਂ। ਹੁਣ ਤੁਹਾਡੀ ਇਹ ਗੰਦਗੀ ਲੋਕਾਂ ਦੀਆਂ ਅੱਖਾਂ ਦੇ ਅੱਗੇ ਜ਼ਾਹਿਰ ਹੋ ਗਈ ਹੈ ਕਿ ਇਹ ਤੁਹਾਡਾ ਤਰੀਕਾ ਵਾਰਦਾਤ ਕਿ ਮੁਸਲਮਾਨਾਂ ਦੇ ਫਿਰਕਿਆਂ ਨੂੰ ਆਪਸ 'ਚ ਲੜਾਓ ਤੇ ਆਪੂ ਤੁਸੀਂ ਵਿੱਚ ਵੜ ਕੇ ਬਣ ਕੇ ਦੇਵਬੰਦੀ ਤੇ ਸ਼ੀਆ ਬਣ ਕੇ ਤੇ ਸੁੰਨੀ ਬਣ ਕੇ ਤੇ ਵਿੱਚ ਵੜ ਕੇ ਤੇ ਅੱਗਾਂ ਲਾਓ। ਆਪਣੀ ਇਹਨਾਂ ਦੀ ਕਿਤਾਬਾਂ ਦੇ ਅੰਦਰ ਲਿਖਿਆ ਕਿ ਅੰਨਾ ਮਰਜ਼ਈ ਜਿਹੜਾ ਹੈ ਉਹ ਗੈਰ ਅਹਿਮਦੀ ਬਣ ਕੇ ਚੜ ਗਿਆ ਹੈ ਤੇ ਫੜੇ ਨੇ ਲੋਕਾਂ ਨੇ ਤੇ ਉਹਦੇ ਚਿਤਰੋਲ ਕੀਤੀ ਹੈ। ਉਹਦੇ ਬਾਅਦ ਕੀ ਕਹੀਦਾ, ਮਿਰਜ਼ਾ ਸਾਹਿਬ ਨੇ ਆਪ ਆਪਣੇ ਮੁਰੀਦ ਨੂੰ ਬੈਤ ਲੈ ਕੇ ਤੇ ਹਿੰਦੂ ਬਣਾ ਕੇ ਕਿਹਾ ਕਿ ਤੂੰ ਹਿੰਦੂ ਬਣ ਕੇ ਟੁਰ ਜੇ, ਤੈਨੂੰ ਵੱਟਾ ਮਾਰ ਕੇ ਮਾਰ ਦੇ। ਸਾਡੇ ਤਰਫ ਮਨਸੂਬ ਕਰਦੇ ਨਾ ਹਵਾਲੇ ਤੁਹਾਡੇ। मिर्जा गुलाम अहमद कादयानी ने खुद फतवा लिया है शेख बटालवी के खिलाफ उलमा को गैर अहमदी बन के। इमाम ਇੱਕ महदी ਮਿੰਟ ਵੀ ਨਹੀਂ ਕੱਢਿਆ, ਅੱਧਾ ਮਿੰਟ ਵੀ, ਤੇ 12ਵੇਂ ਇਮਾਮ ਸਾਹਿਬ ਤੇ ਜਿਹੜਾ ਹੈ ਬਕਵਾਸ ਕਰਨ ਲੱਗ ਪਿਆ ਨਾਸਰ ਭਾਈ। ਮਲਕੋਰੀ ਆਗੇ ਮਲਕੋਰੀ ਆਗੇ ਚਲੋ ਠੀਕ ਮਲਕੋਰੀ ਹੈ ਜਬਰ ਆਗੇ। ਉਸਤਾਦ ਜੀ ਕੀ ਕਹੀਦਾ ਕੱਲ ਗੁਫ਼ਤਗੂ ਹੁੰਦੀ ਜਿੰਨਾ ਬੋਲ ਸਕਦੇ ਸਭ ਬੋਲਦੇ ਹਾਂ, ਠੀਕ ਹੈ। ਇਹ ਬੜੀ ਗੱਲ ਹੈ ਕਿ ਅੱਜ ਨਾਸਰ ਭਾਈ ਸੁਣ ਗਿਆ। ਬਸ ਇਹ ਬਹੁਤ ਸੋਹਣੀ ਤੁਸੀਂ ਗੱਲ ਕੀਤੀ ਹੈ, ਪੰਜਾਂ ਬੰਦਿਆਂ ਨੂੰ ਤੁਸੀਂ ਕੱਲਿਆਂ ਡੀਲ ਕੀਤਾ ਹੈ, ਲੇਕਿਨ ਆਇੰਦਾ ਵਾਸਤੇ ਬਸ ਸਿਰਫ ਇਹਦੇ 'ਚ ਜਿਹੜੀ ਗਲਤੀ ਮੈਨੂੰ ਨਜ਼ਰ ਆਈ ਉਹ ਮੈਨੇਜਮੈਂਟ ਦੀ ਹੈ। ਇਹਨੂੰ ਯਾਦ ਰੱਖੋ, ਜਦੋਂ ਵੀ ਕਿਸੇ ਵੀ ਬੰਦੇ ਨਾਲ ਗੱਲ ਕਰਨ ਲੱਗੋ, ਇਹ ਜਿਹੜੇ ਦੁਆਲੇ ਵਾਲੇ ਹੁੰਦੇ ਨੇ ਨਾ 4-5 ਦਿਮਾਗ ਜਿਹੜੇ ਵਿੱਚ ਲੋਚਾ ਇੱਧਰੋਂ ਤਲਦਾ, ਕੋਈ ਇੱਧਰੋਂ ਫਿਕਰਾ ਯਾਦ ਆ ਜਾਂਦਾ, ਇੱਥੋਂ ਜ਼ੇਰ ਦੀ ਗਲਤੀ ਉੱਥੋਂ ਜ਼ਬਰ ਦੀ ਗਲਤੀ, ਕਿਸੇ ਨੂੰ ਨਾ ਬੋਲਣ ਦਿਓ। ਉਹਨਾਂ ਨੂੰ ਕਹੋ ਜਾਂ ਇੱਕ ਬੰਦਾ ਗੱਲ ਕਰੋ ਜਾਂ ਮੈਨੂੰ ਥੱਲੇ ਲਾ ਛੱਡੋ, ਮੈਂ ਆਇਆ ਮੈਂ ਇੰਨੇ ਜੋਗੇ ਨਹੀਂ ਨਾ, ਉਹ ਇੰਨੇ ਜੋਗੇ ਹੁੰਦੇ ਤੇ ਉਹ ਇੱਕ ਬੰਦਾ ਗੱਲ ਕਰਦਾ, ਇੱਕ ਦੇ ਖਤਮ ਨਹੀਂ ਤਾਂ ਦੂਸਰੇ ਨੂੰ ਪਰਦੀ ਪੈ ਜਾਂਦੀ, ਤੀਸਰੇ ਨੂੰ ਪੈ ਜਾਂਦੀ, ਚੌਥੇ ਨੂੰ ਪੈ ਜਾਂਦੀ। ਲੇਕਿਨ ਫਿਰ ਵੀ ਬੰਦਾ ਕੀ ਕਹਿੰਦਾ, ਥੋੜੇ ਨੇ ਕਿ ਉਹ ਫਿਰ ਵੀ ਨਹੀਂ ਉਹਨਾਂ ਕੋਲ ਗੱਲ ਹੋ ਰਹੀ। ਪੰਜ ਵੀ ਮਿਲ ਕੇ ਗੱਲ ਨਹੀਂ ਕਰ ਸਕਦੇ, ਕਿਸੇ ਨਤੀਜੇ ਤੱਕ ਨਹੀਂ ਪਹੁੰਚ ਸਕਦੇ। ਫਿਰ ਗੁਲਟੇਰੀਏ ਬੁਲਾ ਲੈਣੇ, ਉਹ ਗੁਲਟੇਰੀਏ ਬੁਲਾਏ ਨੇ ਤੇ ਉਹ ਭੌਂਕੇ ਨੇ ਤੇ ਫਿਰ ਵੀ ਮੈਨੂੰ ਸੁੱਟਿਆ, ਉਹਨਾਂ ਨੂੰ ਨਹੀਂ ਸੁੱਟਿਆ। ਅੱਛਾ, ਇਤਨੀ ਗੱਲ ਨਹੀਂ ਹੋਈ ਜਿਤਨਾ ਅਮਰ ਨਜ਼ੀਰ ਦਾ ਨਾਂ ਲਿਆ ਗਿਆ, ਜਿੰਨਾ ਅਮਰ ਨਜ਼ੀਰ ਦਾ ਮਾਤਮ ਹੋਇਆ। ਉਹ ਇਹ ਗੱਲ ਕੀਤੀ ਯਾਰ, ਇੱਕ ਬੰਦਾ ਸਾਡੇ ਅੰਦਰੋਂ, ਠੀਕ ਹੈ, ਜਿੰਨੀ ਸਾਡੀ ਉਮਰ ਉਸ ਤੋਂ ਜ਼ਿਆਦਾ ਉਹਦਾ ਤਜਰਬਾ ਹੈ, ਉਹ ਤੋਂ ਉਹਨੂੰ ਪਿਓ ਬਣਾ ਰਿਹਾ। ਪਿਓ ਤੁਸੀਂ ਬਣਾਇਆ ਮੀਰ ਸਲੀਮ ਨੂੰ, ਉਹ ਲਾਂਤੀ ਤੇ ਗਾਲੀਬਾਜ਼ ਨੂੰ, ਸਾਲੇ ਬਣੇ ਹੋਏ ਗਾਲੀਬਾਜ਼, ਉਹਨਾਂ ਨੂੰ ਤੁਸੀਂ ਪਿਓ ਬਣਾ ਕੇ ਬਿਠਾਇਆ, ਠੀਕ ਹੈ ਨਾ। ਉਹਦੇ ਬਾਅਦ ਤੇ ਜਿਹੜਾ ਯਜ਼ੀਦ ਨੂੰ ਬਣਾਇਆ ਨੇ, ਇਹ ਜਿਹੜਾ ਗਾਲਾਂ ਤਾਜ਼ੀਆਂ ਇਹਨੇ ਕੱਢਦਾ ਪਿਆ ਮਹੀਨੇ ਪੂਰੇ ਦੀਆਂ ਨਬੀ ਪਾਕ ਨੂੰ, ਇਹ ਜਿਹੜਾ ਇਬਨ ਬਗਾ ਜਿਹਨੂੰ ਕਹਿੰਦੇ ਤੁਸੀਂ, ਇਹਨੂੰ ਲਾਂਤ ਇਬਨ ਬਗਾ ਜਿਹੜਾ ਹਰਾਮਜ਼ਾਦਾ, ਠੀਕ ਹੈ, ਉਹਨੂੰ ਪਿਓ ਬਣਾ ਕੇ ਬਿਠਾਇਆ ਤੇ ਉਹ ਤੇ ਉਮਹਾਤੁਲ ਮੁਮਿਨੀਨ ਦੇ ਤੋਬਾ ਇਸਤਗਫਾਰ ਇਨਸਾਨ ਜ਼ੁਬਾਨ ਸੜਦੀ, ਉਹਨੇ ਕਿਹੋ ਜਿਹੇ ਲਫ਼ਜ਼ ਅੰਮਾ ਆਇਸ਼ਾ ਦੇ ਐਸੇ ਕਹੇ ਨੇ ਜੀ, ਇਹ ਜਿਹੜਾ ਫਲਾਣਾ ਜਿਹੜਾ ਅੰਮਾ ਆਇਸ਼ਾ ਦੀ ਫਲਾਣੀ ਬਣਾ ਕੇ ਬੈਠਾ, ਐਡਾ ਕੋ ਹਰਾਮਜ਼ਾਦੇ ਨੇ। ਇਬਨ ਬਗਾ ਵਾਕਈ ਇਹ ਸੱਚਾ ਇਬਨ ਬਗਾ ਹੈ ਭਾਈ। ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਦੇ ਵਿੱਚੋਂ ਸਾਰਿਆਂ ਤੋਂ ਵੱਡਾ ਕਾਬਲ ਮੁਨਾਜ਼ਰ ਉਹ ਹੁੰਦਾ ਹੈ ਜਿਹੜਾ ਉਮਹਾਤੁਲ ਮੁਮਿਨੀਨ ਦੀ ਸਹਾਬਾ ਦੀ ਅਲਬੈਦ ਦੀਆਂ ਗੁਸਤਾਖੀਆਂ ਕਰੇ, ਨਬੀ ਪਾਕ ਨੂੰ ਗਾਲਾਂ ਕੱਢੇ, ਉਹ ਵੱਡਾ ਵੇਖ ਲਓ। ਆਜ਼ਮ ਸੈਫੀ ਵੱਡਾ ਮੁਨਾਜ਼ਰ ਹੈ, ਉਹਨੇ ਨਬੀ ਅਲੈਹਿ ਸਲਾਤੁ ਵਸਲਾਮ ਅਲ ਸ਼ਰਾਬ ਦੀ ਨਿਸਬਤ ਕਰ ਦਿੱਤੀ, ਉਹ ਵੱਡਾ ਮੁਨਾਜ਼ਰ ਇਹਨਾਂ ਦਾ, ਉਹ ਮੁਅੱਲਮ ਹੈ। ਜਿਨ੍ਹਾਂ ਦੇ ਅਮਲ ਨਹੀਂ ਹੁੰਦਾ ਉਸ ਇਮਾਮ ਨੂੰ ਲੱਗੇ ਨੇ ਬਾਰ-ਬਾਰ ਜਿਹੜਾ ਗਾਲਾਂ ਕੱਢਣ, ਅਜੇ ਵੀ ਵਾਅਦਾ ਕਰਕੇ ਠੀਕ ਹੋ ਗਿਆ। ਹੁਣ ਖਾਲੀ ਅਸੀਂ ਕੀ ਕਹਿੰਦਾ ਰਿਕਾਰਡਿੰਗ ਕਰਕੇ ਰੱਖੋ, ਠੀਕ ਹੈ ਨਾ। ਤੇ 112 ਸਾਹਿਬ ਨੇ ਕਿਹਾ ਸੀ ਕਿ ਬਈ ਇਹ ਜਿਹੜੇ ਨੇ ਉਹ ਜ਼ਿੰਮੇਦਾਰ ਨੇ ਕਿ ਅਗਰ ਉਹਨਾਂ ਸਾਡੇ ਜਿੱਥੇ ਅਸੀਂ ਉਹਨਾਂ ਦੇ ਕਾਬਿਲ ਦਾ ਹਯਾ ਕਰ ਰਹੇ ਹਾਂ ਔਰ ਇਮਰਾਨ ਖਾਨ ਨੂੰ ਇਹੋ ਜਿਹੀ ਬਕਵਾਸ ਮੇਰੇ ਹੁਣ ਇੱਥੇ ਆ ਕੇ ਸੁਣੀ ਹੈ ਨਾ, ਉਹ ਫਿਰ ਵੀ ਭੌਂਕਣ ਲੱਗਾ ਸਾਡੇ ਕਾਬਿਲ ਨੂੰ, ਠੀਕ ਹੈ ਭਾਈ ਭੌਂਕੋ। ਅਸੀਂ ਸਭ ਬਨਾਸ ਅਲਾ ਵਜੂਹਿਹਿਮ
ਅਸੀਂ ਇਹਨਾਂ ਦੀ ਗਾਲਾਂ ਹੁਣ ਇਹਨਾਂ ਦੀ ਮੂੰਹ ਤਰਫਤ ਪਰਤਾਵਾਂਗੇ ਤੇ ਇਮਰਾਨ ਖਾਨ ਦੀ ਚੀਕਾਂ ਸੁਣਾਂਗੇ ਫਿਰ। ਠੀਕ ਹੋ ਗਿਆ ਉਸਤਾਦ ਜੀ, ਇਜਾਜ਼ਤ ਦਵੋ ਇੰਸ਼ਾਅੱਲਾਹ ਤਾਲਾ, ਦੁਆ ਚ ਯਾਦ ਰੱਖੋ। ਕਿੰਨੇ ਵਜੇ 313 ਭਾਈ ਬਰਾੜ ਡਾਓ ਦੇ ਮਮਨ ਭਾਈ। हाँ देखो हर जगह तो ब्लॉक करवा के मुझे बना के दी मोमन अच्छा अच्छा उधर आमिर भाई ਉਹ ਸਫੀਆ ਬੀਬੀ ਜਿਹੜੀ ਹੈ ਨਾ ਉਹਨਾਂ ਥੱਲੇ ਕਮੈਂਟ ਕਰ ਲਿਆ ਤੇ ਉਹਨਾਂ ਸਾਰੇ ਤੀਰਾਂ ਦਾ ਰੂਹ ਆਪ ਨਾਲ ਮੋੜ ਲਿਆ। ਚੰਗਾ ਕੀਤਾ ਬਈ ਉਹਨੇ ਆਖਿਆ ਮੈਨੂੰ ਗਾਲਾਂ ਕੱਢੋ ਉਹਨਾਂ ਨੂੰ ਛੱਡ ਦੋ। ਮੈਂ ਕਹਿ ਰਿਹਾ ਮਲਕ ਹੋਰੀ ਆ ਗਏ, ਮਲਕ ਹੋਰੀ ਆ ਗਏ। ਮਲਕ ਸਾਹਿਬ ਲੇਕਿਨ ਉਹਨਾਂ ਨੂੰ 1 ਮਿੰਟ ਬਹਿਣ ਦਿਓ, ਸਾਡੀ ਆਪਣੀ ਗੱਲ ਹੀ ਹੈ। ਮੈਂ ਨਜਫ ਨੇ ਕੋਈ करनी है बुला बाबर भाई को तो ऊपर आ जा, मेरे को 4-5 मिनट है ना, अगर करनी है तो कर ले। सुन दे बुलाना नजफ आ जा कॉल पर। से बड़ा हौसला नासर पर सुन गया है, लगता नहीं सी कि सुनेगा, चुप हो गया। अकल ने बन के सुना। वालेकुम अस्सलाम, फिर वालेकुम क्या रहने जो साहब ठीक हो? हाँ शुक्र अल्हम्दुलिल्लाह बिल्कुल ठीक ठाक। ਕੱਲਾ ਨਾਸਰ ਭੱਟ ਗੱਲ ਕਰਦਾ ਨਾ, 1 ਮਿੰਟ ਆਖਰੀ ਮੈਨੂੰ ਗੱਲ ਕਰ ਲੈਂਦੇ। ਇਹ 1122 ਤੇ ਜਿਹੜੇ 2 ਬੰਦੇ ਦੁਆਲੇ ਉਹਨੂੰ ਦਿਲਾਸਾ ਦਿੰਦੇ ਸਨ, ਤਾਂ ਉਹਨੇ ਕੱਲਾ ਬੱਟ ਗੱਲ ਕਰਦਾ, ਇਹਨੇ ਪਹਿਲੇ 5 ਮਿੰਟ ਤੁਹਾਨੂੰ ਲਾ ਦੇਣਾ ਸੀ, ਫਰਕ ਕਰ ਦੇਣਾ ਸੀ। 5 ਮਿੰਟ ਵੀ ਨਹੀਂ ਸੀ ਗੱਲ ਉਹਨੇ। ਤੇ ਮਸ਼ਹੂਰ ਹੈ ਨਾ, ਬਾਹਾਂ ਧਰ ਕੇ ਤੇ ਗੱਲ ਕਰਦਾ ਰਿਹਾ। ਬਾਹਾਂ ਉਹਨਾਂ ਦੇ ਮੁੰਡੇ ਧਰੀਆਂ ਕੱਚਾਂ ਥੱਲੇ ਉਹਨਾਂ ਨੇ ਡਾਈਆਂ ਦਿੱਤੀਆਂ ਸੀ ਵੀ ਖੜਾ ਰਹੋ, ਸੀ ਨਾਲ ਹੀ ਕਰ ਲੋ ਗੱਲ ਨਾ। ਗੱਲ ਇਹ ਕਰਨੀ ਸੀ ਕਿ ਜਦੋਂ ਜੰਗ ਦੀ ਹਾਲਤ ਹੁੰਦੀ ਹੈ ਤਾਂ ਸਿਰਾਂ ਤੇ ਵਾਰ ਕਰੀਦਾ ਹੁੰਦਾ। ਬਹਿਰੀਨ ਸਾਹਿਬ ਤੁਸੀਂ ਹਾਲਤ ਜੰਗ ਤੇ ਹੋ ਤੇ ਤੁਹਾਡਾ ਹੁਣ ਹੱਕ ਬਣਦਾ ਕਿ ਵਾਰ ਸਿਰਾਂ 'ਚ ਹੀ ਕਰੋ। ਸਿਰਫ ਇੰਨੀ ਕੁ ਹੋ ਰਿਹਾ ਸੀ। ਠੀਕ ਹੋ ਗਿਆ। ਪਹਿਲਾਂ ਅਸੀਂ ਪਹਿਲੇ ਕਿਹੜੇ ਦੁਪਰ ਤੇ ਕੀਤੇ ਉਹਨੇ ਕੀਤਾ ਬਿਲਕੁਲ। ਸਾਡੇ ਇਮਾਮ ਤੇ ਉਹਨਾਂ ਭੌਂਕਿਆ ਤੇ ਸਾਨੂੰ ਵੀ ਇੰਜ ਹੀ ਚਾਹੀਦਾ। ਤੁਸੀਂ ਤੇ ਚਲੋ ਜਿੰਨੇ ਵੀ ਉਹ ਬੈਠੇ ਹੋ ਮੇਰੇ ਸ਼ੀਆ ਭਰਾ ਹੋ, ਲੇਕਿਨ ਕਰਤੂ ਦਾ ਡਰਨਾ ਯਾਦ ਰੱਖੋ, ਜਦੋਂ ਅਮੀਰ ਮੁਮਿਨੀਨ ਨੂੰ ਸਭੋ ਸ਼ਤਮ ਦਾ ਨਿਸ਼ਾਨਾ ਬਣਾ ਕੇ ਤੇ ਅਮੀਰ ਮੁਮਿਨੀਨ ਨੇ ਉਹਦਾ ਜਵਾਬ ਉਸ ਤਰ੍ਹਾਂ ਨਹੀਂ ਦਿੱਤਾ। ਠੀਕ ਹੈ ਨਾ, ਘੱਟ ਤੋਂ ਘੱਟ ਸਾਨੂੰ ਆਪਣੇ ਇਮਾਮ ਦੀ ਤਾਲੀਮ ਤੋਂ ਹੀ ਅਮਲ ਕਰਨਾ ਚਾਹੀਦਾ, ਕੋਸ਼ਿਸ਼ ਕਰਨੀ ਚਾਹੀਦੀ। ਹਾਂ ਬਿਲਕੁਲ ਬਿਲਕੁਲ ਜੀ, ਮੈਂ ਨਹੀਂ ਆ ਰਿਹਾ। ਅਸੀਂ ਦੁਨਿਆਵੀ ਲੋਕ ਹਾਂ, ਇਕਤਬਾਸ ਖੋਲ ਕੇ ਰੱਖਾਂਗੇ। ਇਹਦੀ ਗੱਲ ਸੁਣੋ ਆਪਣਾ ਅਸਦ ਭਾਈ, ਅਸੀਂ ਦੁਨਿਆਵੀ ਲੋਕ ਹਾਂ। ਠੀਕ ਹੈ, ਇਮਾਮ ਉਲ ਅੰਬੀਆ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੀ ਜੋ ਤਾਲੀਮ ਹੈ ਉਸ ਨੂੰ ਪੂਰਾ ਕਰਦਿਆਂ ਹੀ ਅਸੀਂ ਆਈਏ ਨਾ ਤਾਂ ਸਾਡੀ ਜ਼ਿੰਦਗੀ ਉੱਥੇ ਤੱਕ ਨਹੀਂ ਪਹੁੰਚ ਸਕਦੀ। ਇਮਾਮ ਅਲੀ ਅਲੈਹਿਸਲਾਮ ਤੇ ਚਲੋ ਦੂਰ ਦੀ ਗੱਲ ਨੇ, ਉਹ ਤਾਂ ਫਿਰ ਹਿਸਾਬ ਹੀ ਕੋਸ਼ਿਸ਼ ਤਾਂ ਕਰ ਸਕਦੇ ਨਾ ਜੀ। ਠੀਕ ਹੈ, ਨਹੀਂ ਮੈਂ ਗੱਲ ਕਰ ਰਿਹਾ। ਠੀਕ ਹੈ, ਸਾਡੇ ਗੁੱਸਾ ਸਾਡੇ ਉੱਤੇ ਹਾਵੀ ਹੁੰਦਾ, ਲਾਜ਼ਮੀ ਹੁੰਦਾ। ਤੇ ਤੁਹਾਡੀ ਇਹ ਮਿਹਰਬਾਨੀ ਕਮਿਊਨਿਟੀ, 1 ਮਿੰਟ, ਅਗਰ ਜੇ ਤੁਹਾਨੂੰ ਲੱਗਦਾ ਉਹਨਾਂ ਦੀ ਜ਼ਾਤ ਉੱਤੇ ਜੇ ਤੁਸੀਂ ਕੰਪਰੋਮਾਈਜ਼ ਇਸ ਹਿਸਾਬ 'ਚ ਕਰ ਸਕਦੇ ਹੋ, ਜਿਸ ਹਿਸਾਬ 'ਚ ਹੁਣ ਤੁਸੀਂ ਹੋਣ ਲੱਗੇ ਹੋ, ਤੇ ਹੁਣ ਛੁਪਾ ਕੇ ਯਾਰੀ ਦੋਸਤੀ ਜੇ ਆਪਣੀ ਅੱਗੇ ਰੱਖਣੀ ਹੈ ਤੇ ਬੇਸ਼ੱਕ ਤੁਸੀਂ ਰੱਖੋ। ਸਾਨੂੰ ਐਟਲੀਸਟ ਇੰਨਾ ਕੁ ਤਾਂ ਕਰ ਦਿਓ ਨਾ। ਨਹੀਂ ਉਹ ਇੱਕ ਗੱਲ ਕਰ ਰਿਹਾ, ਕਮ ਅਜ਼ ਕਮ ਇੰਨਾ ਕੁ ਤਾਂ ਕਰ ਦਿਓ ਕਿ FIA 'ਚ ਇਹਨਾਂ ਦਾ ਨਿਜ਼ਾਮ ਪੇਸ਼ ਕਰ ਦਿਓ। ਸਭ ਅਲਫ ਇੱਕ ਯਾਰੀ ਸੱਚੇ ਰੱਬ ਵਾਲੀ, ਬਾਕੀ ਯਾਰੀਆਂ ਸਭ ਖਵਾਰੀਆਂ ਨੇ। ਇਹ ਜਿਹੜੀਆਂ ਨੇ ਨਾ ਯਾਰੀਆਂ ਦੁਨੀਆ ਦੀਆਂ, ਖਾਸ ਕਰਕੇ ਸੋਸ਼ਲ ਮੀਡੀਆ ਦੀਆਂ, ਇਹ ਤਾਂ ਬਿਲਕੁਲ ਹੀ ਨੌਨਸੈਂਸ ਹੈ ਨਾ। ਅਸਲ ਇੱਕ ਚੀਜ਼ ਇੱਕ ਛੋਟੀ ਜਿਹੀ ਅਰਜ਼ ਕਰ ਰਿਹਾ, ਅੱਜ ਉਹਨੂੰ ਦਰਦ ਕਾਹਦੀ ਹੋ ਰਹੀ ਹੈ? ਸਿਰਫ ਇਹ ਹੀ ਹੈ ਕਿ ਬਹਿਰੀਨ ਕੋਲ ਉਹਦੀਆਂ ਤਸਵੀਰਾਂ, ਠੀਕ ਹੈ, ਔਰ ਉਹਨਾਂ ਤਸਵੀਰਾਂ ਨੂੰ ਬੁਨਿਆਦ ਰੱਖ ਕੇ ਤੇ ਉਹਨਾਂ ਹਸਤੀਆਂ ਦੇ ਭੌਂਕ ਕੱਢੇ ਨੇ ਪਏ ਜਿਨ੍ਹਾਂ ਨੇ ਇਸਲਾਮ ਨੂੰ ਹਰ ਕਿਸਮ ਦੀ ਪ੍ਰੋਟੈਕਸ਼ਨ ਦਿੱਤੀ ਹੈ, ਹਰ ਕਿਸਮ ਦਾ ਨਿਜ਼ਾਮ, ਚਾਹੇ ਜੋ ਵੀ ਜਿੰਨਾ ਵੀ ਜਿਹੜੇ ਸਾਬੀ ਨੇ ਕੰਮ ਕੀਤਾ ਉਹ ਸਾਡੇ ਵਾਸਤੇ ਸਾਡੇ ਸਿਰਾਂ ਦੇ ਉਤਾਜ ਨੇ। ਜਦੋਂ ਉੱਥੇ ਤੱਕ ਗੱਲ ਪਹੁੰਚ ਗਈ ਨਾ ਬਹਿਰੀਨ ਭਾਈ, ਤੇ ਐਟਲੀਸਟ ਇੰਨਾ ਕੁ ਕਰ ਦਿਓ ਕਿ FIA ਤੱਕ ਇਹਨਾਂ ਦਾ ਨਿਜ਼ਾਮ ਪਹੁੰਚਾ ਸਕਦੇ ਹੋ ਕਿ ਨਹੀਂ ਪਹੁੰਚਾ ਸਕਦੇ। ਦੇਖ ਨਜਫ ਉਹ ਆਲਰੇਡੀ ਇਹੋ ਜਿਹੀ ਕਮਿਊਨਿਟੀ ਦੇ ਨਾਲ ਬਿਲੋਂਗ ਕਰਦੇ ਨੇ। ਠੀਕ ਹੈ, ਉਹ ਅਗਲੇ ਦਿਨ ਸਾਕੀ ਕਹਿ ਰਹੇ ਸੀ ਨਾ ਕਿ ਵਿਚਾਰੇ ਹਵਾ ਵੀ ਖਾਰਿਜ ਕਰਦੇ ਨੇ, ਪਿੱਛੋਂ ਉਂਗਲ ਰੱਖਦੇ ਨੇ ਯਾਰ ਕਿ ਪਤਾ ਨਾ ਚੱਲ ਜੇ ਕਿ ਅਸੀਂ ਮਰ ਜਾਈਏ। ਠੀਕ ਹੈ, ਤੇ ਉਹਨਾਂ ਦਾ FIA ਕੀ ਉਹ ਆਮ ਬੰਦੇ ਨੂੰ ਦੱਸਿਆ ਤੇ ਉਹਨਾਂ ਨੇ ਉੱਥੇ ਬੋਟੀ ਕਰ ਛੱਡਣੀ, ਫਾਇਦਾ ਕੋਈ ਨਹੀਂ ਹੈ। ਜਿੱਥੇ ਐਸੀ ਗੱਲ ਕਰ ਰਹੇ ਕਦੀ ਵੀ ਤਜਾਵਜ਼ ਨਹੀਂ ਕਰਨਾ ਚਾਹੀਦਾ। ਹਾਂ, ਅਗਲੇ ਨੂੰ ਪੰਪ ਨਹੀਂ ਕਰਨਾ, ਐਗਜ਼ੈਜਰੇਟ ਨਹੀਂ ਕਰਨਾ, ਪਹਿਲ ਨਹੀਂ ਕਰਨੀ, ਕਾਨੂੰਨ ਹੱਥ ਦੇ ਅੰਦਰ ਨਹੀਂ ਲੈਣਾ। ਹਾਂ, ਜਿਹੜੀ ਕਾਨੂੰਨੀ ਕਾਰਵਾਈ ਹੈ ਉਸੇ 100 ਬਿਸਮਿਲ੍ਲਾ ਕਰੋ। ਠੀਕ ਹੈ, ਲੇਕਿਨ ਹੁਣ ਜਿਹੜੀ ਇਹਨੇ ਸ਼ੁਰੂ ਕੀਤੀ, ਇਹ ਬਾਕੀ ਇਨਸ਼ਾਅੱਲਾ ਗੁਫ਼ਤਗੂ ਕੱਲ ਕਰਨੇ ਆ। ਤੇ
ਕੱਲ ਜਿੰਨਾ ਹੋ ਸਕੇ ਉਹਨੇ ਗੁਫ਼ਤਗੂ ਕੀਤੀ, ਲੇਕਿਨ ਬੜਾ ਹਲੇ ਕੀ ਕਹਿੰਦੇ ਉੱਥੇ ਜਲੂਸ ਕੱਢ ਰਹੇ ਨੇ ਕਿ ਜਨਾਬ ਅਮਰ ਨਜ਼ੀਰ ਸਾਹਿਬ ਜਿਹੜੇ ਨੇ ਉਹ ਅਹਲੇ ਸੁन्नत वल जमात ਤੋਂ ਤਾਲੁਕ ਰੱਖਦੇ ਨੇ, ਜਾਂ ਉਹਨਾਂ ਨੂੰ ਵਾਬੀ ਕਹਿੰਦੇ ਨੇ, ਜਾਂ ਵਾਬੀ ਵੀ ਕਹਿ ਲਓ, ਠੀਕ ਹੈ, ਮੋਮਨ ਜਾਂ ਭਾਈ ਮੁਤਜ਼ਿਦ ਕਹਿ ਲਓ, ਤੇ ਉਹ ਆਪਣੇ ਸਾਡੇ ਨਾਲ ਆ ਕੇ ਕਿਉਂ ਬੈਠੇ ਹੈ? ਬਣਾ ਠੀਕ ਦਿੰਦੇ ਹੈ ਆ ਨਾ। ਗੁੱਸੇ ਵਿੱਚ, ਅਸੀਂ ਆਪਣੇ ਆਪ ਦਾ ਖਚੂਮਰ ਬਣਾ ਦਿੰਦੇ ਆ ਮਾਤਮ ਕਰਕੇ, ਤੇ ਇਹ ਬਕਵਾਸ ਕਰਨ 12ਵੇਂ ਇਮਾਮ ਤੇ ਅਸੀਂ ਕੋਈ ਮਤਲਬ ਕਾਰਵਾਈ ਵੀ ਨਹੀਂ ਕਰ ਸਕਦੇ। 113 ਭਾਈ ਹੁਣ ਅਸੂਲ ਸੇਮ ਰਹਿਣਗੇ ਨਾ, ਜਿਸ ਅਸੂਲ ਦੇ ਤਹਿਤ ਉਹ ਭੌਂਕਿਆ ਨਾ, ਉਸ ਅਸੂਲ ਦੇ ਤਹਿਤ ਇਹਦੇ ਮੈਂ ਸਾਰੇ ਅਲਫਾਜ਼ ਦੇ ਮੂੰਹ 'ਚ ਤੁਲਾਂਗਾ, ਉਹ ਟੈਨਸ਼ਨ ਨਾ ਲਵੋ। ਇਮਾਨ ਕਾਲੂ ਨੇ ਮੈਂ ਕਹਿ ਰਿਹਾ ਨਾ, ਮੈਂ ਅੱਜ ਛੁੱਟੀ ਸੀ ਖਾਲੀ, ਮੈਂ ਕਿਹਾ ਚਲੋ ਸਲਾਮ ਦਾ ਕਰ ਲੈ। ਉਹ ਵੀ ਉਹਨੇ ਉੱਥੇ ਦੇਖੋ 112 ਨੇ ਫਤਲ ਬਣਾ ਲਾਇਆ। ਮੈਂ ਕਿਹਾ ਯਾਰ ਤੁਹਾਡੇ 1600 ਸਾਲ ਦੇ ਮੌਜੂ ਖਤਮ ਨਹੀਂ, ਤੁਸੀਂ 1400 ਸਾਲ ਪੁਰਾਣਾ ਮੌਜੂ ਛੇੜ ਲਿਆ। ਤੇ ਫਿਰ ਉਹਨੇ ਪਰਤ ਕੇ ਕੀ ਲਾਇਆ ਹੈ? ਊਂਟ ਦੇ ਪਿਸ਼ਾਬ, ਠੀਕ ਹੈ ਨਾ। ਫਿਰ ਅੱਗੋਂ ਹਮੈਂਟੀ ਆ ਕੇ ਤੇ ਗੱਲ ਕਿੱਥੇ ਦੀ ਕਿੱਥੇ ਟੁਰ ਗਈ। ਲੇਕਿਨ ਉਹ ਉਹਨਾਂ ਦਾ ਹੱਤ ਲਮਕਾਨ ਹੀ ਕੋਸ਼ਿਸ਼ ਹੈ ਕਿ ਅੱਗੇ ਤੇ ਪਵੇ ਨਾ। ਮਿਰਜ਼ਾ ਸਾਹਿਬ ਬੜਾ ਵਾਲਾ ਸਾਡੇ ਕੋਲ ਹੈ, ਬੰਦ ਕੀਤਾ ਸੂ, ਤੇ ਅੱਗੋਂ ਇਮਾਮ ਸਾਹਿਬ ਦੇ ਭੌਂਕ ਪਿਆ ਕਿ ਬਾਸ਼ੀਆ ਨੇ ਕਿਉਂ ਬੰਦ ਕਰਾਇਆ ਭਾਬੀਆਂ ਨੂੰ। ਅਸੀਂ ਤੇ ਸਾਰੇ ਇੱਕ ਠੀਕ ਹੋ ਗਿਆ। ਹੁਣ ਕੀ ਕਹਿੰਦਾ ਇਹਨੂੰ ਜਵਾਬ ਮੈਂ ਦਵਾਂਗਾ ਇਮਾਨ ਕਾਲੂ ਨੂੰ, ਥੋੜੀ ਜਿਹੀ ਬਸ ਇਹਨੂੰ ਕੀ ਕਹਿੰਦਾ ਮੈਨੂੰ ਟਾਈਮ ਦਵੋ, ਸਵੇਰੇ ਇਹਨੂੰ ਇਨਸ਼ਾਅੱਲਾ ਤਾਲਾ ਜਵਾਬ ਦੇਵਾਂਗੇ। ਤੇ ਫਿਰ ਜਿਹੜਾ ਦੇਖੋ 112 ਚੁੱਕ ਕੇ ਇਹਨੂੰ ਲੈ ਕੇ ਜਾਏਗਾ, ਹਸਪਤਾਲ ਦਰਜ ਕਰਵਾਏਗਾ ਐਂਬੂਲੈਂਸ ਦੇ ਉੱਤੇ। ਚਲੋ ਇਜਾਜ਼ਤ ਦਵੋ, ਇਨਸ਼ਾਅੱਲਾ ਤਾਲਾ ਗੱਲ ਹੁੰਦੀ। ਹੁਣ ਮੈਂ ਕੋਈ ਰਿਆਇਤ ਕਰਨੀ ਹੈ, ਦਰੂਦ ਪੜ੍ਹ ਲਓ, ਸਲਵਾਤ ਅਲੈਹ। ਅੱਲਾਹੁम्मा सल्ली अला। ਲੇਕਿਨ ਹੁਣ ਮੈਂ ਰਿਆਇਤ ਟਾਈਮ ਦੱਸ ਦੋ ਸੁਬਾਹ ਦਾ 313 ਭਾਈ ਬਰਾੜ ਦਾ 11 ਵਜੇ ਦੁਬਈ ਨਾ ਨਾਰਮਲ ਟਾਈਮ ਤੇ ਆਨੇ ਹੈ 11 ਵਜੇ ਦੁਬਈ ਦਾ। ਲੇਕਿਨ ਹੁਣ ਮੇਰੇ ਵੱਲ ਰਿਆਇਤ ਦੀ ਉਮੀਦ ਨਾ ਰੱਖਿਓ ਕਿ ਮੈਂ ਉਸ ਹਿਸਾਬ 'ਚ ਬੋਲਾਂਗਾ। ਨਹੀਂ ਨਜਫ ਜ਼ਰੂਰਤ ਨਹੀਂ ਹੈ। ਇਨਸ਼ਾਅੱਲਾ ਤਾਲਾ ਜਿਹੜਾ ਬੰਦਾ ਦਲੀਲ ਨਾਲ ਮਾਰ ਸਕਦਾ ਉਹਨਾਂ ਦੀ ਮੌਤ ਹੀ ਦਲੀਲ ਹੈ। ਉਹ ਤੇ ਮੈਂ ਕਹਿ ਰਿਹਾ ਨਾ, ਚਾਹੁੰਦੇ ਹੀ ਨੇ ਕਿ ਤੁਸੀਂ ਆਪਸ 'ਚ ਲੜੋ ਜਾਂ ਤੁਹਾਡੇ ਮੂੰਹ 'ਚੋਂ ਗਾਲ ਨਿਕਲੇ ਤੇ ਉਹ ਭੌਂਕਣ, ਇਮਾਮ ਜ਼ਮਾਨਾ ਨੂੰ ਭੌਂਕਣ, ਇਮਾਮ ਮਹਿਦੀ ਨੂੰ ਭੌਂਕਣ, ਇਹਨਾਂ ਦੀ ਵਾਲਦਾ ਨੂੰ ਭੌਂਕਣ। ਉਹਨਾਂ ਨੇ ਚਾਂਸ ਦੇਣਾ ਹੀ ਨਹੀਂ ਹੈ। ਸੁਬਾਹ 313 ਭਾਈ ਤੁਸੀਂ ਬਰਾੜ ਲਾ ਕੇ ਤੇ ਖਲਵਾਓ ਵਾਲੇ ਖਤਰਨਾਕ ਤੇ ਬਿਹਤਰ ਹੈ ਖਤਰਨਾਕ ਯਾਰ, ਹਵਾਲੇ ਖਤਰਨਾਕ ਹੈ, ਉਹ ਵੀ ਖੋਲ ਦੋ। ਹੁਣ ਟਾਈਮ ਆ ਗਿਆ। ਮੈਂ ਤੁਹਾਨੂੰ ਨਾ ਚੀਜ਼ਾਂ ਪਹੁੰਚਾਵਾਂਗਾ, ਕੁਛ ਨਈਮ ਭਾਈ ਨੇ ਮੈਨੂੰ ਦਿੱਤੀਆਂ ਨੇ ਆਲਰੇਡੀ, ਠੀਕ ਹੈ। ਤੇ ਇਹ ਚਲੋ ਵਾਲਾ ਇਹ ਰਾਤ ਮਿਰਜ਼ਾ ਸਾਹਿਬ ਦੀ ਪਹਿਲੀ ਜਿਹੜੀ ਦੇ ਸੁਬਾਹ ਗੱਲ ਕਰਾਂਗੇ ਬਰਾੜ ਤੇ ਜਾਣ ਦੀ। ਚਲੋ ਠੀਕ ਹੈ, ਓਕੇ, ਅੱਲਾਹ ਹਾਫਿਜ਼। ਅੱਲਾਹ ਹਾਫਿਜ਼। ਲੋ ਜੀ, ਉਧਰ ਦੀ ਬਰਾੜ ਦਾ ਰੁਖ ਤੇ ਮੁੜ ਗਿਆ। ਉਹ ਸਫੀਆ ਨੂੰ ਪਤਾ ਨਹੀਂ ਕਿੰਨੇ ਆਖਿਆ ਜਾ ਕੇ ਤੁਸਾਂ ਹੱਥ ਲਾਓ, ਤੇ ਉਹ ਸਾਰੇ ਤੀਰ ਉਧਰ ਆ ਗਏ। ਸਫੀਆ ਬਾਜੀ ਨੇ ਆਖਿਆ ਕਿ ਫੋਟੋ ਜਿਹੜਾ ਤੁਸੀਂ ਪਿਆਸ ਦਿਓ ਨਹੀਂ ਲੱਗੀ ਜਾਂ ਲੱਗੀ ਹੈ ਮੇਰੀ, ਤੁਸੀਂ ਫਾਈਟਰ ਲਾਉਂਦਾ ਰਿਹਾ। ਉਹਨਾਂ ਤੇ ਆਪਣਾ ਗੱਲ ਕੀਤੀ ਹੈ ਕਿ ਮੇਰੀ ਫੋਟੋ ਤੁਸੀਂ ਨਹੀਂ ਲਾਈਕ ਆ। ਆਮਰ ਨਜ਼ੀਰ ਸਾਹਿਬ ਤੇ ਚਲੋ ਤੁਹਾਡੇ ਕੋਈ ਮੁਖਾਲਫ ਹੋਣ ਦੇ ਜਾਂ ਨਹੀਂ ਹੈ, ਮੇਰੀ ਵੀ ਲਾਈ ਹੈ ਤੁਸੀਂ। ਉਹ ਇੰਨਾ ਆਖਿਆ ਉਹਨਾਂ ਤੇ ਉਹ ਜਨਾਬ ਉਹਨਾਂ ਦੀ ਖਤੂਨ ਲੱਗੀ ਹੈ ਹਾਦੀਆ, ਤੇ ਉਹ ਇਮਰਾਨ ਕਾਲੂ ਕਹਿ ਰਿਹਾ ਉਹਨੂੰ ਕਿ ਇਹਨੇ ਸਫੀਆ ਨੇ ਮੁਬਸ਼ਰ ਰਜ਼ਾ ਦੀ ਜਾਨ ਖਤਰੇ 'ਚ ਪਾ ਦਿੱਤੀ ਹੈ। ਉਹਦੀ ਉਹ ਸ਼ਾਤਮੀਅਤ ਮਸ਼ਹੂਰ ਕਰ ਦਿੱਤੀ ਹੈ, ਆਡੀਓ ਇਹਨਾਂ ਚਲਾਈਆਂ ਨੇ ਉਹਦੀਆਂ, ਤੇ ਉਹਦੀ ਜਾਨ ਹੁਣ ਖਤਰੇ 'ਚ। ਤੇ ਅੱਗੋਂ ਹਾਦੀਆ ਧਮਕੀ ਦੇ ਰਹੀ ਹੈ, ਉਹ ਆਂਦੀ ਇਹਦਾ ਆਪਣਾ ਮੁੰਡਾ ਵੀ ਹੈ ਵੇ, ਉਹਦੀ ਵੀ ਜਾਨ ਖਤਰੇ 'ਚ ਪੈ ਸਕਦੀ ਹੈ। ਦੇਖੋ ਇਹਨਾਂ ਨੇ ਮਰਜ਼ਾਈਆਂ ਦੀ ਜ਼ਨੀਅਤ ਦੇਖੋ, ਤੁਸੀਂ ਅੰਦਾਜ਼ਾ ਕਰੋ। ਇਹ ਭਾਈ ਸੱਪ ਨੇ ਸੱਪ। ਜਿਹੜਾ ਬੰਦਾ ਇਹਨਾਂ ਦੇ ਮੁਤਲਕ ਕੋਈ ਕਿਸੇ ਕਿਸਮ ਦੀ ਦਿਲ ਵਿੱਚ ਕੋਈ ਅੱਛੀ ਸੋਚ ਉਹਦੇ ਦਿਮਾਗ 'ਚ ਆਉਂਦੀ ਹੈ ਨਾ, ਇਹ ਜਿਹੜਾ ਉਹ ਚੀਕਦੇ ਤੇ ਰੋਂਦੇ ਨੇ ਨਾ, ਇਹ ਫਲਾਣਾ ਗਾਲ ਨਹੀਂ ਸੀ ਕੱਢਦਾ, ਬਲਾਲ ਨਹੀਂ ਸੀ ਕਿਸੇ ਨਾਲ ਕਰਦਾ, ਤੇ ਇਹ ਫਲਾਣਾ ਨਹੀਂ ਸੀ ਕਰਦਾ, ਤੇ ਜੋ ਹੀ ਅਮਰ ਕੋਲ ਜਾਂਦੇ ਨੇ ਤੇ ਇਹ ਜ਼ਹਿਰ ਇਹਨਾਂ, ਉਹ ਜ਼ਹਿਰ ਤੇ ਤੁਸੀਂ ਉਧਰ ਭੇਜ ਦਿਓ। ਮੈਂ ਤੇ ਸਿਰਫ ਲੋਕਾਂ ਨੂੰ ਬਹਾਨਾ ਵੀ ਹੈ ਇਹਨਾਂ ਦੇ ਜ਼ਹਿਰ ਜੇ ਅੰਦਰ ਅੱਖਾਂ ਘੇੜੋ। ਇਹ ਸੱਪ ਜੇ ਸੱਪ ਨਹੀਂ ਰਹੇ। ਲੋ ਜੀ, ਇੱਕ ਸੈਕਿੰਡ ਸੁਣ ਰਹੇ ਨੇ ਤੇ ਉੱਥੇ ਨਾਲ ਹੀ ਹਾਦੀਆ ਨਾਲ ਟੋਕ ਦਿੱਤਾ। ਉਹਨਾਂ ਆਖਿਆ ਨਹੀਂ ਵਾਪਸ ਲੈ। ਧਮਕੀ ਨਹੀਂ, ਅਸੀਂ ਤੇ ਉਹਦੇ ਮੁੰਡੇ ਵਾਸਤੇ ਮਕਾਫਾਤੇ ਅਮਲ ਦੀ ਗੱਲ ਕੀਤੀ ਹੈ, ਧਮਕੀ ਨਹੀਂ ਦਿੱਤੀ। ਹਾਦੀਆ ਡਰ ਗਈ। ਓਏ ਸੁਣਦੇ ਹੋ ਵੇ, ਹਾਦੀਆ ਡਰ ਗਈ। ਇਹ ਸੱਪ ਨੇ ਸੱਪ ਸਾਰੇ। ਜਿਹੜਾ ਆਜ਼ਾਦ ਕਸ਼ਮੀਰ ਦਾ ਵਜ਼ੀਰ ਆਜ਼ਮ ਨੇ ਆਖਿਆ ਨਾ ਸੱਪ ਨੇ ਆਸਤੀਨ ਦੇ, ਉਹਨੇ ਗਲਤ ਨਹੀਂ ਆਖਿਆ। ਜਿਹੜਾ ਵੀ ਬੰਦਾ ਮੁਸਲਮਾਨ ਸੱਪ ਨੇ ਆਮਰ ਭਾਈ, ਇੱਕ ਸਿੱਧਾ ਸੱਪ ਨਾ ਕੋ ਦਮੂਏ ਸੱਪ ਨੇ, ਮਿੱਠੇ ਮਿਲਦੇ ਨੇ ਤੇ ਹੰਜ਼ੀਰਾਂ ਛੱਡ ਕੇ ਜਾਂਦੇ ਨੇ। ਜਿਹੜਾ ਵੀ ਮੁਸਲਮਾਨ ਉਹਦੇ ਅੰਦਰ ਇਮਾਨੀ ਹਮੀਅਤ ਕੋਈ ਨਾ ਕੋਈ ਥੋੜੀ ਬਹੁਤ ਵੀ ਹੈ ਨਾ, ਜਿਸ ਵੇਲੇ ਇਹਨਾਂ ਦੇ ਜ਼ਹਿਰ ਨੂੰ ਵੇਖੇਗਾ ਨਾ,
ਉਸੇ ਵੇਲੇ ਨੂੰ ਅੱਗ ਪੈ ਜਾਏਗੀ ਕਿ ਕੈਸੇ ਯਾਰ ਜ਼ਹਿਰੀਲੇ ਨਾਗ ਨੇ। ਉੱਥੇ ਤੇ ਇਹ ਬੋਲਦੇ ਨਹੀਂ ਹਨ, ਪਾਕਿਸਤਾਨ ਤੇ ਅੱਖ ਚ ਪਾਏ ਨਹੀਂ ਰੜਕਦੇ, ਤੇ ਇੱਥੇ ਤੇ ਲੋਕਾਂ ਨੂੰ ਜਾਨਾਂ ਦੀਆਂ ਧਮਕੀਆਂ ਦਿੰਦੇ ਨੇ, ਰਿਸ਼ਤਾਂ ਦੀਆਂ ਧਮਕੀਆਂ, ਲੋਕਾਂ ਦੀਆਂ ਮਾਵਾਂ ਭੈਣਾਂ ਦੀਆਂ ਫੋਟੋਆਂ ਟੰਗੀਆਂ ਨੇ। ਪਾਕਿਸਤਾਨ ਦੇ ਅੱਖ ਚ ਪਾਏ ਨਹੀਂ ਰੜਕਦੇ ਹਨ, ਹਰ ਬੰਦਾ ਸਿਆਣ ਲੈਂਦਾ ਨਾ। ਮੈਂ ਕਰਨਾ ਵਾ ਕੋਸ਼ਿਸ਼ ਇਹ ਵੇ ਕਿ ਮੈਂ ਪਹਿਲਾਂ ਵੀ VFS ਕੀਤਾ ਸੀ ਤੇ ਕੋਸ਼ਿਸ਼ ਕਰਨਾ ਜੇ ਅਗਰ ਹੋ ਜੇ ਤੇ ਵੇਖਨੇ ਇਹਨਾਂ ਦੇ ਜਰਮਨੀ 'ਚ ਕੀ ਹਾਲਾਤ। ਕੋਈ ਵੀ ਬੰਦਾ, ਮੈਨੂੰ ਨਹੀਂ ਲੱਗਦਾ ਇਹਨਾਂ ਦੀ ਇੰਨੀ ਜ਼ਰੂਰਤ ਹੈ ਕਿ ਤੁਹਾਡੇ ਸਾਹਮਣੇ ਆ ਕੇ ਖਲੋ ਵੀ ਜਾਣ। ਮੈਂ ਇੱਕ ਝਾੜੇ ਇੱਥੇ ਇਟਲੀ ਵਿੱਚ ਮਿਰਜ਼ੇ ਮਸਰੂਰ ਫੋਟੋ ਤੇ ਥੁੱਕਿਆ ਸੀ, ਮਰਜ਼ਈ ਸੀ, ਉਹਨੇ ਕੁਝ ਵੀ ਨਹੀਂ ਕੀਤਾ, ਡਰਦੇ ਨੇ ਸਾਹਮਣੇ। ਨਹੀਂ ਇਹ ਇਨਸ਼ਾਅੱਲਾ ਜਿਹੜਾ ਬੰਗਲਾਦੇਸ਼ ਵਾਲਾ ਮਾਮਲਾ ਉੱਠਿਆ ਨਾ, ਇਹ ਮੈਨੂੰ ਉਮੀਦ ਹੈ ਅੱਲਾਹ ਤਾਲਾ ਕੋਲੋਂ ਕਿ ਇਹ ਬੜਾ ਮਤਲਬ ਖਤਰਨਾਕ ਹੋਏਗਾ ਮਰਜ਼ਈਆਂ ਵਾਸਤੇ, ਕਿਉਂਕਿ ਬੰਗਾਲੀ ਜਿਹੜੇ ਨੇ ਨਾ। ਜਾਣਦੇ ਹੋ ਇਹ ਕੌਣ ਹੈ? ਇਸ ਬੰਦੇ ਦੀ ਥੋੜੀ ਨਾਂ ਨਹੀਂ ਲੈਣਾ ਓਏ, ਨਾਂ ਨਹੀਂ ਲੈਣਾ ਨਜਫ, ਨਾਂ ਨਹੀਂ ਲੈਣਾ। ਨਹੀਂ ਹਲੇ ਨਾਂ ਨਹੀਂ ਦੱਸਣਾ ਨਜਫ ਭਾਈ, ਨਾਂ ਨਹੀਂ ਦੱਸਣਾ ਹਲੇ। ਇਹ ਬਕਵਾਸ ਯਾਦ ਕਰਦਾ ਹੈ, ਇਹ ਵੀ ਕੈਨੇਡਾ ਦਾ ਮੁਰੱਬੀ ਹੈ, ਖੰਜ਼ੀਰ ਹੈ ਵੀ। ਇਹ ਵੀ ਪਾਕਿਸਤਾਨ ਦੇ ਉੱਤੇ ਵੀ ਬਕਵਾਸ ਯਾਦ ਕਰਦਾ ਵੇ ਤੇ ਮੁਸਲਮਾਨਾਂ ਤੇ ਵੀ ਬਕਵਾਸ ਯਾਦ ਕਰਦਾ ਹੈ। ਬਿਲਕੁਲ ਇਹਦਾ ਨਾਂ ਅਸੀਂ ਬਿਲਕੁਲ FIA ਨੂੰ ਦੱਸਾਂਗੇ, ਇਹਦੀ ਤਸਵੀਰ ਵੀ ਅਸੀਂ FIA ਨੂੰ, ਪਾਕਿਸਤਾਨ ਸਾਰੇ ਏਅਰਪੋਰਟਾਂ ਦੇ ਇਹਦੀ ਤਸਵੀਰ ਲੱਗੇਗੀ ਇਹਦੀ ਵੀ। ਅੱਛਾ ਬਾਈ ਜੀ, ਜਦੋਂ ਵੀ ਪਾਕਿਸਤਾਨ ਜਾਣ ਬਿਲਕੁਲ ਪ੍ਰੂਫ ਦੇ ਨਾਲ ਅਸੀਂ ਇਹ ਗੱਲ ਦਵਾਂਗੇ FIA ਨੂੰ। ਮਰਜ਼ਈਓ ਵੇਖ ਲਵੋ, ਬੜਾ ਕੁਛ ਹੈ ਸਾਡੇ ਕੋਲ ਹੁਣ। ਇਹਦੀ ਸ਼ਨਾਖਤ ਹਾਲੇ ਨਹੀਂ ਦੱਸਣੀ, ਨਾਂ ਨਹੀਂ ਲੈਣਾ ਇਹਦਾ, ਨਾਂ ਨਹੀਂ ਲੈਣਾ। एक मिनट की इजाजत दे दें, गजल तैयार हो गई है ਤੇ ਸਾਰਿਆਂ ਨੇ ਜ਼ਰਾ ਵਾਹ ਵਾਹ ਕਰਨੀ ਹੈ। ਨਵੀਂ ਗਜ਼ਲ ਹੈ ਬਿਲਕੁਲ। ਮਤਲਬ ਸਾਹਿਬ ਤੇ ਕਿਤੇ ਟਰੂਥ ਸੀਕਰ ਆ ਰਹੀ ਹੈ, ਇਹ ਤਾਂ ਨਹੀਂ ਬਣਾਉਂਦੇ ਰਹਿੰਦੇ ਗਜ਼ਲਾਂ। ਨਹੀਂ, ਕਸਮ ਖੁਦਾ ਦੀ